KRP 1550 AM ਤੇ ਤੁਹਾਡਾ ਸਵਾਗਤ ਹੈ। ਮੈਂ ਤੁਹਾਡਾ ਮੇਜ਼ਬਾਨ ਹਰਜੀਤ ਸਿੰਘ ਗਿੱਲ। 11:11 ਹੋਏ ਨੇ ਤੇ 15 ਸਤੰਬਰ ਹੈ, ਵਰਾ 2020 ਦਾ ਮੰਗਲਵਾਰ ਹੈ। ਅੱਸੂ 1 ਤੇ ਨਾਨਕਸ਼ੇ ਸੰਮਤ 552 ਸੰਗਰਾਂਦ ਹੈ। ਜੱਸੂ ਚੜ ਗਿਆ। ਨਿੱਘਾ ਹਾਰਦਿਕ ਸਵਾਗਤ ਹੈ। ਅਹਲਨ ਵਸਹਲਨ। ਅੱਜ ਦੀ ਲੋਕ ਸਭਾ ਦੇ ਵਿੱਚ ਅਹਿਮ ਘਟਨਾਵਾਂ, ਗੱਲਾਂ ਬਾਤਾਂ, ਗੀਤ ਸੰਗੀਤ, ਸੁਲਝ ਦੇ ਮਸਲਿਆਂ ਤੇ ਗੱਲਬਾਤ ਹੋਏਗੀ। ਖਬਰਾਂ ਤੋਂ ਪਹਿਲੇ ਹਿੱਸੇ ਦੇ ਵਿੱਚ ਅਮਨ ਖਹਿਰਾ CWC ਤੋਂ ਆਉਣਗੇ। ਤੁਹਾਡੇ ਇਮੀਗ੍ਰੇਸ਼ਨ ਨਾਲ ਸੰਬੰਧਿਤ ਕੋਈ ਸਵਾਲ ਹੋਣ ਤਾਂ ਹੁਣੇ ਹੀ ਮੈਸੇਜ ਕਰ ਦਿਓ WhatsApp ਤੇ ਟੈਕਸਟ ਤੇ 6047291224। ਤੁਹਾਡੇ ਸਵਾਲਾਂ ਦੇ ਜਵਾਬ ਉਹਨਾਂ ਤੋਂ ਲਵਾਂਗੇ। ਤੇ ਫਿਰ 12 ਤੋਂ 2 ਵਜੇ ਤੱਕ ਪਹਿਲੇ ਹਿੱਸੇ 'ਚ ਤੋਂ 1 ਤੱਕ ਸ਼ਹਿਰ ਦੇ ਵਿੱਚ ਜਿਹੜੀ ਸਰਕਾਰ ਆ ਇੱਥੇ ਸ਼ਹਿਰ ਦੀ, ਉਹਦੇ ਵਿੱਚ ਵਾਰਡ ਸਿਸਟਮ ਦੀ ਗੱਲ ਚੱਲੀ ਹੈ। ਸਰੀ ਤੇ ਬਾਕੀ ਵੀ ਜਿੱਥੇ ਤੁਸੀਂ ਬੈਠੇ ਹੋ, ਵਾਰਡ ਸਿਸਟਮ ਕੀ ਹੋਣਾ ਜ਼ਰੂਰੀ ਹੈ। ਕੀ ਕੌਂਸਲਰ ਜਿਹੜੇ ਸਾਰੇ ਸ਼ਹਿਰ ਚੋਂ 8 ਜਣੋਂ ਸਾਰੇ ਸ਼ਹਿਰ ਨੂੰ ਰਿਪਰੈਜ਼ੈਂਟ ਕਰਦੇ ਆ। ਵਾਰਡ ਜਿਹੜਾ ਸਿਸਟਮ ਹੈ ਉਹ ਸਰੀ ਦੇ ਵਿੱਚ ਕਿਉਂ ਜ਼ਰੂਰੀ, ਇਸ ਤੇ ਗੱਲਬਾਤ ਹੋਈ। ਕਿਉਂਕਿ ਦੁਬਾਰਾ ਹੁਣ ਗੱਲਬਾਤ ਫਿਰ ਸ਼ਹਿਰ 'ਚ ਚੱਲ ਰਹੀ ਹੈ। ਡੱਗ ਐਲਫਰਡ ਜਿਹੜਾ ਆਪਣਾ ਕੌਂਸਲਰ ਹੈ, ਉਸਨੇ ਮੰਗ ਰੱਖੀ ਹੈ ਕਿ ਸਰੀ ਸ਼ਹਿਰ ਦੇ ਵਿੱਚ ਜਿਹੜੇ ਨੇ ਉਹ ਵਾਰਡ ਚਾਹੀਦੇ। ਇਹਦੇ ਤੇ ਲੋਕਾਂ ਦੀ ਹੁਣ ਗੱਲਬਾਤ ਸ਼ੁਰੂ ਹੋਣੀ ਹੈ ਸਿਟੀ ਹਾਲ ਦੇ ਵਿੱਚ, ਪਰ ਆਪਾਂ ਵੀ ਅੱਜ ਇਸ ਮੰਚ ਤੋਂ ਇਸ ਤੇ ਗੱਲਬਾਤ ਕਰਾਂਗੇ। ਆਖਰੀ ਹਿੱਸੇ 'ਚ 1 ਤੋਂ 2 ਵਜੇ ਤੱਕ ਸੈਣੀ ਵਾਲੇ ਕੇਸ ਨੂੰ ਜਿਹੜਾ ਵਿਚਾਰਾਂਗੇ ਕਿ ਸੈਣੀ ਦਾ ਸੁਪਰੀਮ ਕੋਰਟ ਵੱਲੋਂ ਉਹਦੀ ਗ੍ਰਿਫਤਾਰੀ ਤੇ ਰੋਕ 15 ਦਿਨ ਦਾ ਕੀ ਹੈ, ਕੀ ਉਹਦੇ ਵਿੱਚ ਹੋਰ ਹੋ ਸਕਦਾ। BJP ਤੇ ਅਕਾਲੀਆਂ ਦੀ ਮੈਨੂੰ ਲੱਗਦਾ ਸਾਂਝ ਪਿਆਲੀ ਟੁੱਟ ਗਈ ਹੈ, ਕਿਉਂਕਿ ਖੇਤੀ ਆਰਡੀਨੈਂਸ ਬਿੱਲ ਦੇ ਖਿਲਾਫ ਜੇ ਸ਼੍ਰੋਮਣੀ ਅਕਾਲੀ ਦਲ ਨਹੀਂ ਜਾਂਦਾ, ਪੰਜਾਬ 'ਚ ਹੋਂਦ ਖਤਮ ਹੈ। ਜੇ ਜਾਂਦਾ ਤਾਂ BJP ਨਾਲ ਯਾਰੀ ਟੁੱਟਦੀ ਹੈ। BJP ਵਾਲੇ ਬਹੁਤ ਚਿਰਾਂ ਦੇ ਕਹਿ ਰਹੇ ਨੇ ਉਹਨਾਂ ਨੇ ਅਲੱਗ ਚੋਣ ਲੜਨੀਆਂ ਔਰ ਇਹ ਕਲੀਅਰ ਹੈ ਗੱਲ। ਤੇ ਫਿਰ ਬਚਦਾ ਜੇ ਕੁਛ ਪੰਜਾਬ ਦੇ ਵਿੱਚ, ਕਿਉਂਕਿ ਕਿਸਾਨੀ ਦੀ ਵੋਟ ਸ਼੍ਰੋਮਣੀ ਅਕਾਲੀ ਦਲ ਨੂੰ ਪੈਂਦੀ ਰਹੀ ਹੈ। ਹੁਣ ਜਿਹੜੀ ਸ਼ੁਰੂਆਤ ਹੋਈ ਹੈ, ਸੁਖਬੀਰ ਸਿੰਘ ਬਾਦਲ ਉਹਨਾਂ ਨੇ ਇਸ ਦੇ ਬਾਰੇ ਬੋਲਣਾ ਸ਼ੁਰੂ ਕੀਤਾ। ਪੰਜਾਬ ਸਾਰਾ ਸੜਕਾਂ ਤੇ ਬੈਠਾ ਖੇਤੀ ਆਰਡੀਨੈਂਸ ਬਿੱਲ ਦੇ ਖਿਲਾਫ। ਔਰ ਇਹਨੂੰ ਦੇਖਿਓ ਤੁਸੀਂ ਇੱਕ ਟੂਬ ਵੱਲ ਨੂੰ ਜਾਣਾ। ਇਹਦੇ ਵਿੱਚੋਂ BJP ਨੇ ਫਿਰ ਹੁਣ ਆਪਣੀ ਲੀਡਰਸ਼ਿਪ ਕਾਇਮ ਕਰਨੀ ਹੈ। ਲੀਡਰਸ਼ਿਪ ਲਈ ਸਿੱਖ ਚਿਹਰਾ ਕਿਹੜਾ ਹੋਏਗਾ, ਇਸ ਦਾ ਹਲੇ ਮੁਲਾਂਕਣ ਬਹੁਤ ਜ਼ਰੂਰੀ ਹੈ ਕਿ ਕੌਣ ਹੋ ਸਕਦਾ। ਤੋ ਇਸ ਤੇ ਗੱਲਬਾਤ ਹੋਏਗੀ। 1844 247 1550 184424715550 ਔਨ 에ਅਰ ਨੰਬਰ ਹੈ। krpradio.com ਤੇ ਸਿੱਧਾ ਪ੍ਰਸਾਰਣ ਚੱਲ ਰਿਹਾ। krpradio.com ਤੇ ਸਿੱਧਾ ਪ੍ਰਸਾਰਣ ਪ੍ਰੋਗਰਾਮ ਰਹਿ ਜੇ ਤਾਂ YouTube ਤੇ ਪਾਇਆ ਹੁੰਦਾ ਲੋਕ ਸੱਤ ਦੇ ਥੱਲੇ। ਪਵਨ ਜਵੰਦੇ ਦਾ ਧੰਨਵਾਦ। ਤੇ ਨਿਮੀਡੋਲੋਜੀ ਦਾ ਨੰਬਰ 604 440 6462 ਇਹੀ ਦਫ਼ਤਰ ਦਾ ਨੰਬਰ ਹੈ। 6044406462 ਨਿਮੀਡੋਲੋਜੀ ਦਾ ਨੰਬਰ ਹੈ। 604 729 1224 ਆਪਣਾ ਨੰਬਰ, ਜਿਹਦੇ ਤੇ WhatsApp ਟੈਕਸਟ ਤੁਹਾਡਾ ਆਉਂਦਾ 604 729 1224 604 729 1224। ਕਈ ਵਾਰ ਨਾ ਪੰਜਾਬ ਤੋਂ ਆਏ ਬੰਦੇ ਨੂੰ ਪੰਜਾਬੀ 'ਚ ਜਾਂ ਨੰਬਰ ਆਪਾਂ ਦੱਸਦੇ ਹਾਂ, ਉਹ ਕਹਿੰਦੇ ਨਹੀਂ ਜੇ ਤੁਸੀਂ ਕਹੀ ਜਾਵੋ 604, ਉਹ ਕਹੂਗਾ 604 729 729। ਮੈਂ ਕਿਹਾ ਕਮਾਲ ਕਰਤੀ ਯਾਰ, ਮੈਂ ਪੰਜਾਬੀ ਬੋਲਦਾ, ਤੂੰ ਅੰਗਰੇਜ਼ੀ ਬੋਲਦਾ ਹੈ ਤੇ ਲਿਖਦਾ ਕਾਹਦੇ 'ਚ ਹੈ। ਕਹਿੰਦਾ ਉਵੇਂ ਜਿਵੇਂ ਤੂੰ ਬੋਲਦਾ 604। ਮੈਂ ਕਿਹਾ ਫਿਰ ਅੰਗਰੇਜ਼ੀ ਕਾਹਨੂੰ ਉਡਾਉਣੀ ਹੈ ਵਿੱਚ, ਕਾਹਦੇ ਲਈ ਉਡਾਉਣਾ ਹੈ, ਮਹਿਸੂਸ ਕਰਾਉਣਾ ਵੀ ਵੱਧ ਪੜ੍ਹਿਆ ਲਿਖਿਆ। ਚੱਲ ਕਹਿੰਦਾ ਸਿੱਧਾ ਬੋਲ। ਫਿਰ ਮੈਂ 604 729 729। ਮੈਂ ਸੂਤ ਹੋ ਥੀਹਾ ਨਾ ਛੱਡੋ। ਠੀਹੇ ਤੋਂ ਖੁੱਲਿਆ ਡੰਗਰ ਵੀ ਬੰਦੇ ਤਾਂ ਆਪਾਂ ਬਹੁਤ ਦੂਰ ਦੀ ਗੱਲ ਹੈ। ਡੰਗਰ ਮੁੜ ਕੇ ਠੀਹੇ ਤੇ ਨਹੀਂ ਆਉਂਦਾ, ਆਪਾਂ ਠੀਹੇ ਤੇ ਰਹਿਣਾ, ਕਿੱਲੀ ਦੇ ਨਾਲ ਲੱਗ ਕੇ ਰਹਿਣਾ ਹੈ ਜੇ ਪੀਣੋਂ ਆਪਣੇ ਆਪ ਨੂੰ ਬਚਾਉਣਾ। ਸੋ ਉਹ ਹੈ ਆਪਣਾ ਸੱਭਿਆਚਾਰ, ਆਪਣੀ ਬੋਲੀ, ਆਪਣਾ ਧਰਮ ਜਿਹੜਾ ਸਭ ਨੂੰ ਪਿਆਰਾ ਤੇ ਸਾਨੂੰ ਵੀ ਪਿਆਰਾ। krpradio.com ਤੇ 604 729 1224। ਜੇ ਧਰਮ ਸਿੱਖ ਆਪਣੇ ਦੀ ਗੱਲ ਕਰ ਲਵੇ ਨਾ, ਉਹ ਕਹਿੰਦਾ ਏਕਤਾ ਟੁੱਟਦੀ ਲੱਗਦੀ ਆ ਮੈਨੂੰ। ਐਡੀ ਸੰਗ, ਐਡੀ ਸ਼ਰਮ, ਐਡੀ ਗੁਲਾਮੀ ਵੀ ਆਪਣੇ ਧਰਮ ਨੂੰ ਕਹਿੰਦੇ ਆ ਏਕਤਾ ਟੁੱਟਦੀ। ਹੈਰਾਨੀ ਹੋ ਗਈ ਬਈ। harjeet.g@krpradio.com ਤੇ ਤੁਸੀਂ ਈਮੇਲ ਕਰ ਸਕਦੇ ਹੋ। ਹਰਜੀਤ ਸਿੰਘ ਗਿੱਲ ਫੈਨ ਪੇਜ, ਇੱਥੇ ਤੁਸੀਂ ਹੁਣ ਨਾਲ ਨਾ ਰਹਿਣਾ, ਸਾਰੀਆਂ ਪੋਸਟਾਂ ਵੀ ਇੱਥੇ ਪਾਈ ਦੀਆਂ।
ਹਰਜੀਤ ਸਿੰਘ ਗਿੱਲ ਫੈਨ ਪੇਜ ਇਹਨੂੰ ਲਾਈਕ ਕਰ ਲਿਓ ਤੇ ਫੋਲੋ ਕਰ ਲਿਓ ਤੇ ਨਾਲ ਰਹਿ ਲਿਓ। ਸ਼ਬਦਾਂ ਦੇ ਭਾਰ ਭਾਰੇ ਗੱਡਿਆਂ ਤੋਂ ਹੋ ਗਏ, ਉਂਝ ਵੀ ਸਿਆਣੇ ਅਸੀਂ ਵੱਡਿਆਂ ਤੋਂ ਹੋ ਗਏ। ਸ਼ਬਦਾਂ ਦੇ ਭਾਰ ਭਾਰੇ ਗੱਡਿਆਂ ਤੋਂ ਹੋ ਗਏ, ਉਂਝ ਵੀ ਸਿਆਣੇ ਅਸੀਂ ਵੱਡਿਆਂ ਤੋਂ ਹੋ ਗਏ। ਲੇਖ ਦਾ ਮਿਆਰ ਔਖੇ ਲਫ਼ਜ਼ਾਂ ਨਾਲ ਤੋਲ ਕੇ, ਫੋਕੇ ਜਿਹੇ ਤਰਕਾਂ ਨੂੰ ਪੜ੍ਹ ਬੋਲ ਕੇ। ਲਿਖੀਆਂ ਕਿਤਾਬਾਂ ਬਣ ਗਏ ਲਿਖਾਰੀ ਜੀ, ਵਿਦੇਸ਼ੀ ਭਾਸ਼ਾ ਵਿੱਚੋਂ ਕਰ ਲਈ ਤਿਆਰੀ ਜੀ। ਸੰਘਰਸ਼ਮਈ ਜੀਵਨਾਂ ਦੀ ਅਲੰਕਾਰਤਾ, ਅੱਖਰ ਕੀ ਲਿਖੇ ਪਾਠ ਕੀ ਇਮਾਰਤਾਂ। ਦਵੰਦਵਾਦ ਪ੍ਰੋੜਤਾ ਨਾ ਘੇਰਾਬੰਦੀਆਂ, ਕਰਤਾ ਸਿਧਾਂਤਕ ਵਿਊਤਬੰਦੀਆਂ। ਭੌਤਿਕਤਾ ਪੱਧਰਤਾ ਸਰਮਾਏਦਾਰੀਆਂ, ਅੰਡੰਬਣਾ ਵਿਵੰਡਣਾ 'ਚ ਜ਼ਿੰਮੇਦਾਰੀ। ਯਥਾਰਥ ਦੇ ਨਾਲ ਪੱਕਾ ਬਾਦ ਲਾਈਦਾ, ਪਰੰਪਰਾਗਤ ਗਤੀਵਿਧੀ ਨਾਲ ਮਾਪ ਲਾਈਦਾ। ਹੁੰਦੀ ਪੜਚੋਲ ਸਾਮਰਾਜਵਾਦ ਦੀ, ਕੂਟਨੀਤਿਕ ਪ੍ਰਸਥਿਤੀਆਂ ਦੇ ਹਾਨੀ ਲਾਭ ਦੀ। ਅਵਸਥਾਵਾਂ ਆਰਥਿਕਤਾ 'ਚ ਬੰਨੀਆਂ ਸਾਥੀ, ਅਵਸਥਾਵਾਂ ਆਰਥਿਕ ਬੰਨੀਆਂ, ਪ੍ਰਤੀਬਿੰਬਕ ਪਦਾਰਥਵਾਦ ਨਾਲ ਬੰਨੀਆਂ। ਲੋਕਤੰਤਰਿਕਤਾ ਮਜ਼ਬੂਤ ਢਾਂਚੇ ਨੇ, ਬੁਰਜੂਆ ਤਾਕਤਾਂ ਨੇ ਬੁਨਿਆਦੀ ਸਾਂਚੇ ਨੇ। ਵਿਨਾਸ਼ਕਤਾ ਦੇ ਅਨੁਕੂਲ ਸਮਾਜ ਢਲਦਾ, ਗਤੀਵਿਧਿਕ ਢਾਂਚਿਆਂ ਦੇ ਨਾਲ ਚੱਲਦਾ। ਵਿਚਾਰਧਾਰਕ ਇਨਕਲਾਬ ਲਿਆਵੇ ਨੇਰੀਆਂ, ਲੰਗਰਾਂ ਦੀ ਥਾਵੇਂ ਖੋਲੋ ਲਾਇਬ੍ਰੇਰੀਆਂ। ਰੱਬ ਨਾ ਸਵਾਲ ਹੁਣ ਸਿੱਧੇ ਕਰਦਾ, ਜੱਗ ਉੱਤੇ ਚੱਕੇ ਅਰਜਾਏਦਾਰੀਆਂ। ਦਾ ਇਹ ਰੂਸੀ ਸਾਹਿਤ ਨੂੰ ਮੁੰਡਾ ਫਿਰੇ ਲਿਖਦਾ ਪ੍ਰੋਲੋਤਾਰੀਆਂ। ਚਿੰਬੜਾ ਜਦੋਂ ਦਾ ਇਹ ਰੂਸੀ ਸਾਹਿਤ ਨੂੰ ਮੁੰਡਾ ਲਿਖਦਾ ਪ੍ਰੋਲੋਤਾਰੀਆਂ। ਸਾਥੀ ਅਮਰ ਰਹੇ। ਸੁਰਿੰਦਰ ਸਿੰਘ ਦਾਊ ਮਾਜਰਾ ਲਿਖਦਾ ਹੈ। 25 ਮਿੰਟ ਹੋਇਆ ਜੀ। ਸਾਰਿਆਂ ਦਾ ਧੰਨਵਾਦ ਜਿੱਥੇ ਵੀ ਬੈਠੇ ਹੋ ਪ੍ਰੋਗਰਾਮ ਦੇ ਵਿੱਚ। ਤੇ ਖਬਰਾਂ ਜਿਹੜੀਆਂ ਕੁਝ ਵੱਡੀਆਂ ਨਹੀਂ ਪਰ ਵੱਡੀਆਂ ਵੀ ਨੇ, ਜਿਹਦੇ ਵਿੱਚ ਜ਼ਿਆਦਾਤਰ ਗੱਲ ਜੰਗਲੀ ਅੱਗ ਦੀ ਹੋਈ ਚੱਲ ਰਹੀ ਹੈ ਕਿ ਅਮਰੀਕਾ ਦੇ ਵਿੱਚੋਂ ਜਿਹੜਾ ਇਹ ਜੰਗਲੀ ਅੱਗ ਦਾ ਧੂੰਆਂ, ਇਸ ਦੇ ਨਾਲ ਹੀ ਚੀਕੋ ਦੇ ਕੋਲ ਹੁਣ ਕੈਲੀਫੋਰਨੀਆ ਦੇ ਵਿੱਚ ਬਹੁਤ ਵੱਡੀ ਅੱਗ ਲੱਗੀ ਹੈ। ਚੀਕੋ ਯੂਬਾ ਸਿਟੀ ਦਾ ਏਰੀਆ ਹੈ ਜਿਹੜਾ ਸਾਰਾ ਹੀ। ਸੋ ਓਰੇਗਨ, ਕੈਲੀਫੋਰਨੀਆ, ਵਾਸ਼ਿੰਗਟਨ ਸਟੇਟ ਦੇ ਵਿੱਚ 18,000 ਸਕੁਅਰ ਕਿਲੋਮੀਟਰ ਦੇ ਵਿੱਚ ਦਰਜਨਾਂ ਹੀ ਇਹ ਅੱਗਾਂ ਲੱਗੀਆਂ ਹੋਈਆਂ ਨੇ। ਤੇ ਬਹੁਤ ਵੱਡਾ ਜਿਹੜਾ ਇਹ ਇੱਕ ਇਸ਼ੂ ਹੈ। ਇਸ ਦੇ ਨਾਲ ਹੀ ਇਹ ਤਾਂ ਗੱਲ ਚੱਲ ਪਈ, ਪਰ ਬਾਰਡਰ ਦੀ ਵੀ ਗੱਲ ਚੱਲ ਰਹੀ ਹੈ। ਬਾਰਡਰ ਬੰਦ ਕਰਨ ਦੇ ਲਈ ਇੱਕ ਸਰਵੇਖਣ ਕਰਵਾਇਆ 1000 ਦੇ ਕਰੀਬ ਕੈਨੇਡੀਅਨਸ ਤੋਂ, ਤੇ ਉਸ 1000 ਦੇ ਵਿੱਚੋਂ ਲੋਕਾਂ ਨੇ 90% ਦੇ ਕਰੀਬ ਕੈਨੇਡੀਅਨਸ ਨੇ ਇਹ ਕਿਹਾ ਕਿ ਬਾਰਡਰ ਨਹੀਂ ਖੁੱਲ੍ਹਣਾ ਚਾਹੀਦਾ। ਬਾਰਡਰ ਟਾਊਨ ਜਿਨ੍ਹਾਂ ਦਾ ਸਾਰਨੀਆ, ਨਿਆਗਰਾ ਜਿੱਥੇ $1 ਅਰਬ ਦੀ ਟੂਰਿਜ਼ਮ ਇੰਡਸਟਰੀ ਆ, ਵੈਨਕੂਵਰ ਦਾ ਏਰੀਆ ਜਿੱਥੇ ਮਤਲਬ ਵੀਕਐਂਡ ਤੇ ਜੇ ਤੁਸੀਂ ਦੇਖੋ ਆਪਣੇ ਵਿਸਲਰ ਦੇ ਵਿੱਚ, ਸਕੋਮਿਸ਼ ਦੇ ਵਿੱਚ, ਆਪਣੇ ਸਨਸ਼ਾਈਨ ਕੋਸਟ ਦੇ ਵਿੱਚ, ਵਾਸ਼ਿੰਗਟਨ, ਓਰੇਗਨ ਤੱਕ ਦੀਆਂ ਗੱਡੀਆਂ ਜਿਹੜੀਆਂ ਬਹੁਤ ਤੁਹਾਨੂੰ ਵੇਖਣ ਨੂੰ ਮਿਲਣਗੀਆਂ। ਪਰ ਹੁਣ ਇੰਨਾ ਡਰ ਮਨ ਦੇ ਵਿੱਚ ਆਇਆ ਹੋਇਆ ਕਿ ਯਾਰ ਦੇਖਿਓ ਕਿਤੇ ਖੋਲ ਦੀਏ ਬਾਰਡਰ। ਇੱਧਰ ਵਾਲੇ ਵੀ ਔਖੇ ਨੇ, ਇੱਧਰ ਵੀ ਜਿਹੜਾ ਸੌਖੇ ਆ, ਇੱਧਰ ਵੀ ਬਹੁਤ ਔਖੇ ਆ। ਇਹ ਔਖ ਆ ਜਿਹੜੀ ਕਿੰਨਾ ਚਿਰ ਰਹਿੰਦੀ ਆ। ਆਹ ਸਾਲ ਦੇ ਵਿੱਚ ਬਾਰਡਰ ਖੁੱਲ ਜੂ, ਲੱਗਦਾ ਨਹੀਂ, ਮਹੀਨੇ 3 ਰਹਿ ਗਏ। ਹੁਣ ਸਤੰਬਰ ਦੇ 20 ਤਰੀਕ ਤੱਕ ਦੁਬਾਰਾ ਇਹਨਾਂ ਨੇ ਫੇਰ ਇੱਕ ਵਾਰ ਬੰਦ ਕਰ ਦੇਣਾ, ਕਿਉਂਕਿ ਉੱਧਰ ਹਾਲੇ ਗਿਣਤੀ COVID-19 ਦੀ ਉਨੀ ਵੱਧ ਰਹੀ ਹੈ। ਬਾਕੀ ਸ਼ੁਰੂਆਤ ਦਾ ਔਖਾ ਹੁੰਦਾ, ਜਦ ਇੱਕ ਵਾਰ ਲੀਹ ਪੈ ਜਾਵੇ ਫੇਰ ਕੋਈ ਇਸ਼ੂ ਨਹੀਂ। ਤੇ ਉਧਰੋਂ ਸਰਕਾਰ ਦੇ ਤੌਰ ਤੇ ਜਿਹੜੀ ਕੈਨੇਡੀਅਨ ਐਲੂਮੀਨੀਅਮ ਤੇ ਟੈਰਿਫ ਲਾਇਆ ਸੀ, ਹੁਣ ਇੱਧਰੋਂ ਅੱਜ ਸਵੇਰ ਦੀ ਗੱਲ ਚੱਲ ਰਹੀ ਸੀ ਕਿ ਅਸੀਂ ਵੀ ਹੁਣ ਇਸ ਦੇ ਵਿਰੁੱਧ
जाना तो अमरीका ने उस समय एक टैरिफ जिहड़ा उसनू ड्यूटीज जिहड़ियां ने घटाउण दी गल कर दी। ये जिहड़ी अज सवेर की खबर सी 6:30 बजे की कि प्रधानमंत्री ट्रूडो तैयारी कर रहे कि असी भी हुण अमरीकन चीज़ां ते ड्यूटियां लाउणियां ने। उन्होंने उस समय एलूमीनियम ते लाई हुई जिहड़ी ड्यूटी है वो घटाउण दी जिहड़ी गल उस समय कर दी। हुण ये दोने देश कारण ये हो गया कि बाकी तो सारा चल रहा बिजनेस का, सिर्फ टूरिज्म इंडस्ट्री नूं ते बाकी शॉपिंग वीकेंड ते किन्नी आदत सी, क्योंकि जद दा ये देश बने ने जद दा ही बॉर्डर खुले ते लोग आउंदे जांदे रहिंदे ने। बॉर्डर भी काहदे ने, लब्बे एक डिच है, दूजे बन्ने अमरीका, एक बन्ने कनेडा। हालांकि वो कैमरिਆਂ ਦੇ ਨਾਲ ਤਾਂ ਉਹਨੂੰ ਵੇਖਦੇ ਆ, पर उस तरह नहीं है भी इत्थों बॉर्डर तो हज़ारां ही बंदे जिहड़े टप जाते जिवें मैक्सीको वाले पासे आउंदे आ। हुंदी तां है गल इत्थे पहलां बहुत आराम सी। सितंबर 11 तो बहुत लोग ने जिहड़े अमरीका बल्ल टपाए ने, इत्थों गड्डियां 'च बहिंदे उस तरह टप्पे आउंदे टप जांदे, कोई पुछदा ना, खेतां 'चों लोग टप जांदे। सितंबर 11 तो बाद उन्होंने कंट्रोल किया ते हुण बॉर्डर खोलण लई कनेडियन लोग कहंदे भी ना 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 ये ना खोलिओ, ये तां बहुत पंगा, वड्डा पंगा है। इन्ना डर है मन दे विच। कोविड-19 ने साडी जिंदगी जिहड़ी है वो मतलब जे तुसीं कहनो हिला के रख दित्ती। हाले तां साल दे वेखिओ तुसीं होर जिहड़ा इंपैक्ट जिहड़ा भारत दे विच जाके हर साल करोड़ां ही रुपया पंजाब दीयां दुकानां ते NRI खर्चदे सी, वो ऐतकी किसी ने नहीं जाना, किसी ने जाना। पहलां ही वो मुद्दे मूँह बिजनेस होया पिया पंजाब दे विच। पंजाब दे नाल एयरपोर्ट, दिल्ली दे मूरथल दे ढाबे, दिल्ली पुलिस ते हरियाणे दे घोड़ूआं वाली पुलिस जिन्हां ने फड़ के जिहड़े लोकां दे नाल धक्का जिहड़ा करदे सी, उन्हां दीयां भी जेबां ठंडियां होणीਆਂ ने। तो ये जिहड़ा इस बार पंजाब हुणे औखा काम है, हुणे जिहड़ा आर्डीनेंस की गल आपां आखिरी घंटे च करांगे। पंजाब दे जे लोक कनेडियन ट्रकर्स भी जिहड़े ने भी औखे है, कनेडियन ट्रकिंग कंपनियां भी औखियां ने, ये सौखा नहीं है। तो ये समा जिहड़ा औखा जिहड़ा चल रहा है ते बॉर्डर खुलण दा नाम नहीं लै रहे। बॉर्डर खुलना भी नहीं नवंबर तक, क्योंकि उधर राजनीति चलनी है, सरपंच चुनां ते बाइडन ने पूरी करनी है। हुण तां सारा कुछ राजनीति वाले पासे नहीं होना जिहड़ा भी कुछ हो। सो कनेडियन ट्रकर ने जिहड़े अमरीका वाले पासे नूं जांदे आ, जिहड़े वो तां मेरे ख्याल खुश होकर जांदे आ, उन्हां तां कोई तंगी नहीं है, वो तां जांदे आ। पर ये आम 1000 बंदियां ते जिन्हां दे नाल उन्होंने गलबात की थी, उहदे चों 90% ईवन सारनिया ते दे अपने सॉरी अपने नियागरा दे मेयर ने भी इंटरव्यू अज दित्ती है CBC नूं कि जिहड़ी है ये ठीक नहीं है, असीं इहनूं खोलना नहीं चाहुंदे। हुण मेरे नाल अमन खैरा ने तुहाडे सवालों के जवाब दिंदे हुंदे आ ओह, ते अज फिर तुहाडे सवालों के भी जवाब ने, कुछ मेरे सवाल भी ने। तुसीं मैनूं मैसेज भी कर सकते हो अपने सवाल जिहड़े उन्हें पुछना ने। अमन खैरा जी स्वागत, सत श्री अकाल। सत श्री अकाल भाई जी, और तुहाडे सारे लिसनर्स नूं मेरे वालों प्यार भरी सत श्री अकाल, नमस्कार ते आदाब जी। अच्छा जी, सौखा मैनूं दस्सिओ भी आ हुण समय च दुनिया भज्जणी चाहुंदी आ, दुनिया आउणा चाहुंदी आ, अपने रिश्तेदार कहंदे ने सानूं पंजाब चों कढ लो, इत्थे तां मंदा हाल होण लग्गिआ। कोविड तो बिना आर्डीनेंस ते जे ते बहुत जमीनां साडीआं विक जाणीਆਂ ने। बड़ा दिल लोगों का टुट गया, कदे इहो जिहा समा पंजाब च नहीं आया सी जिहड़ा हुण जा रहा। सूबा जिहड़ा PNP दे चक्कर च किहड़ा सूबा जिहड़ा सौखा जिथे इमीग्रेशन हो सके? जी बिल्कुल भाई जी, ये सवाल बहुत कॉमन सवाल है और बहुत इंपॉर्टेंट सवाल है। काफ़ी व्यक्ति ने जिहड़े BC दे विच आपां जे आपां ब्रिटिश कोलंबिया की गल करिए, क्योंकि साडे इत्थे 2 दफ्तर ने, काफ़ी व्यक्ति ब्रिटिश कोलंबिया दे विच आए हुए ने, या वो विजिटर आए सी या वो
ਇੰਡੀਆ ਦੇ ਵਿੱਚੋਂ ਵਰਕ ਪਰਮਿਟ ਲੈ ਕੇ ਆਏ ਸੀ। ਤੇ ਉਹ ਜਦੋਂ ਵਰਕ ਪਰਮਿਟ ਅਪਲਾਈ ਕਰਦੇ ਨੇ ਜਾਂ ਪਰਮਿਟ ਹਾਸਲ ਕਰਦੇ ਨੇ, ਇਮੀਗ੍ਰੇਸ਼ਨ ਦਾ ਉਹਨਾਂ ਨੂੰ ਪੈਥਵੇ ਕਲੀਅਰ ਨਹੀਂ ਹੁੰਦਾ। ਉਹਨਾਂ ਨੂੰ ਇਹ ਨਹੀਂ ਪਤਾ ਹੁੰਦਾ ਵੀ ਕਿਉਂਕਿ ਹਰੇਕ ਬੰਦਾ ਇਹ ਸੋਚਦਾ ਵੀ ਚਲੋ ਮੈਂ ਇੱਕ ਵਾਰ ਇਹ ਪੜਾਅ ਪੂਰਾ ਕਰ ਲਾ, ਉਹ ਤੋਂ ਬਾਅਦ ਨੈਕਸਟ ਪੜਾਅ ਤਾਂ ਉਹ ਤੋਂ ਬਾਅਦ ਸੋਚੂਗਾ। ਇੰਡੀਆ 'ਚ ਖਾਸ ਕਰਕੇ ਬੰਦਾ ਇਹ ਸੋਚਦਾ ਵੀ ਇੱਕ ਵਾਰ ਮੈਂ ਕੈਨੇਡਾ ਪਹੁੰਚ ਜਾ ਤਾਂ ਮੈਂ ਇੱਥੇ ਪੱਕਾ ਹੋ ਹੀ ਜਾਊਂਗਾ। ਪਰ ਇਹ ਜਿਹੜੀ ਇਹ ਥਾਟ ਹੈ, ਬਿਲਕੁਲ ਗਲਤ ਥਾਟ ਹੈ। ਜੇ ਤੁਸੀਂ ਕੈਨੇਡਾ ਦੇ ਵਿੱਚ ਪੱਕੀ ਇਮੀਗ੍ਰੇਸ਼ਨ ਹਾਸਲ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸਭ ਤੋਂ ਪਹਿਲਾ ਸਵਾਲ ਹੋਣਾ ਚਾਹੀਦਾ ਵੀ ਮੈਂ ਕੈਨੇਡਾ 'ਚ ਕੀ ਪਰਮਾਨੈਂਟ ਹੋ ਸਕਦਾ ਕਿ ਨਹੀਂ ਹੋ ਸਕਦਾ, ਔਰ ਕਿਹੜੇ ਪ੍ਰੋਗਰਾਮ ਤਹਿਤ ਮੈਂ ਪਰਮਾਨੈਂਟ ਇਮੀਗ੍ਰੇਸ਼ਨ ਹਾਸਲ ਕਰ ਸਕਦਾ। ਨਾ ਜਿਹੜਾ ਤੁਹਾਡਾ ਸਵਾਲ ਹੈ ਵੀ ਕਿਹੜੇ ਪ੍ਰੋਵਿੰਸ ਦੇ ਵਿੱਚ ਸਭ ਤੋਂ ਸੌਖੀ ਇਮੀਗ੍ਰੇਸ਼ਨ ਹੈ, ਪ੍ਰੋਵਿੰਸ ਜਿਹੜੇ ਨੇ ਬਾਈ ਜੀ, ਜਿਵੇਂ ਹਰ ਪ੍ਰੋਵਿੰਸ ਨੇ ਆਪਣੇ ਪ੍ਰੋਗਰਾਮ ਨੂੰ ਡਿਜ਼ਾਈਨ ਕੀਤਾ ਹੋਇਆ। ਜਿਹੜੇ ਪ੍ਰੋਵਿੰਸਿਸ ਦੇ ਵਿੱਚ ਪਾਪੂਲੇਸ਼ਨ ਘੱਟ ਹੈ ਜਾਂ ਨੈਗੇਟਿਵ ਜਿਹੜਾ ਬਰਥ ਰੇਟ ਹੈ, ਉਹਨਾਂ ਪ੍ਰੋਵਿੰਸਿਸ ਦੇ ਵਿੱਚ ਜਿਹੜੀ ਈਜ਼ ਹੈ ਉਹ ਜ਼ਿਆਦਾ, ਜਿਵੇਂ ਉਹਨਾਂ ਨੂੰ ਸੌਖਾ ਕੀਤਾ ਹੋਇਆ ਇਮੀਗ੍ਰੇਸ਼ਨ ਹਾਸਲ ਕਰਨਾ। ਜਿਹੜੇ ਪ੍ਰੋਵਿੰਸਿਸ ਵਿੱਚ ਜਿਹੜੀ ਜ਼ਿਆਦਾ ਪਾਪੂਲੇਸ਼ਨ ਆਉਂਦੀ ਹੈ, ਚਾਹੇ ਉਹ ਵਿਜ਼ਿਟਰ ਆਉਂਦੀ ਹੈ, ਚਾਹੇ ਉਹ ਪਰਮਾਨੈਂਟ ਤੌਰ ਤੇ ਲੈਂਡ ਕਰਦੀ ਹੈ, ਤਾਂ ਫਿਰ ਉਹਨਾਂ ਪ੍ਰੋਵਿੰਸਿਸ ਦੇ ਵਿੱਚ ਬਿਲਕੁਲ ਕੰਪੀਟੀਸ਼ਨ ਬਹੁਤ ਹਾਈ ਹੁੰਦਾ ਔਰ ਉਹਨਾਂ ਪ੍ਰੋਵਿੰਸਿਸ ਦੇ ਕੋਲ ਲਿਮਿਟ ਹੁੰਦੀ ਹੈ ਵੀ ਉਹ ਕਿੰਨੇ ਬੰਦਿਆਂ ਨੂੰ ਨੋਮੀਨੇਸ਼ਨ ਦੇ ਸਕਦੇ ਨੇ। ਜਿਵੇਂ ਬ੍ਰਿਟਿਸ਼ ਕੋਲੰਬੀਆ ਸੂਬਾ ਹੈਗਾ, ਪਿਛਲੇ ਸਾਲ ਤੱਕ ਇਹਨਾਂ ਦੇ ਕੋਲ 5800 ਨੋਮੀਨੇਸ਼ਨ ਦਾ ਹੀ ਕੋਟਾ ਸੀ, ਜਿਹਦੇ ਵਿੱਚ ਉਹ ਸਕਿਲਡ ਵਰਕਰ ਹੋ ਗਏ, ਇੰਟਰਨੈਸ਼ਨਲ ਗ੍ਰੈਜੂਏਟ ਹੋ ਗਏ, ਐਕਸਪ੍ਰੈਸ ਐਂਟਰੀ ਦੇ ਜਿਹੜੇ ਐਪਲੀਕੈਂਟਸ ਨੇ ਉਹ ਹੋ ਗਏ, ਜਾਂ ਜਿਹੜੇ ਲੋ ਸਕਿੱਲ ਦੇ ਵਿੱਚ ਕੰਮ ਕਰਦੇ ਨੇ ਉਹ ਕੁਝ ਸਿਲੈਕਟਿਵ ਆਕੂਪੇਸ਼ਨਸ ਦੇ ਵਿੱਚ ਉਹ ਵਿਅਕਤੀ ਹੋ ਗਏ। ਨਾ ਇਹਨਾਂ ਜਿਹੜੀਆਂ ਐਪਲੀਕੇਸ਼ਨ ਦੇ ਵਿੱਚ ਜਦੋਂ ਤੁਸੀਂ BC ਦੇ ਵਿੱਚ ਖਾਸ ਕਰਕੇ ਆਪਣੀ ਐਪਲੀਕੇਸ਼ਨ ਦਾਇਰ ਕਰਨੀ ਹੈ, ਕਿਉਂਕਿ ਕੰਪੀਟੀਸ਼ਨ ਜ਼ਿਆਦਾ ਹੈ, ਨੰਬਰ ਆਫ ਐਪਲੀਕੇਸ਼ਨ ਜ਼ਿਆਦਾ ਨੇ ਔਰ ਨੰਬਰ ਆਫ ਜਿਹੜੀਆਂ ਨੋਮੀਨੇਸ਼ਨ ਸਰਕਾਰ ਦੇ ਸਕਦੀ ਹੈ, ਅਪਰੂਵਲ ਦੇ ਸਕਦੀ ਹੈ ਬ੍ਰਿਟਿਸ਼ ਕੋਲੰਬੀਆ ਦੀ, ਉਹ ਲਿਮਿਟਿਡ ਨੇ। ਸੋ ਇਸੇ ਕਰਕੇ ਉਹਨਾਂ ਨੇ ਪੂਲ ਕ੍ਰੀਏਟ ਕੀਤਾ ਹੋਇਆ ਤੇ ਪੂਲ ਦੇ ਨਾਲ ਇੱਕ ਕੰਪੀਟੀਸ਼ਨ ਕ੍ਰੀਏਟ ਹੋ ਜਾਂਦਾ। ਇਟ ਮੀਨਸ ਜੇ ਕੋਈ ਫਰਜ਼ ਕੀਤਾ ਵਿਅਕਤੀ ਕੈਨੇਡਾ ਦੇ ਵਿੱਚ ਦਾਖਲ ਹੋਇਆ, ਜਿਹਦੇ BC ਦੇ ਵਿੱਚ ਖਾਸ ਕਰਕੇ ਉਹ ਆ ਕੇ ਕੰਮ ਕਰਦਾ, ਚਾਹੇ ਉਹ ਹਾਈ ਸਕਿੱਲ ਦੇ ਵਿੱਚ ਆ ਕੇ ਕੰਮ ਕਰਦਾ, ਤਾਂ ਉਹਨਾਂ ਨੂੰ ਅਪਾਰਟ ਫਰੋਮ ਵੀ ਉਹਨਾਂ ਦਾ ਪੁਰਾਣਾ ਐਕਸਪੀਰੀਅੰਸ, ਉਹਨਾਂ ਦੀ ਇੰਗਲਿਸ਼ ਦੀ ਪ੍ਰੋਫੀਸ਼ੀਐਂਸੀ, ਇਸ ਤੋਂ ਇਲਾਵਾ ਉਹਨਾਂ ਕੋਲ ਜੌਬ ਆਫਰ ਹੋਣੀ ਤਾਂ ਇੱਕ ਲਾਜ਼ਮੀ ਕੰਪੋਨੈਂਟ ਹੈ। ਬਟ ਜੇ ਉਹਨਾਂ ਨੇ ਇਮੀਗ੍ਰੇਸ਼ਨ ਹਾਸਲ ਕਰਨੀ ਹੈ ਤਾਂ ਉਹਨਾਂ ਨੂੰ ਸਫੀਸ਼ੀਐਂਟ ਪੁਆਇੰਟ ਵੀ ਹੋਣੇ ਚਾਹੀਦੇ ਨੇ ਜਿਹੜੇ ਉਹ ਡਰਾਅ ਦੇ ਵਿੱਚ ਪੂਰਾ ਕਰ ਸਕਣ ਔਰ ਕੈਨੇਡਾ ਦੇ ਵਿੱਚ ਉਹ ਆਪਣਾ ਜਿਹੜਾ BCPNP ਦੀ ਅਪਰੂਵਲ ਹੈ ਉਹ ਹਾਸਲ ਕਰ ਸਕਣ। ਨਾ ਕਈ ਇਹੋ ਜਿਹੀਆਂ ਆਕੂਪੇਸ਼ਨ ਨੇ ਜਿਹੜੇ BC ਦੇ ਵਿੱਚ ਪਰਮਾਨੈਂਟ ਰੈਜ਼ੀਡੈਂਸੀ ਹਾਸਲ ਹੀ ਨਹੀਂ ਕਰ ਸਕਦੀਆਂ। ਸੋ ਬਾਕੀ ਸੂਬਿਆਂ ਦੇ ਵਿੱਚ ਉਹ ਪਰਮਾਨੈਂਟ ਰੈਜ਼ੀਡੈਂਸੀ ਮਿਲਦੀ ਹੈ। ਫਰਜ਼ ਕੀਤਾ ਕੋਈ ਫਾਰਮ ਵਰਕਰ ਹੈ, ਕੋਈ ਬਲੂਬੇਰੀ ਫਾਰਮ ਦੇ ਵਿੱਚ ਕੰਮ ਕਰਨ ਲਈ ਫਾਰਮ ਵਰਕਰ ਦਾ ਪਰਮਿਟ ਹਾਸਲ ਕਰ ਲੈਂਦਾ ਤਾਂ ਕੰਮ ਤਾਂ ਕਰ ਸਕਦਾ ਹੀ, ਪਰ ਉਹ ਪਰਮਾਨੈਂਟ ਇਮੀਗ੍ਰੇਸ਼ਨ ਹਾਸਲ ਨਹੀਂ ਕਰ ਸਕਦਾ। ਕਈ ਇਹ ਵੀ ਕੁਐਸਚਨ ਕਰਦੇ ਨੇ ਵੀ ਮੈਂ ਜੇ ਸੁਪਰਵਾਈਜ਼ਰ ਦਾ ਪਰਮਿਟ ਮੇਰੇ ਕੋਲ ਹੈ ਕੀ ਮੈਂ ਇਮੀਗ੍ਰੇਸ਼ਨ ਲੈ ਸਕਦਾ? ਯੈਸ, ਉਹ ਲੈ ਸਕਦੇ ਨੇ, ਪਰ ਉਹਦਾ ਪਾਥਵੇ ਬਹੁਤ ਡਿਫਿਕਲਟ ਪਾਥਵੇ ਹੈ, ਜਿੱਥੇ ਉਹਨਾਂ ਨੂੰ 90 ਤੋਂ 95 ਦੇ ਸਕੋਰ ਘੱਟੋ ਘੱਟ ਚਾਹੀਦਾ ਹੈ ਜੇ ਉਹਨਾਂ ਨੇ BCPNP ਅਪਰੂਵਲ ਲੈਣੀ ਹੈ। ਖਾਸ ਕਰਕੇ ਜਿਹੜੇ 12ਵੀਂ ਪੜ੍ਹੇ ਹੋਏ ਨੇ, ਭਾਵੇਂ ਉਹ ਕੈਨੇਡਾ ਵਿੱਚ ਸੁਪਰਵਾਈਜ਼ਰ ਦਾ ਕੰਮ ਕਰ ਚੁੱਕੇ ਨੇ, ਬ੍ਰਿਟਿਸ਼ ਕੋਲੰਬੀਆ ਸੂਬੇ ਵਿੱਚ ਉਹਨਾਂ ਨੂੰ ਇਮੀਗ੍ਰੇਸ਼ਨ ਲੈਣਾ ਕਲੋਜ਼ ਟੂ ਇੰਪੋਸੀਬਲ ਹੈ। ਸੋ ਉਹਨਾਂ ਨੂੰ ਪ੍ਰੋਵਿੰਸ ਨੂੰ ਬਦਲਣਾ ਪਏਗਾ। ਨਾ ਜਿਹੜੀਆਂ ਸੌਖੀਆਂ ਪ੍ਰੋਵਿੰਸਿਸ ਨੇ ਬਾਈ ਜੀ, ਉਹਦੇ 'ਚ ਕੁਝ ਪ੍ਰੋਵਿੰਸਿਸ ਹੈਗੀਆਂ ਜਿੱਥੇ ਤੁਸੀਂ ਬਿਨਾਂ ਜੌਬ ਆਫਰ ਤੋਂ ਵੀ ਇਮੀਗ੍ਰੇਸ਼ਨ ਅਪਲਾਈ ਕਰ ਸਕਦੇ ਹੋ। ਜਿਵੇਂ ਪਿਛਲੇ ਮਹੀਨੇ ਯੂਕੌਨ ਨੇ ਆਪਣਾ ਜਿਹੜਾ ਪ੍ਰੋਗਰਾਮ ਲਾਂਚ ਕੀਤਾ ਸੀ, ਉਹ ਵੀ ਓਪਨ ਸਿਲੈਕਸ਼ਨ ਪ੍ਰੋਸੈਸ ਰੱਖਿਆ ਵੀ ਇੰਪਲੋਇਰ ਦੀ ਜੌਬ ਆਫਰ ਦੀ ਜ਼ਰੂਰਤ ਨਹੀਂ। ਸਸਕੈਚੂਨ ਨੇ ਆਲਰੇਡੀ ਇਹ 2 ਸਾਲ ਤੋਂ ਪ੍ਰੋਗਰਾਮ ਰਨ ਕਰ ਰਹੇ ਨੇ ਵੀ ਜਿੱਥੇ ਤੁਹਾਨੂੰ ਜੌਬ ਆਫਰ ਦੀ ਜ਼ਰੂਰਤ ਨਹੀਂ, ਤੁਸੀਂ ਇਮੀਗ੍ਰੇਸ਼ਨ ਹਾਸਲ ਕਰ ਸਕਦੇ ਹੋ। ਪ੍ਰਿੰਸ ਐਡਵਰਡ ਆਈਲੈਂਡ ਬਹੁਤ ਵਧੀਆ ਇੱਕ ਸੂਬਾ ਹੈਗਾ ਜਿੱਥੇ ਤੁਸੀਂ ਫਾਰਮ ਵਰਕਰ ਕੰਮ ਕਰਕੇ 6 ਮਹੀਨੇ ਇਮੀਗ੍ਰੇਸ਼ਨ ਜਿਹੜੀ ਆ ਹਾਸਲ ਕਰ ਸਕਦੇ ਹੋ। ਸੋ ਚੋਇਸਿਸ ਤਾਂ ਬਹੁਤ ਨੇ, ਪਰ ਜੇ ਵਿਅਕਤੀ ਸੋਚੇ ਵੀ ਮੈਂ BC ਦੇ ਵਿੱਚ ਰਹਿ ਕੇ ਇਮੀਗ੍ਰੇਸ਼ਨ ਲਵਾਂ ਤਾਂ ਫਿਰ ਉਹ ਜਿਹੜੀ ਕੰਪੀਟੀਸ਼ਨ ਆ ਬਹੁਤ ਐਕਸੈਸਿਵ ਹੈ। ਤੇ ਇੱਕ ਇਹਦੇ 'ਚ ਇਹ ਦੱਸਿਓ ਵੀ PNP ਤੇ ਫੈਡਰਲ ਇਮੀਗ੍ਰੇਸ਼ਨ ਸਿਸਟਮ, ਕਿਉਂਕਿ ਆਪਾਂ ਇਹ 5-4 ਸਾਲਾਂ ਦੀ ਉਹ ਗੱਲ ਚੱਲੀ ਹੈ ਜੀ, ਜਦ ਹੀ ਆਪਾਂ ਸੂਬੇ 'ਚ ਆਪਣੇ ਇੱਥੇ PNP ਦੀ ਗੱਲ ਸੁਣੀ ਹੈ। ਪਹਿਲਾਂ ਤਾਂ ਜੇ ਸੱਚ ਪੁੱਛੋ ਆਪਾਂ ਨੂੰ PNP ਦੇ ਬਾਰੇ ਆਮ ਲੋਕਾਂ ਨੂੰ ਪਤਾ ਹੀ ਨਹੀਂ ਸੀ ਵੀ ਸੂਬਾ ਵੀ ਇਮੀਗ੍ਰੇਸ਼ਨ ਸਿੱਧੀ ਦੇ ਸਕਦਾ। ਤੇ ਹੁਣ ਦੱਸਿਓ ਵੀ ਦੋਨੇ ਸਿਸਟਮਾਂ ਦੇ ਵਿੱਚ ਇਵੈਂਚੁਅਲੀ PNP ਤੋਂ ਪ੍ਰੋਵਿੰਸ਼ੀਅਲ ਨੌਵੀਂ ਤੋਂ ਬਾਅਦ ਜਾਣਾ ਤਾਂ ਫੈਡਰਲ ਹੀ ਇਮੀਗ੍ਰੇਸ਼ਨ 'ਚ, ਪਰ ਤੁਸੀਂ ਕੀ ਸੋਚਦੇ ਹੋ ਵੀ ਦੋਨੇ ਵਾਲੇ ਪਾਸੇ ਉਧਰ ਫੈਡਰਲ ਦੀ ਲਾਈਨ 'ਚ ਲੱਗਣਾ ਚਾਹੀਦਾ ਜਾਂ PNP ਪ੍ਰੋਸੈਸ 'ਚ ਜਾਣਾ ਚਾਹੀਦਾ? ਜੀ ਬਿਲਕੁਲ ਬਾਈ, ਜਿਹੜਾ
ਦੋਨੇ ਪ੍ਰੋਗਰਾਮ ਦੇ ਵਿੱਚ ਜਿਹੜਾ ਕੋਰ ਡਿਫਰੈਂਸ ਹੈ, ਜਿਹੜਾ ਮੇਨ ਡਿਫਰੈਂਸ ਹੈ, ਉਹ ਹੈਗਾ ਵੀ ਜੇ ਕੋਈ ਬੰਦਾ ਫੈਡਰਲ ਪ੍ਰੋਗਰਾਮ ਦੇ ਵਿੱਚ, ਕਿਸੇ ਵੀ ਫੈਡਰਲ ਪ੍ਰੋਗਰਾਮ ਦੇ ਵਿੱਚ ਆਪਣੀ ਇਮੀਗ੍ਰੇਸ਼ਨ ਐਪਲੀਕੇਸ਼ਨ ਦਾਇਰ ਕਰਦਾ ਤਾਂ ਉਹ ਕਿਸੇ ਵੀ ਪ੍ਰੋਵਿੰਸ ਦੇ ਵਿੱਚ ਰਹਿਣ ਦੀ ਆਪਦੀ ਇੰਟੈਂਟ ਜ਼ਾਹਰ ਕਰ ਸਕਦਾ। ਉਸ ਇੰਟੈਂਟ ਨੂੰ ਕੁਐਸਚਨ ਨਹੀਂ ਕੀਤਾ ਜਾਏਗਾ ਜਾਂ ਇਹ ਨਹੀਂ ਕਿਹਾ ਜਾਏਗਾ ਵੀ BC ਦੇ ਵਿੱਚ ਆਲਰੇਡੀ ਪਹਿਲੇ ਇੰਨੇ ਵਿਅਕਤੀ ਨੇ ਤੇ ਤੁਸੀਂ BC 'ਚ ਕਿਉਂ ਰਹਿਣਾ ਚਾਹੁੰਦੇ ਹੋ। ਉਹ ਸਿਰਫ ਸਰਕਾਰ ਇੱਕ ਸਟੈਟਸ ਇਕੱਠੇ ਕਰਦੀ ਹੈ ਵੀ ਲੋਕ ਕਿੱਥੇ ਰਹਿਣਾ ਚਾਹੁੰਦੇ ਨੇ ਕੈਨੇਡਾ ਦੇ ਵਿੱਚ। ਕੁਐਸਚਨ ਕਿਉਂਕਿ ਐਪਲੀਕੇਸ਼ਨ ਦੇ ਵਿੱਚ ਪੁੱਛਿਆ ਜਾਂਦਾ ਫੈਡਰਲ ਜਿਹੜੇ ਫਾਰਮਸ ਨੇ ਉਹਨਾਂ ਦੇ ਵਿੱਚ। ਪਰ ਜਿਹੜੇ ਪ੍ਰੋਵਿੰਸ਼ੀਅਲ ਪ੍ਰੋਗਰਾਮਸ ਨੇ ਉਹ ਪ੍ਰੋਵਿੰਸ ਦੇ ਤੇ ਫੈਡਰਲ ਗਵਰਨਮੈਂਟ ਦੇ ਇੱਕ ਐਗਰੀਮੈਂਟ ਦੇ ਤਹਿਤ ਜਿਹੜਾ ਇਹ ਪ੍ਰੋਗਰਾਮ ਜਿਹੜੇ ਡਿਸਾਈਡ ਹੁੰਦੇ ਨੇ, ਜਿਹਦੇ ਵਿੱਚ ਪ੍ਰੋਵਿੰਸ ਨੂੰ ਪੂਰਾ ਅਧਿਕਾਰ ਦਿੱਤਾ ਜਾਂਦਾ ਵੀ ਉਹ ਕਿਸੇ ਵੀ ਇੰਡੀਵਿਜੂਅਲ ਨੂੰ, ਜਿਹੜਾ ਕੁਆਲੀਫਾਈਡ ਇੰਡੀਵਿਜੂਅਲ ਉਹਨਾਂ ਦੇ ਕ੍ਰੈਡੈਂਸ਼ੀਅਲ ਦੇ ਹਿਸਾਬ ਨਾਲ ਉਹਨਾਂ ਨੂੰ ਸਿਲੈਕਟ ਤੇ ਚੂਜ਼ ਕਰ ਸਕਦੀ ਹੈ। ਨਾ ਉਹ ਜਿਹੜਾ ਹੈਲਥ ਐਂਡ ਜਿਹੜੀ ਆਪਣੀ ਨੈਸ਼ਨਲ ਸਿਕਿਉਰਿਟੀ ਹੈ, ਉਹ ਜਿਹੜੀ ਹੈ ਉਹ ਫੈਡਰਲ ਗਵਰਨਮੈਂਟ ਦੇ ਅਧਿਕਾਰ ਖੇਤਰ ਦੇ ਥੱਲੇ ਆਉਂਦੀ ਹੈ। ਸੋ ਜੇ ਕਿਸੇ ਨੂੰ ਪ੍ਰੋਵਿੰਸ਼ੀਅਲ ਨੋਮੀਨੇਸ਼ਨ ਮਿਲ ਜਾਂਦੀ ਹੈ ਤਾਂ ਫਿਰ ਫੈਡਰਲ ਸਰਕਾਰ ਦੀ ਜਿਹੜੀ ਜੁਰਿਸਡਿਕਸ਼ਨ ਆ ਉਹ ਬਹੁਤ ਲਿਮਿਟਡ ਹੋ ਜਾਂਦੀ ਹੈ। ਉਹ ਸਿਰਫ ਵਿਅਕਤੀ ਨੂੰ ਮੈਡੀਕਲ ਨਾ ਅਪਰੂਵ ਹੋਣ ਤੇ ਜਾਂ ਉਹਨਾਂ ਦਾ ਜਿਹੜਾ ਪੁਲਿਸ ਕਲੀਅਰੈਂਸ ਹੈ ਨਾ ਅਪਰੂਵ ਹੋਣ ਤੇ ਹੀ ਰੋਕਿਆ ਜਾ ਸਕਦਾ, ਅਦਰਵਾਈਜ਼ ਉਹਨਾਂ ਨੂੰ ਰੋਕਿਆ ਨਹੀਂ ਜਾ ਸਕਦਾ। ਨਾ ਉਹ ਜਿਹੜੇ ਪ੍ਰੋਵਿੰਸ਼ੀਅਲ ਪ੍ਰੋਗਰਾਮਸ ਨੇ ਇਹ ਪੋਪੂਲਰ ਬਿਲਕੁਲ 2005 ਤੋਂ, ਕਿਉਂਕਿ ਜਿਹੜੇ ਫਾਰਮਲੀ ਇਹ ਪ੍ਰੋਗਰਾਮਸ ਲਾਂਚ ਹੋਏ ਸੀ ਮੋਸਟ ਆਫ ਦਾ ਪ੍ਰੋਵਿੰਸਿਸ ਦੇ ਵਿੱਚ, ਪਰ ਜਿਹੜੀ ਇਹਨਾਂ ਦੀ ਫਾਰਮੇਸ਼ਨ ਹੈ ਉਹ 28 ਜੂਨ 2002 ਦੇ ਵਿੱਚ ਸਰਕਾਰ ਨੇ ਜਦੋਂ ਐਕਟ ਸਥਾਪਿਤ ਕੀਤਾ ਸੀ ਉਦੋਂ ਇਹ ਪ੍ਰੋਵੀਜ਼ਨਸ ਰੱਖੀਆਂ ਗਈਆਂ ਸੀ, ਜਿੱਥੇ ਪੁਰਾਣਾ ਜਿਹੜਾ ਐਕਟ ਸੀ 1972 ਦਾ ਐਕਟ, ਜਿਹੜਾ ਕਿ ਮੋਸਟਲੀ ਕੌਨਸਨਟਰੇਟ ਕਰਦਾ ਸੀ ਔਰ ਓਨਲੀ ਐਕਸਕਲੂਸਿਵਲੀ ਆਪਸ਼ਨ ਦਿੰਦਾ ਸੀ ਫੈਡਰਲ ਸਰਕਾਰ ਨੂੰ ਵੀ ਇਮੀਗ੍ਰੇਸ਼ਨ ਦਾ ਸਾਰਾ ਜਿਹੜਾ ਕੰਮ ਹੈ ਉਹ ਫੈਡਰਲ ਸਰਕਾਰ ਦੇਖੇਗੀ। ਬਟ ਕਿਉਂਕਿ ਉਹਦੇ ਵਿੱਚ ਇਹ ਦੇਖਿਆ ਗਿਆ ਵੀ ਕਾਫੀ ਵਿਅਕਤੀ ਜਦੋਂ ਆਉਂਦੇ ਸੀ ਤਾਂ ਉਹ ਇੱਛਾ ਜ਼ਾਹਰ ਕਰਦੇ ਸੀ ਜਾਂ ਓਨਟੇਰੀਓ ਜਾਂ ਉਹ ਬ੍ਰਿਟਿਸ਼ ਕੋਲੰਬੀਆ। ਸੋ ਸਰਕਾਰ ਨੇ ਫਿਰ ਇੱਕ ਸੋਲੂਸ਼ਨ ਕੱਢਿਆ ਵੀ ਜੇ ਆਪਾਂ ਪ੍ਰੋਵਿੰਸਿਸ ਨੂੰ ਅਧਿਕਾਰ ਦੇ ਦਈਏ ਤਾਂ ਫਿਰ ਪ੍ਰੋਵਿੰਸਿਸ ਸਿਲੈਕਟ ਐਂਡ ਚੂਜ਼ ਕਰਨ, ਬਟ ਪ੍ਰੋਵਿੰਸ ਨੇ ਇਕੱਲਾ ਕ੍ਰੈਡੈਂਸ਼ੀਅਲਸ ਨਹੀਂ ਦੇਖਣੇ ਬੰਦੇ ਦੇ ਵੀ ਉਹ ਇੱਥੇ ਰਹਿਣਾ, ਉਹ ਇਸ ਪ੍ਰੋਵਿੰਸ ਦੇ ਜਿਹੜੇ ਕ੍ਰੈਡੈਂਸ਼ੀਅਲਸ ਨੇ ਉਹਨੂੰ ਮੀਟ ਕਰਦਾ ਪ੍ਰੋਗਰਾਮ ਦੇ ਨੂੰ ਜਾਂ ਨਹੀਂ ਮੀਟ ਕਰਦਾ। ਸਭ ਤੋਂ ਜ਼ਰੂਰੀ ਐਸਪੈਕਟ ਉਹ ਦੇਖਦੇ ਨੇ ਵੀ ਕੀ ਇਹ ਵਿਅਕਤੀ ਨੋਮੀਨੇਸ਼ਨ ਹਾਸਲ ਕਰਨ ਤੋਂ ਬਾਅਦ, ਇਮੀਗ੍ਰੇਸ਼ਨ ਹਾਸਲ ਕਰਨ ਤੋਂ ਬਾਅਦ ਇਸ ਪ੍ਰੋਵਿੰਸ ਦੇ ਵਿੱਚ ਟਿਕੇਗਾ ਜਾਂ ਨਹੀਂ ਟਿਕੇਗਾ। ਸੋ ਇਹ ਜਿਹੜਾ ਪ੍ਰੋਮਿਸ ਹੈ ਲਾਈਫ ਲੌਂਗ ਪ੍ਰੋਮਿਸ ਹੈ, ਕੋਈ 2 ਜਾਂ 4 ਸਾਲਾਂ ਦਾ ਪ੍ਰੋਮਿਸ ਨਹੀਂ ਹੈ। ਕਿਉਂਕਿ ਪ੍ਰੋਵਿੰਸ ਜਦੋਂ ਤੁਸੀਂ ਪਰਮਾਨੈਂਟ ਇਮੀਗ੍ਰੈਂਟ ਬਣ ਜਾਂਦੇ ਹੋ ਤਾਂ ਤੁਸੀਂ ਪਰਮਾਨੈਂਟ ਇਮੀਗ੍ਰੈਂਟ ਕੈਨੇਡਾ ਦੇ ਬਣਦੇ ਹੋ, ਤਾਂ ਪ੍ਰੋਵਿੰਸ ਜਿਹੜਾ ਤੁਹਾਡਾ ਰਾਈਟ ਟੂ ਮੋਬਿਲਿਟੀ ਹੈ ਉਹਦੇ ਵਿੱਚ ਇੰਟਰਫੇਅਰ ਨਹੀਂ ਕਰ ਸਕਦੀ। ਤੁਹਾਡਾ ਜੇ ਇਰਾਦਾ ਬਦਲ ਜਾਂਦਾ ਤਾਂ ਪ੍ਰੋਵਿੰਸ ਕੋਲ ਕੋਈ ਵੀ ਅਧਿਕਾਰ ਨਹੀਂ ਵੀ ਤੁਹਾਨੂੰ ਰੋਕਿਆ ਜਾ ਸਕੇ ਜਾਂ ਤੁਹਾਨੂੰ ਫਰਜ਼ ਕੀਤਾ ਤੁਸੀਂ ਮੈਨੀਟੋਬਾ PNP ਥਰੂ ਇਮੀਗ੍ਰੇਸ਼ਨ ਲਈ, ਤਾਂ ਜੇ ਤੁਸੀਂ ਉਹ ਪ੍ਰੋਵਿੰਸ ਛੱਡ ਕੇ ਕਿਤੇ ਹੋਰ ਚਲੇ ਜਾਂਦੇ ਹੋ ਤਾਂ ਤੁਹਾਨੂੰ ਰੋਕਿਆ ਨਹੀਂ ਜਾ ਸਕਦਾ, ਤੁਹਾਨੂੰ ਕਿਸੇ ਕਿਸਮ ਦਾ ਬੰਦਿਸ਼ ਨਹੀਂ ਲਾਈ ਜਾ ਸਕਦੀ ਐਜ਼ ਲੌਂਗ ਐਜ਼ ਤੁਹਾਡਾ ਇਰਾਦਾ ਇਮੀਗ੍ਰੇਸ਼ਨ ਲੈਂਡ ਤੱਕ ਇਹੀ ਰਹੇ ਵੀ ਤੁਸੀਂ ਮੈਨੀਟੋਬਾ ਦੇ ਵਿੱਚ ਰਹਿਣਾ ਚਾਹੁੰਦੇ ਹੋ। ਇਸੇ ਕਰਕੇ ਬਹੁਤ ਜਦੋਂ ਤੁਸੀਂ ਪ੍ਰੋਵਿੰਸ਼ੀਅਲ ਪ੍ਰੋਗਰਾਮ ਦੇ ਵਿੱਚ ਅਪਲਾਈ ਕਰਦੇ ਹੋ ਤਾਂ ਤੁਹਾਡੀ ਜਿਹੜੀ ਫੈਮਿਲੀ ਸਟਰਕਚਰ ਹੈ, ਬਾਕੀ ਫੈਮਿਲੀ ਮੈਂਬਰਸ, ਇਮੀਡੀਏਟ ਫੈਮਿਲੀ ਮੈਂਬਰਸ ਕਿੱਥੇ ਰਹਿ ਰਹੇ ਨੇ, ਬੈਲੈਂਸ ਆਫ ਫੈਮਿਲੀ ਟੈਸਟ ਵੀ ਅਪਲਾਈ ਕੀਤਾ ਜਾਂਦਾ ਔਰ ਪੁੱਛੇ ਜਾਂਦੇ ਨੇ ਸਵਾਲ ਵੀ ਤੁਹਾਡੇ ਪਰਿਵਾਰ ਦੇ ਜਿਹੜੇ ਨਜ਼ਦੀਕੀ ਫੈਮਿਲੀ ਮੈਂਬਰਸ ਨੇ ਉਹ ਕਿੱਥੇ ਰਹਿੰਦੇ ਨੇ। ਉਹ ਇਹ ਪੁੱਛਣ ਦਾ ਮਕਸਦ ਹੀ ਇਹ ਹੁੰਦਾ ਵੀ ਆਫਿਸਰ ਫੇਅਰ ਜਜਮੈਂਟ ਕਰ ਸਕੇ, ਇੱਕ ਅਜ਼ਿਊਮ ਕਰ ਸਕੇ ਵੀ ਤੁਸੀਂ ਇਸ ਪ੍ਰੋਵਿੰਸ ਦੇ ਵਿੱਚ ਰਹਿਣ ਲਈ ਤੁਹਾਡੀ ਪ੍ਰੋਬੇਬਿਲਿਟੀ ਕਿੰਨੀ ਹੈ ਔਰ ਤੁਸੀਂ ਇਹ ਪ੍ਰੋਵਿੰਸ ਛੱਡ ਕੇ BC ਦੇ ਵਿੱਚ ਨਹੀਂ ਚਲੇ ਜਾਓ ਆਪਣੇ ਰਿਸ਼ਤੇਦਾਰਾਂ ਦੇ ਵਿੱਚ, ਉਹਦੀ ਪ੍ਰੋਬੇਬਿਲਿਟੀ ਕਿੰਨੀ ਹੈ। ਔਰ ਕਾਫੀ ਕੇਸਿਸ ਇਸ ਬੇਸਿਸ ਤੇ ਵੀ ਰਿਫਿਊਜ਼ ਹੁੰਦੇ ਦੇਖੇ ਨਹੀਂ। ਵਪਾਰਕ ਸੰਦੇਸ਼ਾਂ ਤੋਂ ਬਾਅਦ ਆ ਕੇ ਤੁਹਾਡੇ ਵੀ ਸਵਾਲ ਪੁੱਛਦੇ ਆ, ਇੱਕ ਦੋ ਹੋਰ ਵੀ ਸਵਾਲ ਨੇ ਵਾਪਸ ਆਉਂਦੇ ਆ। ਹੁਣੇ ਅਮਨ ਖਹਿਰਾ ਮੇਰੇ ਨਾਲ ਨੇ, CWC ਇਮੀਗ੍ਰੇਸ਼ਨ। ਅਮਨ ਖਹਿਰਾ ਜੀ, ਅੰਗਰੇਜ਼ੀ ਦਾ ਜਿਹੜਾ ਭਾਸ਼ਾ ਦਾ ਗਿਆਨ ਹੈ ਉਹ ਦੋਨੇ ਅਲੱਗ-ਅਲੱਗ PNP ਤੇ ਫੈਡਰਲ ਵਾਲੇ ਪਾਸੇ ਇਮੀਗ੍ਰੇਸ਼ਨ ਤੇ ਕਿੰਨਾ ਕੁ ਫਰਕ ਪਾਉਂਦਾ ਜੀ? ਜੀ ਬਿਲਕੁਲ ਬਾਈ ਜੀ, ਪਿਛਲੇ ਸਾਲ ਤੱਕ ਜਿਹੜੇ ਕੁਝ ਆਪਸ਼ਨਸ ਅਵੇਲੇਬਲ ਹੁੰਦੀਆਂ ਸੀ, ਜੇ ਤੁਸੀਂ ਬਿਨਾਂ ਇੰਗਲਿਸ਼ ਤੋਂ ਜਾਂ ਬਿਨਾਂ ਇੰਗਲਿਸ਼ ਦਾ ਟੈਸਟ ਦਿੱਤੇ ਜਿਹੜੀ ਇਮੀਗ੍ਰੇਸ਼ਨ ਹਾਸਲ ਕਰਨੀ ਚਾਹੁੰਦੇ ਸੀ ਤਾਂ ਤੁਹਾਨੂੰ ਮਿਲ ਸਕਦੀ ਸੀ। ਬਟ ਹੁਣ ਸਰਕਾਰ ਨੇ ਮੋਸਟ ਆਫ ਜਿਹੜੀਆਂ ਪ੍ਰੋਵਿੰਸਿਸ ਨੇ, ਇਨਫੈਕਟ ਮੈਂ ਕਹੂੰਗਾ ਆਲ ਆਫ ਜਿਹੜੀਆਂ ਪ੍ਰੋਵਿੰਸਿਸ ਨੇ, ਉਹਨਾਂ ਨੇ ਸਕੋਰ ਨੂੰ, ਇੰਗਲਿਸ਼ ਦੇ ਸਕੋਰ ਨੂੰ ਮੈਂਡੇਟਰੀ ਰੱਖਿਆ, ਜ਼ਰੂਰੀ ਰੱਖਿਆ ਔਰ ਉਹਦੀ ਪਰ ਜਿਹੜੀ ਮਿਨੀਮਮ ਜਿਹੜੀ ਸਕੋਰ ਦੀ ਲਿਮਿਟ ਹੈ ਉਹਨੂੰ ਬਹੁਤ ਘਟਾਇਆ, ਉਹਨੂੰ ਬਹੁਤ ਬੇਸਿਕ ਰੱਖਿਆ ਹੋਇਆ। ਕਿਉਂਕਿ ਜਿਹੜੀ ਐਜੂਕੇਸ਼ਨ ਦੀ ਵੀ ਲਿਮਿਟ ਹੈ ਉਹ ਘੱਟੋ ਘੱਟ ਹਾਈ ਸਕੂਲ ਰੱਖੀ ਗਈ ਹੈ। ਇਹ ਨਹੀਂ ਹੈਗਾ ਵੀ ਤੁਹਾਡੇ ਕੋਲ ਬਿਲਕੁਲ ਐਜੂਕੇਸ਼ਨ ਨਹੀਂ ਤਾਂ ਤੁਸੀਂ PNP
ਪ੍ਰੋਗਰਾਮ ਦੇ ਤਹਿਤ ਇਮੀਗ੍ਰੇਸ਼ਨ ਫਾਈਲ ਕਰ ਲਓਗੇ ਜੇ ਇਕਨੋਮਿਕ ਸਟਰੀਮ ਦੇ ਵਿੱਚ, ਖਾਸ ਕਰਕੇ ਜੇ ਸਕਿਲਡ ਜਾਂ ਅਨਸਕਿਲਡ ਵਰਕਰ ਤੁਸੀਂ ਅਪਲਾਈ ਕਰਨਾ। ਬਿਜ਼ਨਸ ਕਲਾਸ ਦੀ ਐਪਲੀਕੇਸ਼ਨ ਤੁਸੀਂ ਫਿਰ ਵੀ ਦਾਇਰ ਕਰ ਸਕਦੇ ਹੋ, ਬਟ ਜਿਹੜੀ ਇੰਗਲਿਸ਼ ਦੀ ਰਿਕੁਆਇਰਮੈਂਟ ਹੈ ਉਹਨੂੰ ਜ਼ਰੂਰ ਮੈਂਡੇਟਰੀ ਰੱਖਿਆ, ਚਾਹੇ ਤੁਸੀਂ ਬਿਜ਼ਨਸ ਇਮੀਗ੍ਰੇਸ਼ਨ ਦੇ ਵਿੱਚ ਆਪਣੀ ਐਪਲੀਕੇਸ਼ਨ ਲਾਉਣ ਜਾ ਰਹੇ ਹੋ ਜਾਂ ਤੁਸੀਂ ਸਕਿਲਡ ਜਾਂ ਅਨਸਕਿਲਡ ਤੌਰ ਤੇ ਜਿਹੜੀ ਹੈ ਇਮੀਗ੍ਰੇਸ਼ਨ ਹਾਸਲ ਕਰਨ ਜਾ ਰਹੇ ਹੋ। ਤਾਂ ਮਿਨੀਮਮ ਜਿਹੜੀ ਸ਼ਰਤ ਰੱਖੀ ਗਈ ਹੈ ਹਰ ਪ੍ਰੋਵਿੰਸ ਵੱਲੋਂ, ਉਹ ਘੱਟੋ ਘੱਟ 12ਵੀਂ ਰੱਖੀ ਗਈ ਹੈ, ਔਰ ਘੱਟੋ ਘੱਟ ਜਿਹੜੀ ਇੰਗਲਿਸ਼ ਦੀ ਰਿਕੁਆਇਰਮੈਂਟ ਹੈ ਉਹ 4 ਬੈਂਡ ਰੱਖੀ ਗਈ ਹੈ, ਜਿਹੜਾ ਕਿ 12ਵੀਂ ਪੜ੍ਹਿਆ ਵਿਅਕਤੀ ਜਿਹੜਾ ਲੈ ਸਕਦਾ ਜੇ ਥੋੜ੍ਹੀ ਮਿਹਨਤ ਕਰੇ ਤਾਂ ਕਲਾਸਿਸ ਲਾ ਕੇ ਉਹ ਜਿਹੜਾ ਆਇਲਟਸ ਦਾ ਸਕੋਰ ਅਚੀਵ ਕਰ ਸਕਦੇ ਨੇ। ਅੱਛਾ ਜੀ, ਤੇ ਇੱਕ ਸਵਾਲ ਜਾਂਦੇ ਅੱਗੇ ਮੈਂ ਸਾਰੇ ਲਿਸਨਰਸ ਦੇ ਕੁਝ ਸਵਾਲ ਜਿਹੜੇ ਪੁੱਛਣੇ ਚਾਹੁੰਦਾ। PNP ਤਾਂ ਵਧੀਆ ਲੱਗਦੀ ਹੈ, ਪਰ ਜਿਹੜਾ LMIA ਚ ਘੜੀਸਾ ਬਣਦਾ 40,000 50,000 ਦੇ LMIA ਵਿਕਦੇ ਹੈ, ਉਹਦਾ ਕੋਈ ਤੇ LMIA ਤੇ PNP ਆਪਸ ਵਿੱਚ ਕਨੈਕਟਡ ਨੇ ਜਾਂ PNP ਕੋਈ LMIA ਤੋਂ ਬਿਨਾਂ ਵੀ ਹੋ ਸਕਦੀ? ਜੀ ਬਿਲਕੁਲ ਬਾਈ ਜੀ, ਜਿਹੜਾ ਮਾਫ ਕਰਨਾ ਕੋਈ ਵੀ PNP ਜਿਹੜਾ ਪ੍ਰੋਸੈਸ ਹੈ ਉਹ ਬਿਨਾਂ LMIA ਤੋਂ ਸ਼ੁਰੂ ਕੀਤਾ ਜਾ ਸਕਦਾ। 2 ਪ੍ਰੋਵਿੰਸਿਸ ਨੇ ਜਿਹੜੀਆਂ, ਜਿਵੇਂ ਮੈਂ ਕਿਹਾ ਸੀ ਵੀ ਇੰਪਲੋਇਰ ਦੀ ਤੁਹਾਨੂੰ ਜ਼ਰੂਰਤ ਨਹੀਂ ਹੁੰਦੀ, ਜਿਹੜੀ ਸਪਾਂਸਰਸ਼ਿਪ ਹੈ ਉਹਦੀ ਜ਼ਰੂਰਤ ਨਹੀਂ ਹੁੰਦੀ, ਪਰ ਬਾਕੀ ਜਿਹੜੇ ਵੀ ਪ੍ਰੋਗਰਾਮਸ ਨੇ ਉਹਦੇ ਵਿੱਚ ਤੁਹਾਨੂੰ ਕਿਉਂਕਿ ਇੰਪਲੋਇਰ ਡਰਿਵਨ ਪ੍ਰੋਗਰਾਮਸ ਨੇ ਤਾਂ ਤੁਹਾਨੂੰ ਇੰਪਲੋਇਰ ਦੀ ਜ਼ਰੂਰਤ ਹੁੰਦੀ ਹੈ। ਨਾਓ ਇੰਪਲੋਇਰ ਜਿਹੜਾ ਹੈਗਾ ਤੁਹਾਨੂੰ LMIA ਤੋਂ ਬਿਨਾਂ ਸਪਾਂਸਰਸ਼ਿਪ ਦੇ ਸਕਦਾ ਹੈ। ਇਸ ਪ੍ਰੋਸੈਸ ਦੇ ਲਈ ਤੁਹਾਨੂੰ ਕਿਸੇ LMI ਦੀ ਜ਼ਰੂਰਤ ਨਹੀਂ ਹੁੰਦੀ। ਕਈ ਜਿਹੜੀਆਂ ਪ੍ਰੋਵਿੰਸਿਸ ਨੇ ਉਹਨਾਂ ਦੇ ਵਿੱਚ ਪ੍ਰਾਇੋਰਟੀ ਪ੍ਰੋਸੈਸਿੰਗ ਕਿਊ ਵੀ ਲੱਗੀ ਹੋਈ ਹੈ, ਮਤਲਬ ਸਰਟਨ ਆਕਿਊਪੇਸ਼ਨ ਨੇ ਜਿਨ੍ਹਾਂ ਨੂੰ ਪ੍ਰੋਵਿੰਸ 2-2 ਹਫ਼ਤੇ ਦੇ ਵਿੱਚ ਅਪਰੂਵ ਕਰਦੀ ਐਪਲੀਕੇਸ਼ਨਸ ਨੂੰ, ਜਿਵੇਂ ਕਿ ਕਈ BC ਜਿਵੇਂ ਟੈਕ ਪਾਇਲਟ ਹੈਗਾ ਉਹਦੇ ਵਿੱਚ ਇਹ ਐਪਲੀਕੇਸ਼ਨ 2 ਜਾਂ 3 ਹਫ਼ਤਿਆਂ ਦੇ ਵਿੱਚ ਅਪਰੂਵ ਕੀਤਾ ਜਾਂਦਾ। ਸੋ ਨਾਟ ਓਨਲੀ ਜਿਹੜੇ PNP ਪ੍ਰੋਗਰਾਮ ਨੇ ਉਹ ਵਿਦਆਊਟ LMIA ਤੁਸੀਂ ਐਪਲੀਕੇਸ਼ਨ ਦਾਇਰ ਕਰ ਸਕਦੇ ਹੋ, ਇਸ ਤੋਂ ਇਲਾਵਾ ਤੁਸੀਂ ਘੱਟ ਸਕੋਰ ਤੇ ਘੱਟ ਐਜੂਕੇਸ਼ਨ ਨਾਲ ਵੀ ਜਿਹੜੀ ਇਮੀਗ੍ਰੇਸ਼ਨ ਹਾਸਲ ਕਰ ਸਕਦੇ ਹੋ। LMIA ਜਿਹੜਾ ਇੱਕ ਪ੍ਰੋਸੈਸ ਹੈ, ਇੱਕ ਫੈਡਰਲ ਸਰਕਾਰ ਦਾ ਪ੍ਰੋਸੈਸ ਹੈ, ਜਿਹਦੇ ਰਾਹੀਂ ਵਿਅਕਤੀ ਨੂੰ ਸਿਰਫ ਜਿਹੜਾ ਹੈਗਾ ਵਰਕ ਪਰਮਿਟ ਹਾਸਲ ਹੁੰਦਾ ਜਾਂ ਫਿਰ ਉਹ ਪਰਮਾਨੈਂਟ ਇਮੀਗ੍ਰੇਸ਼ਨ ਲਈ ਆਪਣੇ 50 ਪੁਆਇੰਟਸ ਜਿਹੜੇ ਆ ਕਲੇਮ ਕਰ ਸਕਦਾ ਜੇ ਉਹ ਐਕਸਪ੍ਰੈਸ ਐਂਟਰੀ ਦੇ ਰਾਹੀਂ ਜਿਹੜੀ ਐਪਲੀਕੇਸ਼ਨ ਦਾਇਰ ਕਰਨਾ ਚਾਹੁੰਦਾ। ਉਹਨਾਂ ਵਿਅਕਤੀਆਂ ਨੂੰ ਜਿਨ੍ਹਾਂ ਨੂੰ ਪੁਆਇੰਟਸ ਜ਼ਿਆਦਾ ਚਾਹੀਦੇ ਹੁੰਦੇ ਨੇ, 50 ਜਾਂ 200 ਪੁਆਇੰਟਸ ਤੋਂ ਜ਼ਿਆਦਾ ਦੀ ਪੁਆਇੰਟਸ ਦੀ ਰਿਕੁਆਇਰਮੈਂਟ ਹੈ, ਤਾਂ ਫਿਰ ਉਹਨਾਂ ਕੋਲ ਓਨਲੀ ਆਪਸ਼ਨ ਹੁੰਦੀ ਹੈ PNP ਅਪਰੂਵਲ ਲੈਣਾ, ਕਿਸੇ ਵੀ ਪ੍ਰੋਵਿੰਸ ਤੋਂ ਅਪਰੂਵਲ ਲੈਣਾ, ਤਾਂ ਕਿ ਉਹ ਆਪਣੇ 600 ਪੁਆਇੰਟ ਜਿਹੜੇ ਆ ਲੈ ਸਕਣ। ਸੋ PNP ਦੇ ਕਾਫੀ ਫਾਇਦੇ ਨੇ ਬਾਈ ਜੀ, ਨਾਟ ਓਨਲੀ ਫਾਸਟ ਹੈ, ਬਿਨਾਂ LMIA ਤੋਂ ਐਪਲੀਕੇਸ਼ਨ ਹੁੰਦੀ ਹੈ, ਘੱਟ ਪੜ੍ਹੇ ਲਿਖੇ ਜਿਹੜੇ ਇੰਡੀਵਿਜੂਅਲਸ ਇਮੀਗ੍ਰੇਸ਼ਨ ਹਾਸਲ ਕਰ ਸਕਦੇ ਨੇ। ਇਸੇ ਕਰਕੇ ਜਦੋਂ ਕੋਈ ਇੰਡੀਆ ਦੇ ਵਿੱਚੋਂ ਇੱਥੇ ਲੈਂਡ ਕਰਦੇ ਨੇ ਵਰਕ ਪਰਮਿਟ ਲੈ ਕੇ, ਉਹ ਇੱਕ ਗਲਤ ਰਸਤਾ ਫੜਿਆ ਹੁੰਦਾ ਵੀ ਉਹ ਕੈਨੇਡਾ ਵਿੱਚ ਪਹੁੰਚ ਤਾਂ ਜਾਂਦੇ ਨੇ, ਪਰ ਇੱਥੇ ਆ ਕੇ ਉਹਨਾਂ ਨੂੰ ਪਤਾ ਲੱਗਦਾ ਵੀ ਫਿਊਚਰ 'ਚ ਉਹਨਾਂ ਦੀ ਇਮੀਗ੍ਰੇਸ਼ਨ ਜਿਹੜੀ ਹੈ ਇਸ ਪ੍ਰੋਸੈਸ ਰਾਹੀਂ ਨਹੀਂ ਹੋਣੀ, ਤਾਂ ਉਹਨਾਂ ਨੂੰ ਦੁਬਾਰਾ ਇੱਕ ਪ੍ਰੋਸੈਸ ਸਟਾਰਟ ਕਰਨਾ ਪੈਂਦਾ ਹੈ ਫਰੋਮ ਸਕਰੈਚ PNP, ਜਦ ਕਿ ਉਹ ਸੇਮ ਇੰਡੀਵਿਜੂਅਲ ਇੰਡੀਆ ਦੇ ਵਿੱਚ ਬੈਠਾ PNP ਲੈ ਕੇ ਕੈਨੇਡਾ ਦੇ ਵਿੱਚ ਆ ਸਕਦਾ ਸੀ ਬਿਨਾਂ LMIA ਤੋਂ। ਅੱਛਾ ਜੀ, ਹੁਣ ਇਹ ਦੱਸਿਓ ਵੀ ਮਾਪਿਆਂ ਦੇ PR ਦਾ ਕੁਝ ਚੇਂਜਸ ਹੋਈ ਤੇ ਜਾਂ ਉਸੇ ਤਰ੍ਹਾਂ ਹੀ ਹੈ ਬਈ, ਮਤਲਬ ਅਪਡੇਟ ਉਹਨਾਂ ਦੇ ਪੇਰੈਂਟਸ ਦੇ PR ਲਈ ਕੁਝ ਹੋਇਆ? ਜੀ ਵੈਰੀ ਸ਼ਾਰਟਲੀ ਸਰਕਾਰ ਅਨਾਊਂਸ ਕਰ ਰਹੀ ਆਫਟਰ ਕੋਵਿਡ, ਜਦੋਂ ਥੋੜਾ ਸਿਚੁਏਸ਼ਨ ਬਦਲੇਗੀ ਤਾਂ ਅਨਾਊਂਸਮੈਂਟ ਸਰਕਾਰ ਕਰੇਗੀ। ਜਿਹੜਾ ਮੋਸਟ ਪ੍ਰੋਬੇਬਲ ਐਕਸਪੈਕਟੇਸ਼ਨ ਹੈਗੀ ਉਹ ਹੈਗੀ ਹੈ ਜਨਵਰੀ 1 ਤੋਂ ਜਿਹੜਾ ਹੈਗਾ ਸਾਰੇ ਐਕਸਪੈਕਟ ਕਰਦੇ ਨੇ ਵੀ ਜਨਵਰੀ 1 ਤੋਂ ਇਹ ਐਪਲੀਕੇਸ਼ਨ ਲਈਆਂ ਜਾਣਗੀਆਂ, ਬਟ ਜੇ ਸਰਕਾਰ ਚਾਹੇਗੀ ਤਾਂ ਉਹ ਤੋਂ ਪਹਿਲਾਂ ਵੀ ਕਰ ਸਕਦੀ, ਕਿਉਂਕਿ ਇਹ ਜਿਹੜੀ ਪਰਟੀਕੂਲਰਲੀ ਇਹ ਜਿਹੜਾ ਪ੍ਰੋਸੈਸ ਹੈਗਾ ਇਹ ਸਿਰਫ ਇੱਕ ਐਡਮਿਨਿਸਟ੍ਰੇਟਿਵ ਡਿਸੀਜਨ ਹੈ। ਸਿਰਫ ਮਿਨਿਸਟਰ ਨੇ ਆਪਣੀ ਇੰਸਟਰਕਸ਼ਨਸ ਜਾਰੀ ਕਰਨੀਆਂ ਨੇ ਤਾਂ ਐਪਲੀਕੇਸ਼ਨਾਂ ਲੈਣੀਆਂ ਸ਼ੁਰੂ ਕਰ ਦੇਣਗੇ। ਸੋ ਉਹਨਾਂ ਨੇ ਸਿਰਫ ਇਸ ਕਰਕੇ ਇੱਕ ਮੋਰੀਟੋਰੀਅਮ ਜਾਂ ਰੋਕ ਲਾਈ ਹੋਈ ਸੀ ਵੀ ਕਿਉਂਕਿ ਪਹਿਲਾਂ April ਦੇ ਵਿੱਚ ਸਟਾਰਟ ਕਰਨਾ ਸੀ, ਫਿਰ ਕੋਵਿਡ ਦੇ ਹੋਣ ਕਰਕੇ ਉਹਨਾਂ ਨੇ ਕਿਹਾ ਵੀ ਸਾਨੂੰ 20,000 ਜਿਹੜੀਆਂ ਪੇਰੈਂਟਸ ਦਾ ਕੋਟਾ ਹੈਗਾ ਅਸੀਂ ਰਿਲੀਜ਼ ਨਹੀਂ ਕਰਦੇ ਹੈਗੇ, ਤਾਂ ਅਸੀਂ ਜਦੋਂ ਕੋਵਿਡ ਦਾ ਜਿਹੜਾ ਹੈਗਾ ਸਿਚੁਏਸ਼ਨ ਥੋੜੀ ਈਜ਼ੀ ਹੋਏਗੀ, ਰਿਲੈਕਸ ਹੋਣਗੇ ਰੂਲਸ, ਤਾਂ ਅਸੀਂ ਦੁਬਾਰਾ ਸਟਾਰਟ ਕਰਾਂਗੇ। ਪਰ ਮੈਨੂੰ ਜਿੱਥੇ ਤੱਕ ਲੱਗਦਾ ਵੀ ਹਾਲੇ ਸਿਚੁਏਸ਼ਨ ਉਹੀ ਜੀ ਦਿਖ ਨਹੀਂ ਰਹੀ ਫਿਊਚਰ ਦੇ ਵਿੱਚ, ਤਾਂ ਵੈਰੀ ਮਚ ਹੋਪਫੁਲ ਹੈਗੇ ਆ ਵੀ ਉਹ ਜਨਵਰੀ 1 ਤੋਂ ਲੈਣੀਆਂ ਸ਼ੁਰੂ ਕਰ ਦੇਣ। ਇੱਕ ਬੈਕਡੋਰ ਐਂਟਰੀ ਜਿਹੜੀ ਆ ਆਪਸ਼ਨ ਰੱਖੀ ਹੋਈ ਸਰਕਾਰ ਨੇ, ਉਹ ਅੱਜ ਵੀ ਖੁੱਲੀ ਹੈ। ਜੇ ਤੁਸੀਂ ਤਰਸ ਦੇ ਆਧਾਰ ਤੇ ਐਪਲੀਕੇਸ਼ਨ ਜਿਨ੍ਹਾਂ ਦੇ ਮਾਪਿਆਂ ਦੇ ਵਿੱਚ ਇਕੱਲੇ ਰਹਿ ਗਏ ਨੇ, ਪਿੱਛੇ ਕੋਈ ਨਹੀਂ ਹੈਗਾ ਟੇਕ ਕੇਅਰ ਕਰਨ ਵਾਲਾ,
ਜਾਂ ਉਹਨਾਂ ਦੇ ਕੋਈ ਮੈਡੀਕਲ ਰੀਜ਼ਨਸ ਨੇ, ਤਾਂ ਉਹਦੇ ਲਈ ਸਰਕਾਰ ਨੇ ਇੱਕ ਬੈਕਡੋਰ ਪ੍ਰੋਸੈਸ ਰੱਖਿਆ ਹੋਇਆ। ਤਾਂ ਉਹ ਇੱਕ ਆਪਣੀ ਐਪਲੀਕੇਸ਼ਨ ਹੈ, ਇੱਕ ਆਪਣੀ ਪਲੀ ਕਰ ਸਕਦੇ ਨੇ ਮਿਨਿਸਟਰ ਕਾਉਂਸਲ ਨੂੰ, ਮਿਨਿਸਟਰ ਡੈਲੀਗੇਟ ਨੂੰ ਮਾਫ ਕਰਨਾ। ਤਾਂ ਫਿਰ ਜੇ ਉਹਨਾਂ ਦੇ ਕੇਸ ਦੇ ਵਿੱਚ ਇਨਫ ਹਿਊਮਨਟੇਰੀਅਨ ਕੰਪੈਸ਼ਨੇਟ ਗਰਾਊਂਡਸ ਨੇ ਤਾਂ ਤੁਹਾਨੂੰ ਐਗਜ਼ੈਂਪਸ਼ਨ ਦੇ ਦਿੱਤੀ ਜਾਏਗੀ ਔਰ ਤੁਹਾਨੂੰ ਇਮੀਗ੍ਰੇਸ਼ਨ ਜਿਹੜੀ ਹੈ ਕੈਨੇਡਾ ਦੇ ਵਿੱਚ ਰਹਿੰਦੇ ਹੋਈ ਪੇਰੈਂਟਸ ਨੂੰ ਦੇ ਦਿੱਤੀ ਜਾਏਗੀ। ਅੱਛਾ ਜੀ, 1 ਸਾਲ ਹੋ ਗਿਆ, ਇੱਕ ਦੋਸਤ ਨੇ ਸਾਡੇ ਵਿਆਹ ਕਰਾ ਕੇ ਕਹਿੰਦੇ ਸਾਲ ਹੋ ਗਿਆ ਅਪਲਾਈ ਕੀਤੇ ਨੂੰ, ਸਾਰਾ ਕੁਝ ਕਾਗਜ਼ ਪੱਤਰ ਵੀ ਪੂਰੇ ਹੋ ਗਏ, ਹਲੇ ਕੋਈ ਪਤਾ ਨਾ ਕੋਈ ਗੱਲ ਨਾ ਬਾਤ, ਵੀ ਹੋਰ ਕਿੰਨਾ ਸਮਾਂ ਲੱਗ ਸਕਦਾ ਜੀ? ਪ੍ਰੋਸੈਸ ਜਿਹੜੇ ਸਪਾਊਸਲ ਐਪਲੀਕੇਸ਼ਨ ਨੇ ਉਹਦੇ ਵਿੱਚ ਦੇਰੀ ਬਹੁਤ ਆਈ ਹੈ, ਖਾਸ ਕਰਕੇ ਜਿਹੜੇ ਇੰਡੀਆ ਦੇ ਕੇਸਿਸ ਸੀ, ਕਿਉਂਕਿ ਉੱਥੇ ਕੰਪਲੀਟ ਲਾਕਡਾਊਨ ਰਿਹਾ ਪ੍ਰੋਸੈਸ ਦੇ ਵਿੱਚ, ਔਰ ਆਨਲਾਈਨ ਜਿਹੜੀ ਹੈ ਐਪਲੀਕੇਸ਼ਨਸ ਵੀ ਪ੍ਰੋਸੈਸ ਨਹੀਂ ਹੋ ਰਹੀਆਂ ਸੀ ਉਸ ਸਮੇਂ ਦੇ ਵਿੱਚ। ਹੁਣ ਉਹ ਪ੍ਰੋਸੈਸਿੰਗ ਦੁਬਾਰਾ ਜਿਹੜੀ ਹੈ ਸਟਾਰਟ ਕੀਤੀ ਹੈ। ਇਸ ਤੋਂ ਬਾਅਦ ਮੈਂ ਭਾਈ ਜੀ ਇਹ ਵੀ ਜ਼ਿਕਰ ਕਰਨਾ ਚਾਹੂਗਾ ਵੀ ਸਰਕਾਰ ਨੇ ਜਿਹੜੇ ਪਿਛਲੇ ਸਾਲ ਦੇ ਜਿਹੜੇ ਸਟੈਟ ਦਿੱਤੇ ਸੀ, ਖਾਸ ਕਰਕੇ ਇੰਡੀਆ ਦੇ ਵਿੱਚੋਂ ਜਿਹੜਾ ਰਿਫਿਊਜ਼ਲ ਰੇਟ ਹੈ ਉਹ ਬਹੁਤ ਅਲਾਰਮਿੰਗ ਰੇਟ ਤੇ ਵਧਿਆ ਹੋਇਆ, ਜਿਹਦੇ ਵਿੱਚ ਹਰੇਕ ਚੌਥਾ ਕੇਸ ਜਿਹੜਾ ਵਿਆਹ ਦਾ ਕੇਸ ਹੈ ਉਹ ਰਿਫਿਊਜ਼ ਹੋ ਰਿਹਾ। ਸੋ ਇਹ ਵੀ ਇੱਕ ਬੜਾ ਚਿੰਤਾ ਦਾ ਵਿਸ਼ਾ ਹੈ ਵੀ ਇੰਨੇ ਹਾਈ ਰਿਫਿਊਜ਼ਲ ਰੇਟ ਕਿਉਂ ਹੈ ਇੰਡੀਆ ਤੋਂ, ਖਾਸ ਕਰਕੇ ਕਿਉਂਕਿ ਸਰਕਾਰ ਨੇ ਜਿਹੜੇ ਫਿਲਟਰਸ ਨੇ ਬਹੁਤ ਟਾਈਟ ਰੱਖੇ ਹੋਏ ਨੇ। ਥੋੜੀ ਜਿਹੀ ਮਾਈਨਰ ਜਿਹੜੀ ਗਲਤੀ ਹੈ ਜੇ ਇੰਡੀਵਿਜੂਅਲ ਤੋਂ ਹੋ ਜਾਂਦੀ ਹੈ, ਚਾਹੇ ਉਹ ਇੰਟਰਵਿਊ ਦੇ ਦੌਰਾਨ ਜਾਂ ਪੇਪਰ ਵਰਕ ਫਾਈਲ ਕਰਨ ਦੇ ਦੌਰਾਨ, ਤਾਂ ਫਿਰ ਜਿਹੜਾ ਵੀਜ਼ਾ ਆਫਿਸਰ ਹੈ ਉਹ ਆਪਣੀ ਪੋਜੀਸ਼ਨ ਨੈਗੇਟਿਵ ਲੈ ਕੇ ਚੱਲਦਾ ਔਰ ਪੋਜੀਸ਼ਨ ਇਹ ਰੱਖਦਾ ਵੀ ਜਿਹੜਾ ਵਿਆਹ ਹੈ ਚਾਹੇ ਤਾਂ ਉਹਨਾਂ ਦਾ ਇਰਾਦਾ ਨਹੀਂ ਹੈ ਇਹ ਜਿਹੜਾ ਕੈਨੇਡਾ ਦੇ ਵਿੱਚ ਇਕੱਠੇ ਰਹਿਣ ਦਾ, ਜਾਂ ਫਿਰ ਇਹ ਵਿਆਹ ਜਿਹੜਾ ਕਿਸੇ ਕੰਟਰੈਕਟ ਦੇ ਰਾਹੀਂ ਕੀਤਾ ਗਿਆ, ਜਾਂ ਕਿਉਂਕਿ ਫੈਮਿਲੀ ਜ਼ਿਆਦਾ ਜਿਹੜੀ ਹੈ ਇੰਡੀਵਿਜੂਅਲ ਦੀ ਕੈਨੇਡਾ ਤੇ ਲਾਸਟ ਫੈਮਿਲੀ ਮੈਂਬਰ ਇੰਡੀਆ ਦੇ ਵਿੱਚ ਹੈ, ਤਾਂ ਫੈਸਿਲੀਟੇਟ ਕਰਿਆ ਜਾ ਰਿਹਾ, ਫੈਮਿਲੀ ਨੂੰ ਦੁਬਾਰਾ ਇਕੱਠਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸੋ ਇਹ ਬਹੁਤ ਇਹੋ ਜਿਹੇ ਰਸਤੇ ਜਿਹੜੇ ਮਾਫ ਕਰਨਾ ਇਹੋ ਜਿਹੇ ਡਿਸੀਜਨਸ ਹੈ, ਬੜੇ ਅਨਫੇਅਰ ਡਿਸੀਜਨਸ ਹੈ ਜਿਹੜੇ ਲਏ ਜਾ ਰਹੇ ਨੇ। ਇਹ ਵੀ ਇੱਕ ਬਹੁਤ ਸੀਰੀਅਸ ਇਸ਼ੂ ਹੈ, ਖਾਸ ਕਰਕੇ ਇੰਡੀਆ ਦੇ ਵਿੱਚੋਂ ਜਿਹੜੇ ਨਤੀਜੇ ਆ ਰਹੇ ਨੇ, ਜਿਵੇਂ ਹਰੇਕ ਚੌਥਾ ਕੇਸ ਰਿਫਿਊਜ਼ ਹੋਣਾ ਇਜ਼ ਵੈਰੀ ਹਾਈ ਅਤੇ ਅਲਾਰਮਿੰਗ ਹਾਈ ਰਿਫਿਊਜ਼ਲ ਰੇਟ ਹੈ। ਅੱਛਾ ਜੀ, ਅਖੀਰ ਦੇ ਵਿੱਚ 30 ਸੈਕਿੰਡ 'ਚ ਦੱਸਿਓ, ਇੱਕ ਮੁੰਡਾ ਵਰਕ ਪਰਮਿਟ ਤੇ ਸੀ ਅੰਟੈਰੀਓ 'ਚ, ਉੱਥੇ ਵਿਊਜ਼ਬ ਹੋ ਗਿਆ, ਜਿਹੜਾ ਐਮਪਲੋਇਰ ਸੀ ਉੱਥੋਂ ਆ ਗਿਆ, ਓਪਨ ਵਰਕ ਪਰਮਿਟ BC ਦਾ ਲੈ ਲਿਆ, PNP ਉਹ ਕਹਿੰਦੇ ਵੀ ਇੱਥੇ ਹੁਣ ਸਹੀ ਰਹੂ ਜਾਂ ਉੱਥੇ ਜਾ ਕੇ ਦੁਬਾਰਾ ਅਪਲਾਈ ਕਰੇ। ਹੁਣ ਵੈਸੇ ਡਿਪੈਂਡ ਕਰੂ ਬਈ, ਬਾਅਦ ਇਹ ਪੁੱਛਣ ਦੀ ਹੁੰਦਾ। ਹਾਂਜੀ ਹਾਂਜੀ, ਡਿਪੈਂਡ ਕਰੂ ਬਾਈ ਜੀ ਇਹਨਾਂ ਦੇ ਪੁਆਇੰਟਸ ਕਿੱਥੇ ਪੂਰੇ ਹੁੰਦੇ ਨੇ, ਕਿਉਂਕਿ ਓਨਟੇਰੀਓ ਨੇ ਵੀ ਆਲਰੇਡੀ ਡਿਕਲੇਅਰ ਕਰਤਾ ਅਗਲੇ 1.5 ਮਹੀਨੇ ਬਾਅਦ ਆਲਮੋਸਟ ਉਹ ਵੀ ਐਕਸਪ੍ਰੈਸ ਐਂਟਰੀ ਪੂਲ ਵਾਂਗੂ ਇੱਕ ਪੂਲ ਕ੍ਰੀਏਟ ਕਰ ਰਹੇ ਨੇ, ਜਿਹਦੇ ਵਿੱਚ ਐਪਲੀਕੇਸ਼ਨ ਜਿਵੇਂ BC-PNP ਦਾ ਪ੍ਰੋਸੈਸ ਰਨ ਹੁੰਦਾ ਉਸ ਤਰ੍ਹਾਂ ਹੀ ਰਨ ਕਰਾਂਗੇ, ਕਿਉਂਕਿ ਉੱਥੇ ਵੀ ਫਲੱਡ ਆਫ ਐਪਲੀਕੇਸ਼ਨਸ ਹੋ ਗਈਆਂ ਨੇ। ਤੋ ਪਰ ਉਹਨਾਂ ਨੂੰ ਜੇ ਉਹ ਮਿਲ ਸਕਦੇ ਨੇ ਸਾਡੇ ਆਫਿਸ ਦੇ ਵਿੱਚ, ਤਾਂ ਮੈਂ ਦੱਸ ਸਕਦਾ ਵੀ ਉਹਨਾਂ ਦੇ ਪੁਆਇੰਟ ਕਿੱਥੇ ਕੁਆਲੀਫਾਈ ਕਰਦੇ ਨੇ, ਤਾਂ ਕਿਹੜੀ ਆਪਸ਼ਨ ਉਹਨਾਂ ਲਈ ਬੈਟਰ ਰਹੇਗੀ। ਸੋ ਸਾਡੇ ਆਫਿਸ ਨੂੰ ਕੰਟੈਕਟ ਕੀਤਾ ਜਾ ਸਕਦਾ, ਸਰੀ ਆਫਿਸ 6045985555, ਜਾਂ ਫਿਰ ਐਬਸਫੋਰਡ ਜਿਹੜਾ ਹੈਗਾ ਨੰਬਰ 6048524444, ਜਾਂ ਵੈਬਸਾਈਟ ਤੋਂ ਵੀ ਪਤਾ ਕਰ ਸਕਦੇ ਨੇ www.cwccanada.com, ਤੇ ਉੱਥੇ ਮੈਂ ਇਹਨਾਂ ਨੂੰ ਫ੍ਰੀ ਐਡਵਾਈਸ ਜਿਹੜੀ ਉਹ ਦੇ ਸਕਦਾ ਜੀ। ਧੰਨਵਾਦ ਜੀ, ਸ਼ੁਭ ਸ਼ਾਮ। ਥੈਂਕ ਯੂ ਬਾਈ ਜੀ, ਥੈਂਕ ਯੂ। ਸਵਾਲ ਹੋਰ ਸੀ ਕਿਸੇ ਦਾ, ਮੈਂ ਹੁਣੇ ਪੁੱਛ ਕੇ ਹਟਿਆ ਉਹਨਾਂ ਨੂੰ ਕਿ ਮਾਪਿਆਂ ਦਾ ਜਿਹੜਾ ਮੈਡੀਕਲ ਹੋ ਗਿਆ, ਸੁਪਰ ਵੀਜ਼ੇ ਤੇ ਆਏ ਹੋਏ ਨੇ ਪਰ ਹਲੇ ਪਾਸਪੋਰਟ ਨਹੀਂ ਮੰਗਾਏ। ਬਿਲਕੁਲ ਜੀ, ਉਹ ਪ੍ਰੋਸੈਸ ਦੇ ਵਿੱਚ ਹੈ, ਕੋਵਿਡ ਕਰਕੇ ਬੈਕਅਪ ਹੋਈ ਹੈ, ਠੀਕ ਚੱਲ ਰਿਹਾ ਜਿਹੜਾ ਜਿੰਨਾ ਵੀ ਪ੍ਰੋਸੈਸ ਸਾਰੇ ਵੇਟਿੰਗ ਦੇ ਵਿੱਚ ਹੈ। ਤੁਸੀਂ ਨਹੀਂ ਤਾਂ ਕਦੇ ਵੀ ਉਹ ਜਾਂ ਨਾਰਮਲ ਹੋ ਗਿਆ ਤਾਂ ਪ੍ਰੋਸੈਸ ਜਿਹੜਾ ਸ਼ੁਰੂ ਹੋ ਸਕਦਾ। ਅੱਜ ਕੱਲ ਨਹੀਂ, ਹੁਣੇ ਇੱਕ ਕਿਤਾਬ ਸਾਡੇ ਸੂਬੇ ਦੇ ਰਹਿ ਚੁੱਕੇ ਮੁੱਖ ਮੰਤਰੀ ਉਜਲ ਦਸਾਂਝ ਉਹਨਾਂ ਨੇ ਲਿਖੀ ਹੈ। ਉਜਲ ਦਸਾਂਝ ਹੋਣੀ ਜਰਨੀ ਆਫਟਰ ਮਿਡਨਾਈਟ ਕਿਤਾਬ, ਆਪਣੀ ਬਾਇਓਗ੍ਰਾਫੀ ਲਿਖੀ ਹੈ ਉਹਨਾਂ ਨੇ, ਤੇ ਸਾਰੀ ਜ਼ਿੰਦਗੀ ਉਹ NDP ਰਹੇ ਤੇ ਫਿਰ ਉਹ ਲਿਬਰਲ 'ਚ ਜਾ ਵੜੇ। ਲਿਬਰਲ 'ਚ ਜਾ ਕੇ ਫਿਰ ਉੱਥੇ ਜਿਹੜੀ ਖਰੀਦੋ ਫਰੋਖਤ ਸ਼ੁਰੂ ਹੋਈ ਗੁਰਮੰਤ ਗਰੇਵਾਲ ਤੇ ਉਹਨਾਂ ਦੀ ਆਪਸ ਵਿੱਚ, ਤੇ ਉਹਦੇ ਵਿੱਚ ਵੀ ਖਾਸਾ ਵਿਵਾਦ ਜਿਹੜਾ ਹੋਇਆ। ਦੋਨੇ ਕਹਿੰਦੇ ਕਿਤਾਬਾਂ ਮੈਂ ਲਿਖਣੀਆਂ, ਇਹਨਾਂ ਨੇ ਵੀ ਲਿਖੀ, ਗੁਰਮੰਤ ਗਰੇਵਾਲ ਕਹਿੰਦੇ ਮੇਰੀ ਵੀ ਕਿਤਾਬ ਲਿਖੀ ਪਈ। ਉਜਲ ਦਸਾਂਝ ਹੋਣੀ ਉਸ ਕਿਤਾਬ ਦੇ ਵਿੱਚ ਅੰਗਰੇਜ਼ੀ ਦੇ ਵਿੱਚ ਲਿਖਦੇ ਆ, ਕਹਿੰਦੇ ਉਹਨਾਂ ਦਿਨਾਂ 'ਚ ਭਾਈਚਾਰੇ ਦੇ ਸਮਾਜਿਕ ਰੰਗ ਮੰਚ ਉੱਤੇ ਪੋਨੀ ਢੇਲ ਮਤਲਬ ਛੋਟੀ ਗੁੱਤ ਕੀਤੀ ਹੋਈ, ਪਿੱਛੇ ਨੂੰ ਵਾਲ ਬੰਨ੍ਹ ਕੇ ਦਾੜੀ ਵਾਲਾ ਤੇ ਚਸ਼ਮਾਧਾਰੀ ਰਪਦੁੰਮਣ ਮਲਕ ਹੁੰਦਾ ਸੀ।
कहता मैं ते मलक पहली बार एक शाम नूं इकट्ठे इकट्ठ च मिले, उस समय शराब ते सिगरट ऐन खुली वरताई जा रही सी। कहता उहदे तो बाद ओहदी पत्नी साडे घर भी आए। उस वेले दे मलक नूं देख के कियास नहीं सी कीता जा सकदा है कि इस शख्स नूं एयर इंडिया दी फ्लाइट 182 दे 329 मुसाफरां नूं आयरिश सागर विच 1985 विच उड़ाउण दा दोषी ठहरा के मुकदमा चलाया जा सकता। आउंदे सालां दौरान मलक एक लंबे बालां वाले हिप्पी तो बदल के एक स्टील आई फलादी नज़र वाला कट्टड़पंथी बन चुकिया सी। वो मैनू मेरे कानूनी दफ्तर में सतनाम ट्रस्ट को रजिस्टर कराने लिए भी मिलना आया। मतलब ये उज्जवल दोसांझ होनी लिखते हैं। फिक्चर ऑन द कम्युनिटी सोशल सेंस ऑन दोज डेज was pony-tailed, bearded and spectacled Ripudaman Malk. Malk and I met first at an evening get-together where the booze and smoke flowed freely. He and his wife subsequently visited us at home. Seeing Malk then, one could not have imagined that the man later accused and prosecuted on charges of blowing up Air India Flight 182 with its 329 passengers over the Irish Sea in 1985. Over the years, Malk changed from the long-haired hippie I had met into a steely-eyed orthodox man. He came to see me at my office to register the Satnam Trust. उज्जवल दोसांझ होनी हुण किताब बायोग्राफी उन्हें लिखी है, जर्नी आफ्टर मिडनाइट। सारी जिंदगी वो कामरेड प्रवृत्ति दे रहे, NDP दे विच काम करते रहे। 1984 दे विच साके नीले तारे दे समय साके नीले तारे नूं वाजिब शायद उन्होंने ठहराया ते उस समय बड़ा रोह उन्होंने खिलाफ सी। उन्होंने सट्टां बहुत मारिया गई। फिर राजनीति च आ गए। राजनीति दे विच फिर वो जब ग्लैन क्लार्क तो बाद प्रीमियर बने, प्रीमियर बनने तो बाद फिर सीधा ही फिर चल लिबरल दे विच। ये अक्सर ही कहते हैं कि लोग के NDP ते लिबरल बहुत दोनों पार्टियां सिमिलैरिटी है। हुण भी उन्होंने मेरे ख्याल बाल बढ़ाए हुए पिछे नूं ते हुण उन्होंने अपनी किताब लिखी है। खालिस्तानी धिरां दे पूरे कट्टड़ आलोचक रहे ने, पर प्रीमियर बन के फिर दशमेश दरबार दे विच उत्थे ही थल्ले आके बैठ के जिथे योधियां दीयां तस्वीरां कंधां ते लगियां होईयां जिन्हां दे खिलाफ रहे। राजनीति है जिहड़ी वो बहुत कुछ सिखाउंदी है बंदे नूं। राजनीति करनी जिहड़ी वो सिखणी ते अपनी कदरां कीमतां दो चीज़ां बहुत अलग ने। अपनी जिंदगी दी कदरां कीमतां समझ के राजनीति करनी अज दे समय च मेरे ख्याल इंपॉसिबल है, बहुत ज्यादा। हाँ, लोकां दा जोर नाल चढ़ जवे कि वे कहानियों कोई नहीं, अपने अपने हक्कां ते अपनी गलबात इस तरह ही कायम रहो, असीं तेरे नाल, लोग नाल हो जाण, फिर राजनीति धड़ल्ले दी भी हो सकदी, जां फिर जितण तो बाद च भी धड़ल्ला हो सकदा। इहो जी गल नहीं है कि पार्टी की शिकल ही सदा तुहाडे उपर रहिंदी है। बंदे दा मन होवे वो वधिया कर सकदा। राजनीति का माहौल गर्म है। मैनूं इउं लगदा है जिहड़ी तिड़क भैंस हुंदी फिरदी है बई पर दे आखिरी हफ्ते दे विच सूबे दी इलैक्शन दी आवाज़ आ सकदी है। सरी शहर दे विच सरी दे सिटी काउंसलर डग एल्फर्ड ने यह कहा कि शहर दे विच वार्ड सिस्टम चाहिए। जिहड़े कौंसल रिप्रजेंटेशन है वो वार्ड दे विचों चाहिए। वार्ड सिस्टम ये है भी नेबरहुड दे विच मान लो बई न्यूटन का एक एरिया, फलीटवुड का एक एरिया, उस तो बाद क्लोवरडेल का एक एरिया, इस तरह ये अलग अलग एरिए दे विचों यह शहर दे विच ये होवे। यह सिस्टम 1879 तो 1957 तक वार्ड सिस्टम रहा। 162 म्यूनसिपैलिटियां ने सूबे दे विच, उन्हां दे विचों वार्ड सिस्टम ते दूसरा जिहड़ा फस्ट पास दा पोल जिहड़ा
फस्ट पास द पोस्ट ਜਿਹੜਾ ਉਹ ਵੀ सिस्टम ਚੱਲਦਾ ਤੇ ਹੁਣ ਸ਼ਹਿਰ ਹੋ ਗਿਆ ਵੱਡਾ 7 ਲੱਖ ਦੇ ਕਰੀਬ ਸ਼ਹਿਰ ਦੀ ਵਸੋਂ 5.5 6 7 ਲੱਖ ਵਾਰਡ ਸਿਸਟਮ ਦੇ ਵਿੱਚ ਤੁਹਾਡੀ ਬਹੁਤ ਰੀਅਲ ਰਿਪਰੈਜ਼ੈਂਟੇਸ਼ਨ ਹੋ ਸਕਦੀ ਉਹ ਹੋਵੇਗੀ ਇਸ ਤਰ੍ਹਾਂ ਕਿ मतलब रीयल जिहड़ी रिप्रजेंटेशन जिहड़े लोग सोचते हैं इस तरह हो सकती है वड्डी म्यूनसिपैलिटी दे विचों अलग अलग एरिए दे विच वार्ड सिस्टम दे विचों लोग जिहड़े खित्ते च रहिंदे ने उस खित्ते दीयां मुश्किलां ओह लैके जा सकदे ते तो इहदे लई ये बहुत जरूरी है कि वार्ड सिस्टम जिहड़ा तुसीं ये जिहड़ा होवे तो ये मंग हुण पहली बार एक कौंसल वालों शुरू होनी इहदे पिछे की गल है पर शहर दे लोग की चाहुंदे 144 247 1550 अज आपां इहदे ते गल करदे हां कि की वार्ड सिस्टम ठीक है शहर लई सरी शहर दे विच वार्ड सिस्टम होना चाहिए 144 247 1550 तुसी इस पे गलबात करो ये तर्क रहा है पहला तो ही ये ठीक है साडे कोल 8 हुण कौंसल हैगे आ इस भाईचारे दे विचों मनदीप सिंह नागरा ने मनदीप सिंह नागरा उन्होंने जे भी ग्रास रूट्स से बंदा काम करे तो उत्थों चले जाए बहुत उन्होंने कॉप फॉर कैंसर दे लई पिछले 10 वरे काम किया ते उहदे बाद फिर ਉਹ ਇਹਦੇ ਵਿੱਚ ਜਿੱਤੇ ਤੇ ਹੁਣ ਕਮਿਊਨਿਟੀ ਦੇ ਕੰਮਾਂ ਕਾਰਾਂ ਦੇ ਲਈ ਉਹ ਧੜੱਲੇ ਨਾਲ ਕੰਮ ਕਰਦਾ ਜਿੰਨੀ ਉਹਨਾਂ ਦੀ ਐਕਸੈਸਿਬਿਲਿਟੀ ਹੈ ਉਹ ਮੇਰੇ ਖਿਆਲ ਕਿਸੇ ਕੌਂਸਲ ਦੇ ਵਿੱਚੋਂ ਨਹੀਂ ਹੋਣੀ ਜਿੰਨੇ ਫੋਨ ਉਹਨਾਂ ਨੂੰ ਜਾਂਦੇ ਜਿਸ ਤਰ੍ਹਾਂ ਉਹ ਕਮਿਊਨਿਟੀ ਨੂੰ ਸਰਵ ਕਰਦੇ ਆ ਜਿਹਨੇ ਕਿਸੇ ਨੇ ਵੋਟ ਪਾਈ ਨਹੀਂ ਪਾਈ ਕਿਹੜਾ ਕੋਈ ਇਹਦੇ 'ਚ ਪਤਾ ਲੱਗਦਾ ਈਵਨ ਆਪੋਜੀਸ਼ਨ ਦੇ ਓਪਨ ਜਿਹੜੇ ਸਪੋਰਟਰ ਸੀ उन्होंने ये सी कि साडा ये बाद औखा हो जाना सानू ये हो जाना नहीं कोई नहीं सारे इस खुश ने सारिਆਂ ਨੂੰ ਜਿਹੜਾ ਇਹਦੇ ਵਿੱਚ ਉਹ ਆਪਣੇ ਵੱਲੋਂ ਕੋਸ਼ਿਸ਼ ਕਰਦੇ ਆ ਤੇ ਵਧੀਆ ਨਿੱਘੇ ਸੁਭਾਅ ਦੇ ਬੰਦੇ ਆ ਇਸ ਤਰ੍ਹਾਂ ਹੀ ਕਮਿਊਨਿਟੀ ਦੇ ਵਿੱਚ ਜਿੱਥੇ ਸਾਡੀ ਸੰਘਣੀ ਵਸੋਂ ਹੈ ਉਸ ਸੰਘਣੀ ਵਸੋਂ ਦੇ ਵਿੱਚੋਂ ਸਾਡੇ ਰਿਪਰੈਜ਼ੈਂਟੇਟਿਵ ਜਾਣੇ ਚਾਹੀਦੇ ਹੋ ਜਿਹੜੀ ਕਿ ਗੱਲ ਸੂਬੇ ਦੀ ਵਧੀਆ ਸ਼ਹਿਰ ਦੀ ਵਧੀਆ ਹੋ ਸਕੇ ਇਹ ਵਾਰਡ ਸਿਸਟਮ ਚਾਹੀਦਾ ਸ਼ਹਿਰ 'ਚ ਸਰੀ 'ਚ ਜਾਂ ਜਿੱਥੇ ਵੀ ਤੁਹਾਡੀ ਮਿਊਨਿਸਪੈਲਿਟੀ ਆ ਉੱਥੇ ਦੀ ਵੀ ਤੁਸੀਂ ਗੱਲ ਕਰ ਸਕਦੇ ਹੋ 144 247 1550 ਇਸ ਨੰਬਰ ਤੇ ਤੁਸੀਂ ਹੁਣ ਕਾਲ ਕਰ ਸਕਦੇ ਕਰਾਊਨ ਪੈਲੇਸ ਬੈਂਕਟ ਹਾਲ ਵਾਲੇ ਤੁਹਾਨੂੰ ਹੁਣ ਰੈਸਟੋਰੈਂਟ ਦੀ ਸਰਵਿਸ ਦਿੰਦੇ ਆ 4 ਤੋਂ 4 ਤੱਕ ਟਿਊਜ਼ਡੇ ਤੋਂ ਲੈ ਕੇ ਸੰਡੇ ਤੱਕ ਮੰਗਲਵਾਰ ਤੋਂ ਲੈ ਕੇ ਐਤਵਾਰ तक 4 बजे तो रात के 11 बजे तक 604 267 0045 खाना जिहड़ा है वो बहुत वधिया बहुत स्वादला आप ख्याल रख के हुंदल साहब बनवाउंदे आ 604 267 0045 क्राउन पैलेस बैंकुट हॉल 4 बजे तो 11 बजे तक खाना ऑर्डर कर सकते हो जो भी तुसीं एपेटाइजर तो लैके मेन कोर्स तक जिहड़ा भी खाना तुसीं रेस्टोरेंट जिस तरह करना ऑर्डर उस तरह ऑर्डर कर सकते हो 604 267 0045 समेर ड्राईवाल वालियां नूं कलोना दे विच वर्कर चाहिए आ जिहड़े बोर्ड का काम कर सकन टेप का काम कर सकन फिनिश कर सकन अपने ड्राईवाल नूं सारा काम बसों रिहायश ते होर सहूलतां वधिया तनख्वाह 604 355 30 नंबर है समेर ड्राइव वाले 6043553030 ਇਹ ਸਰੀ ਦੇ ਵਿੱਚ ਵਾਰਡ ਸਿਸਟਮ ਚਾਹੀਦਾ 2022 ਦੇ ਵਿੱਚ ਇਲੈਕਸ਼ਨ ਹੋਣੀ ਹੈ
2022 ਦੀ ਇਲੈਕਸ਼ਨ 'ਚ ਤੁਸੀਂ ਵਾਰਡ ਸਿਸਟਮ ਨਾਲ ਆਪਣੇ ਕੌਂਸਲਰ ਚੁਣਨਾ ਚਾਹੁੰਦੇ ਹੋ ਵੀ ਜਿਹੜਾ ਕੌਂਸਲਰ ਜਿਹੜਾ ਬੰਦਾ ਕੋਈ ਆਪਣੇ ਵਾਰਡ ਸਿਸਟਮ ਆਪਣੇ ਏਰੀਏ 'ਚ ਕੰਮ ਕਰੇ ਉਹਦੀ ਰਿਪਰੈਜ਼ੈਂਟੇਸ਼ਨ ਹੋਵੇ। 1/247 1550 ਇੱਥੇ ਹੀ ਇੱਕ ਸੋਗਮਈ ਸੂਚਨਾ ਹੈ ਕਿ ਸਰਦਾਰ ਰੇਸ਼ਮ ਸਿੰਘ ਨਰਵਾਲ 95 ਵਰ੍ਹਿਆਂ ਦੀ ਉਮਰ ਜਿਨ੍ਹਾਂ ਨੂੰ ਇੱਥੇ ਤੁਸੀਂ ਕਮਿਊਨਿਟੀ ਦੇ ਵਿੱਚ ਪੋਲੀਟੀਕਲ ਅਰੀਨਾ ਦੇ ਵਿੱਚ MLA MPs ਦੇ ਨਾਲ ਵੈਲ ਡਰੈਸਡ ਬਜ਼ੁਰਗ ਜਿਹੜੇ ਪਾਲੀ ਨਰਵਾਲ ਤੇ ਲਾਲੀ ਨਰਵਾਲ ਉਹਨਾਂ ਦੇ ਪਾਲੀ ਨਰਵਾਲ ਉਹਨਾਂ ਦੇ ਉਹ ਦਾਦਾ ਜੀ ਰੇਸ਼ਮ ਸਿੰਘ ਨਰਵਾਲ 95 ਸਾਲ ਦੀ ਉਮਰ ਦੇ ਵਿੱਚ ਉਹ ਸਵਰਗਵਾਸ ਹੋ ਗਏ ਨੇ ਸਤੰਬਰ 12 ਨੂੰ 3 ਦਿਨ ਪਹਿਲਾਂ ਤੇ ਸੰਸਕਾਰ ਉਹਨਾਂ ਦਾ 20 ਸਤੰਬਰ ਨੂੰ ਆਇਆ 12:30 ਵਜੇ ਸੰਡੇ ਨੂੰ 5 ਰਿਵਰ ਦੇ ਵਿੱਚ ਪਾਠ ਦਾ ਭੋਗ 2 ਵਜੇ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਸਰੀ ਦੇ ਵਿੱਚ। ਲਾਲੀ ਨਰਵਾਲ ਤੇ ਪਾਲੀ ਨਰਵਾਲ ਉਹਨਾਂ ਦੇ ਦਾਦਾ ਜੀ ਸਰ ਰੇਸ਼ਮ ਸਿੰਘ ਨਰਵਾਲ ਸਵਰਗਵਾਸ ਹੋ ਗਏ ਨੇ 95 ਵਰ੍ਹਿਆਂ ਦੀ ਉਮਰ 'ਚ। ਤੁਸੀਂ ਸਾਰੇ ਜਾਣਦੇ ਹੋ ਗੁਰਦੁਆਰਾ ਸਾਹਿਬ ਦੀ ਰਾਜਨੀਤੀ ਦੇ ਵਿੱਚ ਸੂਬੇ ਦੀ ਰਾਜਨੀਤੀ ਦੇ ਵਿੱਚ ਤੇ ਫੈਡਰਲ ਰਾਜਨੀਤੀ ਸਾਡੇ ਰਾਜਨੀਤਿਕ ਬੰਦੇ ਉਹਨਾਂ ਦੀ ਸਲਾਹ ਲੈਂਦੇ ਰਹੇ ਤੇ ਬਹੁਤ ਐਕਟਿਵ ਬਜ਼ੁਰਗ ਵੈਲ ਡਰੈਸਡ ਬਜ਼ੁਰਗ ਹਰ ਵਕਤ ਤੇ ਹੁਣ ਆਖਰੀ ਉਮਰ ਤੱਕ 95 ਵਰ੍ਹਿਆਂ ਦੀ ਉਮਰ 'ਚ 1.5 ਸਾਲ ਪਹਿਲਾਂ ਉਹ ਜਿਹੜੇ ਕਾਰ ਵਗੈਰਾ ਚਲਾਉਣੀ ਉਹਨਾਂ ਨੇ ਛੱਡੀ ਹੈ। ਲਾਲੀ ਨਰਵਾਲ ਹੋਣੀ ਸਾਡੇ ਬਹੁਤ ਪਿਆਰੇ ਮਿੱਤਰ ਨੇ ਭਰਾ ਨੇ ਉਹਨਾਂ ਦੇ ਉਹ ਦਾਦਾ ਜੀ ਜਿਹੜੇ ਸਨ 604 617 6247 ਨੰਬਰ ਹੈ ਲਾਲੀ ਨਰਵਾਲ ਦਾ 604617 6247 ਇਸ ਨੰਬਰ ਤੇ ਪਰਿਵਾਰ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ 604 617 6247 ਸਰ ਰੇਸ਼ਮ ਸਿੰਘ ਨਰਵਾਲ ਜੀ ਸਵਰਗਵਾਸ ਹੋ ਗਏ ਨੇ 95 ਵਰ੍ਹਿਆਂ ਦੀ ਉਮਰ। ਉਹ ਜਿਹੜਾ ਸੰਸਕਾਰ ਆ ਐਤਵਾਰ ਆ 12:30 ਵਜੇ 604 617 6247 ਲਾਲੀ ਨਰਵਾਲ ਹੋਣਾ ਦਾ ਨੰਬਰ ਹੈ। ਜਸਵੰਤ ਸਿੰਘ ਬਰਾੜ ਜੀ ਤੁਸੀਂ 에ਅਰ ਤੇ 9 ਨੰਬਰ 2। ਹਾਂਜੀ ਗਿਲ ਸਾਹਿਬ ਪਹਿਲੀ ਗੱਲ ਸਤਿ ਸ੍ਰੀ ਅਕਾਲ। ਦੂਜਾ ਹੈਗਾ ਬੜਾ ਭਖਮਾ ਮਸਲਾ ਲੈ ਕੇ ਆਏ ਤੁਸੀਂ। ਇਹਦੇ ਵਿੱਚ ਮੇਰੀ ਜਿਹੜੀ ਰਾਏ ਹੈਗੀ ਉਹ ਮੇਰੀ ਰਾਏ ਇਹ ਹੈ ਜੀ ਇਹ ਜਿਹੜਾ ਵਾਰਡ ਸਿਸਟਮ ਹੈ ਇਹ ਐਕਚੁਅਲੀ ਸਿੰਸੀਅਰ ਰੈਪਰਜੈਂਟੇਸ਼ਨ ਜਿਹੜੀ ਹੈਗੀ ਕੰਸਟੀਟਿਊਂਟ ਦੀ ਇਸੇ ਰਾਹੀਂ ਹੋ ਸਕਦੀ ਹੈ ਕਿਉਂਕਿ ਇਹ ਅਕਾਊਂਟੇਬਿਲਿਟੀ ਖੜੀ ਕਰਦਾ ਹੈ। ਉਸ ਕਾਉਂਸਲਰ ਨੂੰ ਉਸ ਹਲਕੇ ਦੇ ਲੋਕ ਜਾਣਦੇ ਹੋਣਗੇ ਉਹ ਜਾ ਕੇ ਜਿਹੜਾ ਹੈਗਾ ਉਹਦੇ ਨਾਲ ਮਿਲਣਗੇ ਉਹਨਾਂ ਦੇ ਕੰਮ ਕਰੂਗਾ ਤੇ ਫਿਰ ਹੀ ਉਹ ਅਕਾਊਂਟੇਬਲ ਹੋਊਗਾ ਉਹਨਾਂ ਦੀ ਵੋਟਾਂ ਵੇਲੇ। ਜਦੋਂ ਸਾਰੇ ਸਿਟੀ ਦੀਆਂ ਇਕੱਠੀਆਂ ਵੋਟਾਂ ਪੈਂਦੀਆਂ ਉਦੋਂ ਅਕਾਊਂਟੇਬਿਲਿਟੀ ਕਿਸੇ ਨੂੰ ਨਹੀਂ ਪੈਂਦੀ ਕਲੈਕਟਿਵ ਹੁੰਦੀ ਹੈ। ਦੂਜੀ ਜੇ ਅਸੀਂ MP ਤੇ MLA ਦੀਆਂ ਵਾਰਡ ਸਿਸਟਮ ਹੀ ਉੱਥੇ ਨੇਗੇ ਉੱਥੇ ਕੰਸਟੀਚੁਐਂਸੀ ਨਹੀਂ ਆ ਤੇ ਸਿਟੀ 'ਚ ਕਿਉਂ ਨਾ ਲਾਗੂ ਕੀਤਾ ਜਾਵੇ ਇਹ ਸੋ ਇਸ ਗੱਲ ਕਰਕੇ ਤੀਜੀ ਗੱਲ ਜਿਹੜੀ ਉਹ ਹੈਗੀ ਵੀ ਹਮੇਸ਼ਾ ਵਾਰਡ ਸਿਸਟਮ ਦੇ ਵਿੱਚ ਮਾਈਨੋਰਿਟੀਜ਼ ਕਮਿਊਨਿਟੀ ਨੂੰ ਬੈਨੀਫਿਟ ਹੁੰਦਾ ਹੈ ਕਿਉਂਕਿ ਵੈਸੇ ਜਿਹੜਾ ਹੈਗਾ ਹੋਲ ਸਿਟੀ ਦੇ ਵਿੱਚ ਜਿਹੜਾ ਹੈਗਾ ਜਦੋਂ ਅਸੀਂ ਪਾਪੂਲੇਸ਼ਨ ਗਿਣਦੇ ਹਾਂ ਤਾਂ ਮੈਜੋਰਿਟੀ ਜਿਹੜਾ ਹੈਗਾ ਜ਼ਿਆਦਾ ਮੈਜੋਰਿਟੀ ਸੀਟ ਲੈ ਕੇ ਜਾਏਗੀ। ਮਾਈਨੋਰਿਟੀ ਨੂੰ ਭਾਵੇਂ ਉਹਨਾਂ ਦੀ ਮਾਈਨੋਰਿਟੀ ਵਾਲਿਆਂ ਦੀ ਭਾਵੇਂ ਉਹ ਜ਼ਿਆਦਾ ਪਾਪੂਲੇਸ਼ਨ ਹੋਵੇ ਤਾਂ ਵੀ ਇਸ ਜਿਹੜਾ ਹੋਰ ਸਿਸਟਮ ਚੱਲਦਾ ਸਿਟੀ ਦਾ। ਸੋ ਇਸ ਕਰਕੇ ਜਿਹੜਾ ਹੈਗਾ ਆਲ ਆਸਪੈਕਟ ਜਿਹੜਾ ਹੈਗਾ ਕਿਹਾ ਜਾ ਸਕਦਾ ਵੀ ਵਾਰਡ ਸਿਸਟਮ ਵੈਰੀ ਵੈਰੀ ਇੰਪੋਰਟੈਂਟ ਹੈ ਤੇ ਹੋਣਾ ਚਾਹੀਦਾ। ਥੈਂਕ ਯੂ ਬਰਾੜ ਸਾਹਿਬ ਥੈਂਕ ਯੂ ਧੰਨਵਾਦ। ਬਿਲਕੁਲ ਜਾਂ ਨਾਂ ਲਿਖੇ ਹੋਏ ਨੇ ਉੱਥੇ ਨੌਂ 'ਚ ਹੁਣ ਸ਼ਹਿਰ ਦੇ ਵਿੱਚ 6 ਲੱਖ ਦੀ ਵਸੋਂ ਹੈ। 6 ਲੱਖ ਦੀ ਵਸੋਂ ਦੇ ਵਿੱਚ ਅਸੀਂ ਲੱਖ ਵੱਧ ਤੋਂ ਵੱਧ ਜਿਹੜੇ ਸਾਊਥ ਏਸ਼ੀਅਨ ਆ ਪੰਜਾਬੀ ਲਾ ਲਓ ਬਾਕੀ ਹੋਰ ਵਸੋਂ ਨੇ। ਨੌਂ ਅਗਲਾ ਪੜ੍ਹਦਾ ਚਿਹਰਾ ਅਗਲਾ ਪੜ੍ਹਦਾ ਹੈ ਹਲੇ ਵੀ ਪੂਰਾ ਨਾਂ ਲਿਖ ਕੇ ਆਪਣਾ ਸਿੰਘ ਲਿਖ ਕੇ ਤੇ ਲਾਸਟ ਨੇਮ ਲਿਖ ਕੇ ਜਿੱਤਣਾ ਬਹੁਤ ਔਖਾ। ਨਿਕ ਨੇਮ ਤੇ ਲਾਸਟ ਨੇਮ ਲਿਖ ਕੇ ਪਤਾ ਹੀ ਨਹੀਂ ਲੱਗਦਾ ਤੇ ਉੱਪਰੋਂ ਰੰਗ ਸਾਫ਼ ਹੋਵੇ ਲੋਕ ਭੁਲੇਖੇ ਨਾਲ ਵੋਟਾਂ ਪਾਉਂਦੇ ਨੇ ਤਾਂ ਵੋਟਾਂ ਵੱਧ ਪੈ ਜਾਂਦੀਆਂ ਨੇ। ਜੇ ਹੁਣ ਲਿਖਣਾ ਹੋਵੇ ਹਰਬਖਸ਼ ਸਿੰਘ ਬਰਾੜ ਤਾਂ ਬੜਾ ਔਖਾ ਤੇ ਜਾਂ ਤੁਹਾਨੂੰ ਸਲੇਟ ਵਧੀਆ ਮਿਲੇ ਸਲੇਟ ਦੇ ਵਿੱਚ ਤੁਹਾਨੂੰ ਬਲਾਕ ਵੋਟਿੰਗ ਪੈਂਦੀ ਆ ਤਾਂ ਤੁਸੀਂ ਜਿੱਤਦੇ। ਇੰਡੀਪੈਂਡੈਂਟ ਆਪਣੀ ਆਇਡੈਂਟੀਟੀ ਦੇ ਨਾਲ ਘੱਟ ਗਿਣਤੀ ਦੇ ਵਿੱਚ ਰਹਿ ਕੇ ਕੌਂਸਲਰ ਬਣਨਾ ਬਹੁਤ ਔਖਾ। MLA MPਆਂ ਦੇ ਨਾਲੋਂ ਕੌਂਸਲਰ ਬਣਨਾ ਬਹੁਤ ਔਖਾ। 40-42 ਹਜ਼ਾਰ ਵੋਟ ਲੈਣੀ ਘੱਟੇ ਘੱਟ ਬਹੁਤ ਔਖੀ ਹੈ। ਲਾਸਟ 45 ਹਜ਼ਾਰ ਵਾਲਾ ਖਾਲੀ 43 ਹਜ਼ਾਰ ਵਾਲਾ ਬਣਿਆ ਪਿਛਲੀ ਵਾਰ। MLA ਬਣਨਾ ਸਭ ਤੋਂ ਸੌਖਾ 7 ਹਜ਼ਾਰ 8 ਹਜ਼ਾਰ ਵੋਟ ਹੈ। MP ਬਣਨਾ ਉਦੋਂ ਔਖਾ
ਪਰ ਕੌਂਸਲਰ ਬਣਨਾ ਸਭ ਤੋਂ ਔਖਾ। ਜਿਵੇਂ ਸਰਦਾਰ ਜਸਵੰਤ ਸਿੰਘ ਬਰਾੜ ਉਹਨਾਂ ਨੇ ਕਿਹਾ, ਮਿਨੋਰਿਟੀ ਲਈ ਇਹ ਬਹੁਤ ਚੰਗਾ। ਤੇ ਥੋੜੇ ਏਰੀਏ ਦੇ ਵਿੱਚ ਮੰਨ ਲਓ ਬਈ ਇੱਕ ਨਿਊਟਨ ਦੇ ਵਿੱਚੋਂ ਹੀ ਕੱਲ੍ਹ ਨੂੰ ਰਿਪਰੈਜ਼ੈਂਟੇਸ਼ਨ ਹੋਵੇ। ਨਿਊਟਨ ਜੀ ਹਾਈਵੇ 10 ਤੋਂ ਲੈ ਕੇ 80 ਕਿੰਗ ਜਾਰਜ ਤੋਂ ਲੈ ਕੇ ਸਕਾਟ ਰੋਡ, ਇਹਦੇ ਵਿੱਚ ਇਹ ਵਾਰਡ ਸਿਸਟਮ ਆ ਜੀ। ਇੱਕ ਇਹਦੇ ਵਿੱਚ ਬੰਦੇ ਖੜੇ ਆ, ਉਹਨੂੰ ਗਲੀ ਗਲੀ ਦਾ ਕੌਂਸਲਰ ਨੂੰ ਪਤਾ ਹੋਵੇ ਤੇ ਉਹੀ ਲੋਕ ਉਹਨੂੰ ਅਪਰੋਚ ਕਰਦੇ ਹੋਣ। ਤੇ ਵਾਰਡ ਦੇ ਵਿੱਚ ਇੱਕ ਉਹਦਾ ਪਰਸਨਲ ਦਫ਼ਤਰ ਬਣਿਆ ਹੋਵੇ, ਜਿੱਥੇ ਇੱਕ ਦਿਨ ਉਹਨੇ ਸਿਟੀ ਹਾਲ ਜਾਣਾ, ਬਾਕੀ ਦਿਨ 5 ਦਿਨ ਉਹਨੂੰ ਪਰਸਨਲ ਉਹ ਦਫ਼ਤਰ ਹੋਵੇ, ਜਿੱਥੇ ਲੋਕ ਆ ਕੇ ਉਹਨੂੰ ਜਾ ਕੇ ਮਿਲ ਸਕਣ। ਉਹਦਾ ਅਸਿਸਟੈਂਟ ਇੱਕ ਰੱਖਿਆ ਹੋਵੇ ਉੱਥੇ, ਫੇਰ ਸਿਸਟਮ ਵਰਕਆਊਟ ਹੋਏਗਾ। ਕੌਂਸਲਰ ਨੂੰ ਦਿਹਾੜੀ ਦੇ 200 ਫੋਨ ਆਉਂਦਾ। ਇੱਕ ਕਮਿਊਨਿਟੀ ਦੇ ਵਿੱਚੋਂ ਇੱਕ ਕੌਂਸਲਰ ਹੈ, ਉਹਨੂੰ 200 ਤੋਂ 300 ਫੋਨ ਦਿਹਾੜੀ ਦਾ ਆ ਰਿਹਾ। ਤੇ ਉਹ ਕਰੂਗਾ ਕੀ? ਬੰਦਾ ਕਮਲਾ ਹੋ ਜਾਂਦਾ ਹੱਥਨ ਤੱਕ। ਤੇ ਵਾਰ ਐਤਵਾਰ ਆਪਣੇ ਬੰਦੇ ਕੋਈ ਦਿਨ ਨਹੀਂ ਦੇਖਦੇ। ਉਹਦਾ ਜੱਜ ਜੀ ਕੀਤਾ ਉਹਨਾਂ ਨੇ, ਨਾ ਸੈਟਰਡੇ ਨਾ ਸੰਡੇ ਕੋਈ ਨਹੀਂ ਵੇਖਣ। ਮੰਨ ਲਓ ਅਸੀਂ ਜਿੰਨੇ ਅਸੀਂ ਮੀਡੀਆ 'ਚ ਤੁਰੇ ਫਿਰਦੇ ਹਾਂ, ਸਾਡਾ ਕੋਈ ਬਾਰ ਕੋਈ ਐਤਵਾਰ ਸਾਨੂੰ ਥੋੜਾ ਕੋਈ ਦੇਖਦਾ। ਸਵੇਰੇ 7 ਵਜੇ ਸੈਟਰਡੇ ਫੋਨ ਆਊ, 7 ਵਜੇ ਸੰਡੇ ਫੋਨ ਆਊ, ਰਾਤ ਨੂੰ 9 ਵਜੇ ਸੰਡੇ ਫੋਨ ਆਊ, ਸੈਟਰਡੇ ਫੋਨ ਆਊ। ਆਹ ਨਹੀਂ ਹੋ ਗਿਆ ਜੀ, ਆਹ ਹੋ ਗਿਆ, ਇੱਥੇ ਗੱਡੀ ਮਾਰ ਗਏ, ਇੱਥੇ ਆਹ ਹੋ ਗਏ, ਇੱਥੇ ਫਲਾਣੇ। ਉਹ ਮਤਲਬ ਅਸੀਂ ਕੀ ਕਰਨ ਜੋਗੇ? ਕੁਛ ਨਹੀਂ। ਤੇ ਕੌਂਸਲਰ ਦਾ ਕੀ ਹਾਲ ਹੁੰਦਾ ਉਹ 7 ਦਿਨ ਦੇ? ਜਾਂ ਉਹ ਫੋਨ ਚੱਕਣਾ ਬੰਦ ਕਰੂ। ਜਿਹਦਾ ਫੋਨ ਨਹੀਂ ਚੱਕਣਾ ਬੰਦ, ਉਹਦੀ ਰਾਜਨੀਤੀ ਦੇ ਤੌਰ ਤੇ ਛੁੱਟੀ। ਹਾਂ ਮੇਰਾ ਤਾਂ ਫੋਨ ਹੀ ਨਹੀਂ ਚੱਕਿਆ, ਕਿਉਂਕਿ ਜੱਜ ਦਾ ਜੱਜ ਹੀ ਕੀਤਾ ਸਾਡੇ ਹੱਥ 'ਚ ਫੋਨ ਆ। ਅਸੀਂ ਐਂ ਥੋੜਾ ਵੇਖਣਾ ਵੀ ਟਾਈਮ ਕੀ ਆ, ਤਾਂ ਹੁਣੇ ਹੀ ਕਰਨਾ ਤੇ ਹੁਣੇ ਪੁੱਛਣਾ। ਸੋ ਇਹ ਮੇਰੇ ਖਿਆਲ ਘੱਟ ਏਰੀਏ ਦੇ ਵਿੱਚ ਇੱਕ ਬੰਦਾ ਚੁਣੇ, ਉਹ ਵੀ ਅਸੀਂ ਦਿੰਦੇ ਹੀ ਆ। ਸਾਡੇ ਪੈਸਿਆਂ ਤੋਂ ਹੀ ਮਨਮਰਜ਼ੀਆਂ ਹੀ ਹੋਈਆਂ ਨੇ। ਕਦੇ ਸਰੀ ਡਿਵੈਲਪਮੈਂਟ ਕਾਰਪੋਰੇਸ਼ਨ ਬਣਾ ਲਈ, ਕਦੇ 100 ਮਿਲੀਅਨ ਦਾ ਦਫ਼ਤਰ ਬਣਾ ਲਿਆ। ਮਰਜ਼ੀਆਂ ਕੀਤੀਆਂ। ਡਾਇਨ ਵਾਟਸ ਨੇ ਕਿਤੇ ਮਰਜ਼ੀ ਨਹੀਂ ਕੀਤੀ, ਐਨ ਚਲਾਈਆਂ ਚੰਮਦੀਆਂ ਵੀ ਜਿਹੜੀਆਂ ਚਲਾਉਣੀਆਂ। ਡਿਵੈਲਪਮੈਂਟ ਕਾਰਪੋਰੇਸ਼ਨ ਬਣਾਓ, ਇਹਦੇ ਵਿੱਚ ਇੱਕੋ ਹੀ ਰੀਲਟਰ ਖਰੀਦੂ, ਇਹ ਇੱਕੋ ਰੀਲਟਰ ਵੇਚੂ, ਸਾਡੀ ਚੱਲੂ, ਸਾਡੀ ਸਰਦਾਰੀ ਆ, ਸਾਨੂੰ ਕੌਣ ਚੈਲੰਜ ਕਰ ਦੂ? ਅਸੀਂ ਸ਼ੀਸ਼ੇ ਵਾਲਾ ਦਫ਼ਤਰ ਬਣਾਉਣਾ 100 ਮਿਲੀਅਨ ਦਾ, ਅਸੀਂ ਬਣਾਵਾਂਗੇ, ਰੋਕੋ ਕੋਈ। ਜਿਹੜੇ ਖਿਲਾਫ ਇਸ ਚੀਜ਼ ਦੇ ਬੋਲਦੇ ਸੀ ਧਿਰਾਂ ਦੇ ਵਿੱਚ, ਉਹ ਹੁਣ ਇੱਧਰ ਨੂੰ ਜੱਫੀਆਂ ਪਾਉਂਦੇ ਫਿਰਦੇ ਆ, ਕਿਉਂਕਿ ਉਹਨਾਂ ਦਾ ਕੰਮ ਆ ਵੀ ਸਾਡੇ ਦਮੜੇ ਕਿੱਥੋਂ ਬਣਨੇ। ਸਾਨੂੰ ਪਾਰਟੀਆਂ ਦਾ ਨਹੀਂ ਕੋਈ ਰੌਲਾ ਹੈ, ਪਾਰਟੀ ਕੋਈ ਹੋਵੇ, ਅਸੀਂ ਮੈਨੂਪੂਲੇਸ਼ਨ ਕਿਵੇਂ ਕਰਨੀ ਆ। ਮੈਨੂਪੂਲੇਟਰ ਜਿਹੜੇ ਨੇ ਉਹ ਫਿਰ ਸ਼ਹਿਰ ਦੀ ਰਾਜਨੀਤੀ ਘੁਮਾਉਂਦੇ ਨੇ, ਕਿਹਨੂੰ ਮੈਂ MLA ਬਣਾਉਣਾ, ਕਿਹਨੂੰ ਮੈਂ MP ਬਣਾਉਣਾ, ਕਿਹਨੂੰ ਮੈਂ ਕੌਂਸਲਰ ਬਣਾਉਣਾ। ਉੱਥੇ ਲੱਗਾ, ਬਾਕੀ ਸ਼ਹਿਰ ਦੇ ਵਿੱਚ ਬੰਦਾ ਹੀ ਨਹੀਂ ਵੱਸਦਾ ਕੋਈ। ਇਹੋ ਜਿਹੇ ਲੋਕ ਨੇ ਜਿਹੜੇ ਗਰਦਨ ਨੀਵੀਂ ਕਰਦੇ ਨੇ। ਇਹਦੇ ਕਰਕੇ 4 ਪੈਸੇ ਖਾਤਰ ਕੋਈ ਦਿੰਦਾ ਤੁਹਾਨੂੰ, ਆਮ ਬੰਦਾ ਦਾ ਦੀਵਾਨੀ ਦੇ ਦੂ। ਕਿਸੇ ਅਮੀਰ ਤੋਂ ਤੁਸੀਂ ਚਾਹ ਦਾ ਕੱਪ ਪੀ ਕੇ ਤਾਂ ਦਿਖਾਇਓ ਕਿਸੇ ਤੋਂ। ਐਵੇਂ ਭੁਲੇਖੇ 'ਚ ਨਾ ਫਿਰਿਆ ਕਰੋ ਵੀ ਮੈਨੂੰ ਕੋਈ ਸਾਡਾ ਕਰ ਦੂ। ਦੀਵਾਨੀ ਨਹੀਂ ਕੋਈ ਕਰਦਾ, ਪਰ ਰਿਪਰੈਜ਼ੈਂਟੇਸ਼ਨ ਸਿਟੀ ਦੇ ਵਿੱਚ ਤੁਹਾਡੀ ਚਾਹੀਦੀ ਹੈ, ਹੋਵੇ ਜਿਹੜੇ ਏਰੀਏ ਤੁਸੀਂ ਰਹੋ ਉੱਥੇ ਦੀ। ਵਾਰਡ ਸਿਸਟਮ ਹੈ ਜਿਹੜਾ, ਉਹ ਸਰੀ 'ਚ ਲੱਗਣਾ ਚਾਹੀਦਾ ਜਾਂ ਨਹੀਂ। 144 247 1550 ਜਾਂ ਤੁਸੀਂ ਵੀ ਜਿਹੜੇ ਸ਼ਹਿਰ 'ਚੋਂ, ਤੁਸੀਂ ਆਪਣੇ ਸ਼ਹਿਰ ਦੀ ਵੀ ਗੱਲ ਕਰ ਸਕਦੇ। ਵਪਾਰਕ ਸੰਦੇਸ਼ ਇਹ ਲੋਕਲ ਮਸਲਾ ਹੈ, ਤੇ ਪਲੀਜ਼ ਇਹਦੇ ਤੇ ਗੱਲ ਕਰਿਆ ਕਰੋ, ਤਾਂ ਹੀ ਤੁਹਾਡੀ ਗੱਲ ਅੱਗੇ ਵੱਧਦੀ ਹੈ। ਕੱਲ ਪੰਜਾਬ ਦੀ ਗੱਲ ਤੋਰੀ ਤੇ ਸਾਰੀ ਆਇਆ 1.5 ਘੰਟਾ, ਇਹਦੇ ਤੇ ਵੀ ਗੱਲ ਕਰਿਆ ਕਰੋ ਜਿੱਥੇ ਤੁਸੀਂ ਵੱਸਦੇ ਹੋ। 184424715550 ਬਾਤ ਸਾਹਿਬ। ਸਰ ਜਸਵਿੰਦਰ ਸਿੰਘ ਜੀ, ਲਾਈਨ ਨੰਬਰ 4, ਤੁਸੀਂ ਏਅਰ ਤੇ ਹੋ। ਸਰਦਾਰ ਅਜੀਤ ਸਿੰਘ ਜੀ, ਤੁਹਾਨੂੰ ਤੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਦੇਸ਼ਾ ਜੀ, ਪਹਿਲਾਂ ਤਾਂ ਤੁਹਾਡਾ ਧੰਨਵਾਦ ਜੀ। ਇਹ ਜਿਹੜਾ ਮੁੱਦਾ ਆ ਇਹ ਬੜਾ ਜ਼ਰੂਰੀ ਆ ਆਪਣੇ ਸਿੱਖਿਓ ਸਰੀ ਲਈ, ਪਰ ਕਈ ਵਾਰੀ ਆਪਾਂ ਇਹਨਾਂ ਗੱਲਾਂ ਵੱਲ ਧਿਆਨ ਨਹੀਂ ਦਿੰਦੇ ਬਹੁਤਾ। ਇਹ ਦੇਖੋ ਜੋ ਕੁਛ ਆਪਣੇ ਸਿਟੀ ਆਫ ਸਰੀ ਦੇ ਵਿੱਚ ਹੋ ਰਿਹਾ ਪਿਛਲੇ ਲੰਮੇ ਸਮੇਂ ਤੋਂ, ਆਮ ਬੰਦਾ ਇਲੈਕਸ਼ਨ ਹੀ ਨਹੀਂ ਲੜ ਸਕਦਾ ਹੁਣ ਜਿਹੜੇ ਹਾਲਾਤ ਬਣੇ ਹੋਏ ਆ ਇੱਥੇ। ਬਿਲਕੁਲ, ਕਿਉਂਕਿ ਇੱਕ ਦੋ ਗਰੁੱਪ ਇਕੱਠੇ ਹੁੰਦੇ ਆ 15-20 ਬੰਦਿਆਂ ਦੇ ਪੈਸੇ ਵਾਲਿਆਂ ਦੇ, ਉਹ ਆਪਣੇ ਮਰਜ਼ੀ ਦੇ ਕੈਂਡੀਡੇਟ ਪਾਉਂਦੇ ਆ ਤੇ ਸਟੇਟ ਬਣਾ ਕੇ ਖੜਾ ਦਿੰਦੇ ਆ, ਫਿਰ ਉਹ 4 ਸਾਲ ਸਿਟੀ ਨੂੰ ਆਪਣੇ ਹਿਸਾਬ ਨਾਲ ਚਲਾਉਂਦੇ ਆ। ਸੋ ਸਾਨੂੰ ਸਿਟੀ ਦੇ ਵਿੱਚ ਵਾਰਡ ਸਿਸਟਮ ਚਾਹੀਦਾ ਤਾਂ ਕਿ ਏਰੀਏ ਦਾ ਬੰਦਾ ਰਿਪਰੈਜ਼ੈਂਟੇਟਿਵ ਹੋਵੇ, ਉਹਨੂੰ ਲੋਕੀ ਅਪਰੋਚ ਕਰ ਸਕਣ। ਹੁਣ ਇਹ ਜਿਹੜੇ ਪੁਰਾਣੀਆਂ ਪਾਰਟੀਆਂ ਵਾਲੇ ਆ, ਇਹ ਇਸ ਚੀਜ਼ ਨੂੰ ਅੰਦਰੋਂ ਅੰਦਰ ਹੀ ਵਿਰੋਧ ਕਰ ਰਹੇ ਆ। ਇਹ ਦੱਸ ਰਹੇ ਆ ਵੀ ਇਹ ਜੀ ਕੋਸਟਲੀ ਪੈਣਾ ਜੀ, ਇਹਦੀ ਜੀ ਇਲੈਕਸ਼ਨ ਪ੍ਰਚਾਰ ਕੋਸਟਲੀ ਹੋਣਾ, ਇਹਦੀ ਕੋਸਟ ਪੈਣੀ। ਇਹਨਾਂ ਦੀਆਂ ਆਪਣੀਆਂ ਸਟੇਟਮੈਂਟਾਂ ਕੱਢ ਕੇ ਦੇਖੋ ਜੀ, ਪਿਛਲੇ ਸਮੇਂ 'ਚ 1.22 1.33 ਮਿਲੀਅਨ ਡਾਲਰ ਸਿਟੀ ਦੀ ਇਲੈਕਸ਼ਨ ਦੇ ਇਹ ਪ੍ਰਚਾਰ 'ਚ ਖਰਚ ਚੁੱਕੇ ਆ। ਇਹਨਾਂ ਨੂੰ ਪੁੱਛਿਆ ਹਾਲੇ ਇਹ ਡਿਕਲੇਅਰਡ ਆ ਜੀ ਪੈਸੇ,
ਜਿਹੜੇ ਡਿਕਲੇਅਰ ਕੀਤੇ ਇਹਨਾਂ ਨੇ। ਤੇ ਉਹ ਪੈਸਾ ਇੰਨਾ ਕਾਹਦੇ ਲਈ ਲਾਉਂਦੇ ਆ ਜੀ? ਫਿਰ ਸਿਟੀ ਨੂੰ ਕੰਟਰੋਲ ਕਰਨ ਲਈ। ਇਹਦੇ ਪਿੱਛੇ ਇੰਟਰਸਟ ਕੀ ਆ? ਜਿੱਦਾਂ ਤੁਸੀਂ ਹੁਣ ਗੱਲ ਕੀਤੀ, ਸਰੀ ਸਿਟੀ ਡਿਵੈਲਪਮੈਂਟ ਕਾਰਪੋਰੇਸ਼ਨ ਬਣਾਈ ਸੀ, ਉਹਦੇ ਡਾਇਰੈਕਟਰਾਂ ਦੀਆਂ ਇੰਨੀਆਂ ਪਈਆਂ ਸੀਗੀਆਂ। ਉਹ ਬੰਦਾ ਬਾਹਰਲੇ ਟਾਊਨ ਤੋਂ ਲਿਆਂਦਾ ਸੀ। ਇਹਨਾਂ ਨੇ ਜੋਬਾਂ ਕ੍ਰੀਏਟ ਕੀਤੀਆਂ ਸਿਟੀ ਦੇ ਵਿੱਚ ਲੋਕਾਂ ਲਈ, ਜਿਹੜੇ ਇਹਨਾਂ ਦੇ ਨਾਲ ਕਿਸੇ ਤਰ੍ਹਾਂ ਸੰਬੰਧ ਰੱਖਦੇ ਸੀਗੇ। ਆਹ ਸਿਟੀ ਹਾਲ ਬਣਾਇਆ, ਜੋ ਕੁਛ ਕੀਤਾ, ਇੱਕ ਪਾਰਟੀ ਨੇ ਆਪਣੀ ਸੋਚ ਇੰਪਲੀਮੈਂਟ ਕੀਤੀ ਨਾ ਜੀ ਇੰਨੇ ਸਾਲ। ਸੋ ਇਹ ਜਿਹੜੀ ਜਿਵੇਂ ਪਹਿਲਾਂ ਵੀ ਭਾਈ ਸਾਹਿਬ ਨੇ ਗੱਲ ਕੀਤੀ ਵੀ ਘੱਟ ਗਿਣਤੀਆਂ ਲਈ ਬਹੁਤ ਵਧੀਆ ਚੀਜ਼ ਆ ਜੀ ਇਹ। ਪਲੱਸ ਸਾਰੇ ਏਰੀਏ ਦਾ ਆਪਣਾ ਆਪਣਾ ਰਿਪਰੈਜ਼ੈਂਟੇਟਿਵ ਹੋਊਗਾ, ਉਹਨੂੰ ਲੋਕੀ ਅਪਰੋਚ ਕਰਨਗੇ। ਹੁਣ ਸਾਰੇ ਕਾਉਂਸਲਰ ਸਾਰੇ ਸਿਟੀ ਨੂੰ ਰਿਪਰੈਜ਼ੈਂਟ ਕਰਦੇ, ਔਰ ਉਹਨਾਂ ਨੂੰ ਕਈ ਵਾਰੀ ਪਤਾ ਹੀ ਨਹੀਂ ਹੁੰਦਾ ਜਿਹੜੇ ਏਰੀਏ 'ਚੋਂ ਰਹਿੰਦੇ ਨਹੀਂ ਉੱਥੇ ਸਮੱਸਿਆਵਾਂ ਕੀ ਹੈ। ਸੋ ਦੂਸਰੀ ਗੱਲ ਇਹ ਹੈ ਜੀ ਵੀ ਕੈਨੇਡਾ ਦੇ ਹੋਰ ਵੱਡੇ ਸ਼ਹਿਰਾਂ ਦੇ ਵਿੱਚ ਵਾਰਡ ਸਿਸਟਮ ਸਕਸੈਸਫੁਲੀ ਚੱਲ ਰਿਹਾ ਹੈ, ਤੇ ਸਾਨੂੰ ਸਿਟੀ ਆਫ ਸਰੀ ਦੇ ਵਿੱਚ ਕਿਉਂ ਨਹੀਂ ਇਹ ਇੰਪਲੀਮੈਂਟ ਕਰਨ ਦਿੱਤਾ ਜਾ ਰਿਹਾ ਜੀ? ਕਿਉਂ ਇਹਦੀ ਮਤਲਬ ਬਾਰ-ਬਾਰ ਅੰਦਰੋਂ ਅੰਦਰੀ ਵਿਰੋਧਤਾ ਹੁੰਦੀ? ਹਾਂਜੀ ਬਲੇਸ਼ਰ ਸਾਹਿਬ, ਇਹ ਡਗ ਐਲਫਰਡ ਨੇ ਇਹ ਸ਼ੁਰੂਆਤ ਕੀਤੀ ਹੈ ਗੱਲ। ਉਹ ਆਪਾਂ ਨੂੰ ਪਤਾ ਬਈ ਆਪਣੇ ਮੇਅਰ ਉਹਨਾਂ ਦੀ ਟੀਮ ਦਾ ਬੰਦਾ ਹੈ। ਸੋ ਇਹਦਾ ਮਤਲਬ ਇਹ ਸਮਝਿਆ ਜਾਵੇ ਵੀ ਮੇਅਰ ਦੀ ਟੀਮ ਇਸ ਦੇ ਹੱਕ 'ਚ ਹੈ ਜਾਂ ਇਹ ਡਗ ਐਲਫਰਡ ਦਾ ਆਪਣਾ ਮਨ ਹੈ? ਸਰਦਾਰ ਅਜੀਤ ਸਿੰਘ ਜੀ, ਮੇਅਰ ਡਗ ਮਕੱਲਮ ਦੀ 2014 ਦੀ ਇਲੈਕਸ਼ਨ ਦੀ ਸਟੇਟਮੈਂਟ ਆ ਜੀ, ਇਲੈਕਸ਼ਨ ਟਾਈਮ ਦੀ, ਵੀ ਉਹ ਇਹਦੇ ਹੱਕ ਦੇ ਵਿੱਚ ਆ। ਨਿਊਜ਼ਾਂ ਲੱਗੀਆਂ ਹੋਈਆਂ ਉਦੋਂ ਦੀਆਂ। ਇਹ ਪਿੱਛੇ ਜੇ ਆਪਣੇ ਤੁਹਾਡੇ ਜਿਹੜਾ ਤੁਹਾਡਾ ਸਮਕਾਲੀ ਰੇਡੀਓ ਸਟੇਸ਼ਨ ਆ 1600 AM ਤੇ ਆਈ ਸੀ, ਇਹਨਾਂ ਨੂੰ ਮੈਂ ਕੁਐਸਚਨ ਪੁੱਛਿਆ ਸੀ ਉੱਥੇ ਮੇਅਰ ਡਗ ਮਕੱਲਮ ਨੂੰ ਵੀ ਤੁਸੀਂ ਇਹਦੇ ਹੱਕ 'ਚ ਆ? ਇਹਨਾਂ ਨੇ ਉੱਥੇ ਵੀ ਕਿਹਾ ਵੀ ਮੈਂ ਇਹਦੇ ਹੱਕ ਵਿੱਚ ਆ। ਕੱਲ ਇਹਨਾਂ ਦੀ ਇੱਥੇ ਗੱਲਬਾਤ ਹੋਣੀ ਸੀਗੀ ਜੀ, ਮੈਨੂੰ ਉੱਥੇ ਕੋਈ ਇਨਫੋਰਮੇਸ਼ਨ ਲੱਭੀ ਨਹੀਂ ਹਾਲੇ ਵੀ ਕੀ ਹੋਇਆ ਐਗਜ਼ੈਕਟਲੀ, ਕਿਉਂਕਿ ਇਹਨਾਂ ਦੀ ਲੇਟ ਨਾਈਟ ਮੀਟਿੰਗ ਹੋ ਗਈ। ਹਾਲੇ ਇਹ ਏਜੰਡੇ ਤੋਂ ਦੂਰ ਸੀਗੇ। ਮੈਂ ਟਰਾਈ ਕੀਤੀ ਉਹਨੂੰ ਲਿਸਨ ਕਰਨ ਦੀ, ਪਰ ਉੱਥੇ ਪਹੁੰਚੇ ਨਹੀਂ ਸੀਗੇ। ਜੋ ਐਂਡ ਜੇ ਤੇ ਸੀਗੀ ਆਈਟਮ ਉਹ ਜਿਹੜੀ ਕਾਉਂਸਲਰ ਨੇ ਲਿਆਂਦੀ ਸੀਗੀ। ਸੋ ਉਹਦੇ ਤੇ ਇਹਨਾਂ ਨੇ ਕੀ ਕੱਲ ਵਿਊਜ਼ ਦਿੱਤੇ ਆ ਜੀ, ਹੁਣ ਆ ਜਾਊਗੀ ਬਾਹਰ ਖਬਰ ਬਾਹਰ। ਪਰ ਇਹਨਾਂ ਦੀ ਟੀਮ ਨੂੰ ਇਸ ਚੀਜ਼ ਨੂੰ ਸਪੋਰਟ ਕਰਨਾ ਚਾਹੀਦਾ ਜੀ, ਇਹਦੇ ਹੱਕ 'ਚ ਹੋਣੇ ਚਾਹੀਦੇ ਆ ਇਹ, ਕਿਉਂਕਿ ਮਿਸਟਰ ਡਗ ਮਕੱਲਮ ਬਹੁਤ ਵਾਰੀ ਕਹਿ ਚੁੱਕੇ ਆ ਵੀ ਉਹ ਵਾਰਡ ਸਿਸਟਮ ਦੇ ਹੱਕ ਵਿੱਚ ਹੈ। ਅੱਛਾ, ਇੱਕ ਤੁਸੀਂ ਬਹੁਤ ਇਹਦੇ ਨੇੜੇ ਰਹੇ ਹੋ ਇਸ ਰਾਜਨੀਤੀ 'ਚ, ਸ਼ਹਿਰ ਦੇ ਵਿੱਚ ਤੁਸੀਂ ਕੰਮ ਕਰਦੇ ਰਹੇ ਹੋ, ਚਾਹੇ ਰੇਟ ਪੇਅਰਜ਼ ਐਸੋਸੀਏਸ਼ਨ ਬਣਾਈ ਘਰਾਂ ਦੇ ਦੀ ਗੱਲ ਸੀ ਕਿ ਘਰ ਜਿਹੜੇ ਨੇ 3550 ਦੇ ਸਾਈਜ਼ ਦੀ, ਤੇ ਇਨਵੋਲਵ ਰਹੇ ਹੋ ਤੁਸੀਂ ਤੇ ਸੇਖੋ ਹੋਰੀ, ਕੁਲਦੀਪ ਸਿੰਘ ਸੇਖੋ ਹੋਰੀ। ਇਹ ਜਿਹੜਾ ਨਾ ਉੱਤਰ ਕਾਟੋ ਮੈਚ ਜਿਹੜਾ ਵੀ ਇੱਕ ਤੇ ਰਾਈ ਉਹਦੇ 'ਚ ਪੈਸੇ ਵਾਲੇ ਇਨਵੋਲਵ ਹੋ ਗਏ, ਇੱਕ ਤੇ ਰਾਈ ਉਹਦੇ 'ਚ ਪੈਸੇ ਵਾਲੇ ਇਨਵੋਲਵ ਹੋ ਗਏ। ਵੀ ਪੈਸੇ ਵਾਲੇ ਬੰਦਿਆਂ ਦੀ ਉਹ ਗੱਲ ਚੱਲੂ, ਜਿਹੜੇ ਡਿਵੈਲਪਰ ਨੇ, ਬਿਲਡਰ ਨੇ, ਜਿਨ੍ਹਾਂ ਕੋਲ ਅੱਛਾ ਉਹ ਦੋ ਪਾਰਟੀਆਂ 'ਚ ਦਿਖਦੇ ਨੇ, ਪ੍ਰੋਜੈਕਟ ਉਹਨਾਂ ਦੇ ਸਾਂਝੇ ਨੇ। ਜਿੱਦਣ ਕਿਸੇ ਨੇ ਚੁਣਨਾ ਉਹ ਅੱਡ ਅੱਡ ਨੇ, ਤੇ ਜਿੱਦਣ ਇੱਕ ਪਾਰਟੀ ਬਣ ਜਾਂਦੀ ਹੈ ਉਹਨਾਂ ਦੀਆਂ ਮੀਟਿੰਗਾਂ ਤੇ ਘਿਓ ਖਿਚੜੀ ਉਹ ਇਕੱਠੇ ਨੇ। ਮੀਡੀਆ ਸਾਡੇ ਕੰਟਰੋਲ 'ਚ ਆ ਜੀ, ਅਸੀਂ ਮਰਜ਼ੀ ਕਰਾਂਗੇ। ਇਹੋ ਜਿਹੀ ਜਿਹੜੀ ਪ੍ਰਵਿਰਤੀ ਹੈ ਇਹ ਸ਼ਹਿਰ ਲਈ ਘਾਤਕ ਨਹੀਂ ਜੀ ਹੈ ਆਉਣ ਵਾਲੇ ਸਮੇਂ 'ਚ? ਆਮ ਲੋਕ ਦੀ, ਆਮ ਜਨਜੀਵਨ, ਆਮ ਜਨ ਸੁਧਾਰਨ ਦੀ ਗੱਲ ਉੱਥੇ ਕੌਣ ਸੁਣੂਗਾ ਜੀ? ਬਿਲਕੁਲ ਇਹੀ ਹੋ ਰਿਹਾ ਜੀ ਸਰਦਾਰ ਜੀ। ਨਹੀਂ, ਤੁਸੀਂ ਪਿਛਲੀ ਹਿਸਟਰੀ ਕੱਢ ਕੇ ਦੇਖੋ, ਜਿਹੜੇ ਬੰਦੇ ਵੱਡੀਆਂ ਸਲੇਟਾਂ ਦੇ ਪਿੱਛੇ ਫਾਈਨੈਂਸਰ ਨੇ ਉਹਨਾਂ ਦੇ ਕੰਮ ਕਦੀ ਰੁਕ ਰਹੇ ਆ ਜੀ? ਕੋਈ ਸਲੇਟ ਆ ਜਾਵੇ ਉਹ ਇੱਕ ਦੂਜੇ ਨਾਲ ਫੇਰ ਸਾਂਝੀ ਬਾਲਤਾ ਪਾ ਲੈਂਦੇ ਆ। ਜਿਹੜੀਆਂ ਪ੍ਰਾਪਰਟੀਆਂ ਉਹਨਾਂ ਲਈਆਂ ਹੁੰਦੀਆਂ ਜਾਂ ਜੋੜੇ ਵੀ ਕੰਮ ਕਰਨੇ ਹੁੰਦੇ ਆ, ਕੁਛ ਬੰਦੇ ਸਿਟੀ ਨੂੰ ਕੰਟਰੋਲ ਕਰ ਰਿਹਾ ਜੀ ਇੱਥੇ। ਬਿਲਕੁਲ ਤੁਹਾਡੀ ਗੱਲ ਸਹੀ ਆ, ਆਮ ਬੰਦਿਆਂ ਦੀ ਕੋਈ ਸੁਣਵਾਈ ਨਹੀਂ ਹੈਗੀ, ਸਿਰਫ ਵੋਟਾਂ ਵੇਲੇ ਹੀ ਵੋਟਰਾਂ ਦੇ ਅੱਗੇ ਪਿੱਛੇ ਘੁੰਮਦੇ ਆ। ਉਦੋਂ ਬਾਅਦ ਵੋਟਰਾਂ ਨੂੰ ਜਾਂ ਸਿਟੀ ਦੇ ਜਿਹੜੇ ਰੈਜ਼ੀਡੈਂਟਸ ਨੂੰ ਉਹਨਾਂ ਬੰਦਿਆਂ ਪਿੱਛੇ ਘੁੰਮਣਾ ਪੈਂਦਾ ਆਪਣੇ ਛੋਟੇ ਛੋਟੇ ਕੰਮ ਕਰਾਉਣ ਲਈ। ਔਰ ਇਹ ਪ੍ਰਵਿਰਤੀ ਜਿਹੜੀ ਆ ਇਹ ਹੌਲੀ ਹੌਲੀ ਚੱਲੀ ਜਾਂਦੀ ਹੈ ਜੀ। ਆਹ ਸਲੇਟ ਆਉਣ ਤੋਂ ਬਾਅਦ ਦੇਖੋ ਥੋੜਾ ਜਿਹਾ ਸੁਧਾਰ ਤਾਂ ਹੋ ਗਿਆ, ਪਰ ਸਾਨੂੰ ਇਸ ਸ਼ਹਿਰ ਦੇ ਵਿੱਚ ਵਧੀਆ ਪ੍ਰਬੰਧ ਹਾਲੇ ਵੀ ਪ੍ਰੋਪਰ ਨਹੀਂ ਮਿਲ ਰਿਹਾ ਜੀ। ਹਾਲੇ ਦੇਖੋ ਵੱਡੀਆਂ ਦੋ ਕੁ ਸਮੱਸਿਆਵਾਂ ਤਾਂ ਹੱਲ ਹੋ ਗਈਆਂ, ਪਰ ਵਾਰਡ ਸਿਸਟਮ ਵਾਲਾ ਜਿਹੜਾ ਮਸਲਾ, ਇਹਨੂੰ ਪਿਛਲੀ ਟੀਮ ਸਰੀ ਫਸਟ ਵਾਲਿਆਂ ਨੇ ਲਟਕਾਈ ਰੱਖਿਆ ਜੀ। ਉਹਨਾਂ ਨੇ ਵਾਅਦਾ ਵੀ ਕੀਤਾ ਸੀਗਾ ਵੀ ਇਹਦੇ ਬਾਰੇ ਅਸੀਂ ਸਿਟੀ ਦੇ ਜਿਹੜੇ ਰੈਜ਼ੀਡੈਂਟਸ ਤੋਂ ਰਾਏ ਲਵਾਂਗੇ, ਮੁੱਕਰ ਗਏ ਪਿਛਲੀ ਇਲੈਕਸ਼ਨ ਦੇ ਵਿੱਚ। ਸੋ ਇਹ ਜਿਹੜਾ ਨਾ ਸਿਟੀ ਦੇ ਵਿੱਚ ਜਿਹੜਾ ਜੀ ਈਜ਼ੀ ਨਹੀਂ ਹੈਗਾ ਕੋਈ ਵੱਡਾ ਕੰਮ ਹੱਲ ਕਰਾਉਣਾ। ਸਾਨੂੰ ਆਪਣਾ ਤਜਰਬਾ ਰਿਹਾ ਪਿਛਲੇ ਸਮੇਂ ਦੇ ਵਿੱਚ। ਦੇਖੋ ਆ ਤੁਸੀਂ ਗੱਲ ਕੀਤੀ ਜਿਹੜਾ RF ਜ਼ੋਨ ਦੀ ਪ੍ਰੋਬਲਮ ਆਈ ਸੀ, ਗੁਰਦੁਆਰਾ ਸਾਹਿਬਾਨ ਦੇ ਪਿੱਛੇ ਸਾਈਂ ਲੱਗੇ ਹੋਏ ਆ ਪੰਜਾਬੀ ਦੇ ਵਿੱਚ, ਉਹਨਾਂ ਦਾ ਇਸ਼ੂ ਆਇਆ ਜੀ। ਛੋਟੇ ਛੋਟੇ ਜਿਹੜੇ ਇਸ਼ੂ ਆਉਂਦੇ ਰਹੇ ਉਹਨਾਂ ਤੇ ਅਸੀਂ ਗੱਲ ਕਰਦੇ ਰਹੇ ਇਹਨਾਂ ਦਾ, ਪਰ ਬੜਾ ਲੰਮਾ ਚੌੜਾ ਬਿਊਰੋਕਰੇਟਾਂ ਦਾ ਪ੍ਰੋਸੈਸ ਹੈ ਜੀ ਇਹਨਾਂ ਦਾ। ਉਹਦੇ ਥਰੂ ਲੰਘਣਾ ਈਜ਼ੀ ਨਹੀਂ ਹੈਗਾ ਜੀ, ਇੰਨਾ ਟਾਈਮ ਕੰਜ਼ਿਊਮਿੰਗ ਆ। ਇਹਨੂੰ ਕਿਵੇਂ ਕਰ ਸਕਦੇ ਆ ਆਪਾਂ ਵਿਦੇਸ਼ਰ ਸਾਹਿਬ? ਆਮ ਚਲੋ ਇਹ ਗੱਲ ਐਲਫਰਡ ਉਹਨਾਂ ਨੇ ਚਲਾ ਲਈ, ਪਰ ਕੋਈ ਜਨਤਕ ਮੁਹਿੰਮ ਇਸ ਤੇ ਸ਼ੁਰੂ ਹੋ ਸਕਦੀ ਹੈ? ਜੇ ਹੋਵੇ ਤਾਂ ਕਿਵੇਂ ਹੋਵੇ?
ਸਰਦਾਰਜੀਤ ਸਿੰਘ ਜੀ, ਹੁਣ ਕੋਵਿਡ ਕਰਕੇ ਨਾ ਥੋੜਾ ਜਿਹਾ ਪਹਿਲਾਂ ਅਸੀਂ ਵੀ ਸੋਚਦੇ ਸੀ ਕਿ ਇਹਦੇ ਬਾਰੇ ਪਬਲਿਕ ਦੇ ਕੋਲੋਂ ਕੋਈ ਪਟੀਸ਼ਨਾਂ ਸਾਈਨ ਕਰਾਈਆਂ ਜਾਣ ਸਿਟੀ ਦੇ ਸਿਟੀਜ਼ਨਸ ਤੋਂ, ਤਾਂ ਕਿ ਇਹਨਾਂ ਨੂੰ ਆਪਾਂ ਦੇ ਸਕੀਏ, ਪਰ ਕੋਵਿਡ ਕਰਕੇ ਥੋੜਾ ਜਿਹਾ ਰੁਕ ਗਿਆ ਜੀ। ਚਲੋ ਹੁਣ ਆਨਰੇਬਲ ਕਾਉਂਸਲਰ ਨੇ ਇਹ ਗੱਲ ਸ਼ੁਰੂ ਕੀਤੀ ਆ ਜੀ। ਅਸੀਂ 2011 ਦੇ ਵਿੱਚ ਵੀ ਸਰਦਾਰ ਕੁਲਦੀਪ ਸਿੰਘ ਸਿੱਖੋ ਹੋਣਾ ਨੇ ਉਦੋਂ ਪ੍ਰਧਾਨ ਸੀਗੇ ਸ੍ਰੀ ਰੇਟਫੇਅਰ ਐਸੋਸੀਏਸ਼ਨ ਦੇ, ਉਦੋਂ ਵੀ ਪਟੀਸ਼ਨ ਦਿੱਤੀ ਸੀ ਤਕਰੀਬਨ 4000 ਬੰਦਿਆਂ ਦੀ ਸਾਈਨ ਕਰਾ ਕੇ, ਪਰ ਉਸ ਤੋਂ ਬਾਅਦ ਸਰੀ ਫਸਟ ਵਾਲਿਆਂ ਨੇ ਉਹਨੂੰ ਡਿਲੇ ਕਰੀ ਗਿਆ ਜੀ, ਡਿਲੇ ਕਰੀ ਗਿਆ। ਅਸੀਂ ਉਹਨੂੰ ਰਿਮਾਈਂਡਰ ਵੀ ਭੇਜੇ। ਫਿਰ ਇਹਨਾਂ ਨੇ ਪਿਛਲੀ ਇਲੈਕਸ਼ਨ ਦੇ ਵਿੱਚ ਪ੍ਰੋਮਿਸ ਕਰ ਦਿੱਤਾ ਵੀ ਅਸੀਂ ਅਗਲੀ ਇਲੈਕਸ਼ਨ ਤੇ ਲੋਕਾਂ ਦੀ ਰਾਏ ਲਵਾਂਗੇ। ਫਿਰ ਉਹਨੂੰ ਟਾਲ ਗਏ ਜੀ। ਇਸ ਵਾਰੀ ਇਲੈਕਸ਼ਨ ਦੇ ਵਿੱਚ ਉਹ ਆਪਣਾ ਵਾਅਦਾ ਤੋਂ ਹੀ ਭੱਜ ਗਏ ਸੀਗੇ ਉਹ, ਕਿਉਂਕਿ ਮਿਸਟਰ ਟੌਮ ਗਿੱਲ ਆ ਗਏ ਸੀ। ਉਹ ਕਹਿੰਦੇ ਜੀ ਮੈਂ ਤਾਂ ਕੀਤਾ ਨਹੀਂ ਵਾਅਦਾ, ਇਹ ਤਾਂ ਬੀਬੀ ਲਿੰਡਾ ਹੈਪਨ ਨੇ ਕੀਤਾ। ਮੈਂ ਥੋੜੀ ਜਿਹੀ ਹੋਰ ਗੱਲ ਕਰਨੀ ਚਾਹੁੰਦਾ ਜੀ। ਤੁਸੀਂ ਪਿਛਲੀ ਸਿਟੀ ਦੀ ਹਿਸਟਰੀ ਦੇਖੋ। ਸਿਟੀ ਦੇ ਕੁਛ ਇੰਪਲਾਈ ਤੇ ਕੁਛ ਯੂਨੀਅਨਾਂ ਵਾਲੇ ਹੀ ਮੁੜ ਕੇ ਕਾਉਂਸਲਰ ਬਣੀ ਜਾ ਰਹੇ ਆ ਜੀ। ਆਮ ਸਿਟੀ ਦੇ ਰੈਜ਼ੀਡੈਂਟ ਨੂੰ ਤਾਂ ਮੌਕਾ ਹੀ ਨਹੀਂ ਮਿਲ ਰਿਹਾ ਸਿਟੀ ਦੇ ਕਾਉਂਸਲਰ ਬਣਨ ਦਾ। ਔਰ ਜਿੱਦਾਂ ਤੁਸੀਂ ਕਿਹਾ ਉੱਤਰ ਕਾਟੋ ਮੈਂ ਜਦੋਂ ਉਹ ਗਾਂ ਆਪਣਾ ਜਾਨਸ਼ੀਨ ਵੀ ਪਹਿਲੇ ਥਾਪ ਜਾਂਦੇ ਆ ਵੀ ਮੇਰੀ ਜਗ੍ਹਾ ਇਹ ਲਊਗਾ। ਇਹਨਾਂ ਦੀ ਹਿਸਟਰੀ ਕੱਢ ਕੇ ਦੇਖੋ ਕੀ ਕਰਦੇ ਆ ਜੀ। ਇਹ ਜਿਹੜੀ ਇਹ ਆਪਣੇ ਉਹਨੂੰ ਕੀ ਕਹਿੰਦੇ ਜੀ ਡਾਈਨਿੰਗ ਟੇਬਲ ਕਲੱਬ ਬਣੇ ਹੋਏ ਨੇ। ਉੱਥੋਂ 15-15, 20-20, 50-50 ਬੰਦਿਆਂ ਦੀਆਂ ਇਹ ਸੁਸਾਇਟੀਆਂ ਬਣਾਈਆਂ ਆ ਜਿਹੜੀਆਂ ਇਹ ਸਿਟੀ ਦੇ ਉੱਤੇ ਆਪਣੀ ਹੁਕੂਮਤ ਚਲਾਉਂਦੀਆਂ, ਬਾਅਦ ਦੇ ਵਿੱਚ ਆਪਣੀਆਂ ਸਲੇਟਾਂ ਜਿਤਾ ਕੇ। ਇਹ ਵੀ ਈਵਨ ਪਾਰਟੀ ਮੰਨ ਲਓ ਸਰੀ ਫਸਟ ਚਲੇ ਗਈ, ਉਹਨਾਂ ਦੇ ਸਮੇਂ ਤੇ ਕੀਤੇ ਹੋਏ 15 ਸਾਲਾਂ 'ਚ ਜਿਹੜੇ ਰਿਕਰੂਟਮੈਂਟ ਕੀਤੀ ਆ ਮੈਨੇਜਰ ਨੇ, ਉਹਨਾਂ ਦੇ ਬਾਈਲਾ ਆਫਿਸਰਾਂ ਦੇ ਮੈਨੇਜਰ ਨੇ, ਉਹਨਾਂ ਦੇ ਬੰਦੇ ਨੇ, ਉਹ ਉਹਨਾਂ ਦੀ ਸੁਣਦੇ ਨੇ, ਉਹਨਾਂ ਦੀਆਂ ਗੱਲਾਂ। ਮੈਂ ਨਹੀਂ ਕਹਿੰਦਾ ਕੋਈ ਜੇ ਹਾਰ ਗਈ ਉਹਦਾ ਕੰਮ ਨਾ ਹੋਵੇ, ਪਰ ਜਿਨ੍ਹਾਂ ਨੇ ਚੰਬ ਦੀਆਂ ਚਲਾਈਆਂ ਨੇ ਕਿਸੇ ਦੀ ਸੁਣੀ ਨਹੀਂ। ਜਾਂ ਹੁਣ ਇਹ ਹੋਣਗੇ ਜੇ ਇਹ ਆਪਣੀ ਮਰਜ਼ੀ ਕਰਨਗੇ, ਕੱਲ ਨੂੰ ਇਹ ਆਪਣੇ ਬੰਦੇ ਰੱਖ ਜਾਣ ਤੇ ਕੱਲ ਨੂੰ ਇਹ ਹਟ ਜਾਣ ਤੇ ਇਹਨਾਂ ਦੇ ਕੰਮ ਚੱਲਦੇ ਰਹਿਣ। ਇਹ ਇੱਕ ਬਹੁਤ ਵੱਡਾ ਸਾਡਾ ਸਿੱਧਾ ਭਵਿੱਖ ਜਿਹੜਾ ਸ਼ਹਿਰ ਨਾਲ ਜੁੜਿਆ ਹੋਇਆ। ਉਹ ਸ਼ਹਿਰ ਦੇ ਵਿੱਚ ਕਿਸ ਤਰ੍ਹਾਂ ਦੀ ਰਾਜਨੀਤੀ ਚਾਹੀਦੀ ਹੈ, ਲੋਕਾਂ ਨੂੰ ਚਾਹੀਦੀ ਹੈ ਕਿ ਲੋਕ ਇਸ ਤੇ ਕਾਇਮ ਹੋਣ ਔਰ ਇਸ ਦੀ ਕੋਈ ਮੁਹਿੰਮ ਸ਼ੁਰੂ ਕੀਤੀ ਜਾਵੇ, ਇਹਦੇ ਤੇ ਪਟੀਸ਼ਨ ਕੋਈ ਕੀਤੀ ਜਾਵੇ ਤੇ ਘੱਟੋ ਘੱਟ ਲੱਖ ਬੰਦੇ ਦਾ ਸਾਈਨ ਹੋਵੇ। ਉਹਦੇ 5-4 ਹਜ਼ਾਰ ਦੀ ਗੱਲ ਨਹੀਂ। ਜੇ ਕੋਈ ਭਾਈਚਾਰਾ ਲੱਖ ਵੱਸਦਾ ਤਾਂ ਘੱਟੋ ਘੱਟ ਉਹਦੇ 70% ਤਾਂ ਸਾਈਨ ਕਰੋ ਤੇ ਘੱਟੋ ਘੱਟ ਤੁਹਾਡੀ ਰਿਪਰੈਜ਼ੈਂਟੇਸ਼ਨ ਹੋਵੇ, ਤੁਹਾਡੇ ਜਵਾਕਾਂ ਦੀ ਰਿਪਰੈਜ਼ੈਂਟੇਸ਼ਨ ਹੋਵੇ। ਜਿਹੜਾ ਖਰਚੇ ਖੁਰਚੇ ਦੀ ਗੱਲ ਆ ਇਹ ਬਿਲਕੁਲ ਬੇਹੂਦਾ। 100 ਮਿਲੀਅਨ ਦਾ ਦਫ਼ਤਰ ਬਣਿਆ ਹੋਇਆ ਤੇ ਜਿਹਦੇ ਚ ਪਹਿਲੇ ਚ ਵੀ ਸਰਦਾ ਸੀ। ਥੈਂਕ ਯੂ ਬਾਈ ਜੀ, ਧੰਨਵਾਦ। ਤੇ ਇਹਦੇ ਤੇ ਪਲੀਜ਼ ਤੁਸੀਂ ਇਹਦੇ ਤੇ ਕੰਮ ਕਰਿਓ ਤੇ ਇਹਦੇ ਤੇ ਆਪਾਂ ਸੁਨੇਹਾ ਦੇਵਾਂਗੇ ਬ੍ਰਿਸ਼ਾ ਸਾਹਿਬ ਅੱਗੇ ਜ਼ਰੂਰ। ਸ਼ੋਰ ਜੀ ਸੁਰਜੀਤ ਸਿੰਘ, ਥੈਂਕ ਯੂ ਜੀ, ਧੰਨਵਾਦ। ਧੰਨਵਾਦ ਜੀ। ਸਾਹਿਬ ਪਰਵਰ ਸਿੰਘ ਜੀ ਲਾਈਨ ਨੰਬਰ 2। ਹਰਜੀਤ ਸਿੰਘ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਬੜਾ ਕੁਛ ਦੱਸਤਾ ਪਿਛਲੇ ਕਾਲਰ ਨੇ। ਤੁਸੀਂ ਜਿਹੜਾ ਆਪਦੇ ਪਹਿਲਾਂ ਗੱਲ ਕੀਤੀ ਹੈ, ਤੁਸੀਂ ਸਾਰਾ ਕੁਝ ਸਮਝਾਇਆ। ਇਹ ਬਹੁਤ ਹੀ ਹਰਜੀਤ ਸਿੰਘ ਜੀ ਅਤੀ ਲੋੜੀਂਦੀ ਚੀਜ਼ ਆ। ਵਾਰਡ ਸਿਸਟਮ ਤੋਂ ਬਿਨਾਂ ਕਿਸੇ ਇਲਾਕੇ ਦਾ ਸੁਧਾਰ ਹੋਣਾ ਬਹੁਤ ਮੁਸ਼ਕਲ ਆ। ਤੇ ਬਾਕੀ ਆਪਾਂ ਹੁਣ ਐਵੇਂ ਨਾ ਲਈਏ, ਜੇ ਸਰੀ ਫਸਟ ਦਾ ਪਤਾ ਤਾਂ ਹੈਗਾ ਹੀ ਆ ਵੀ ਜੋ ਕੁਛ ਕੀਤਾ ਤੇ ਅਜੇ ਕਿਹੜਾ ਉਹਨਾਂ ਨੇ ਹਟਣਾ ਭਰਾ। ਜੇ ਤਕੜੇ ਹੋ ਕੇ ਲੋਕ ਸੰਗਠਿਤ ਹੋਣਗੇ, ਇੱਕ ਦੂਜੇ ਦੇ ਨਾਲ ਕੋਆਪਰੇਸ਼ਨ ਕਰਕੇ ਤੇ ਆਪੋ ਆਪਣੇ ਮਸਲਿਆਂ ਨੂੰ ਚੰਗੀ ਤਰ੍ਹਾਂ ਰਿਪਰੈਜ਼ੈਂਟ ਕਰਨ ਵਾਸਤੇ, ਪ੍ਰੈਜੈਂਟੇਸ਼ਨ ਵਾਸਤੇ ਉਹ ਬੰਦਾ ਚਾਹੀਦਾ ਜਿਹੜਾ ਉਹਨਾਂ ਦੇ ਨਾਲ ਤਾਲੁਕ ਰੱਖਦਾ ਹੋਵੇ। ਥੈਂਕ ਯੂ। ਬਿਲਕੁਲ ਥੈਂਕ ਯੂ। ਨਹੀਂ ਪਾਰਟੀ ਨਾ ਜਿੰਨੀਆਂ ਮਰਜ਼ੀ ਪਾਰਟੀਆਂ ਵਾਰਡ ਸਿਸਟਮ 'ਚ ਆਪਣੇ ਬੰਦੇ ਖੜਾ ਸਕਦੀਆਂ ਨੇ, ਉਨੇ ਉਹਨਾਂ ਦੇ ਮੈਂਬਰ ਜਾਣ। ਇਹ ਤਾਂ ਹੈ ਨਹੀਂ ਵਿੱਚ ਸਰੀ ਫੈਸਟ ਨੇ ਜਾਂ ਸਰੀ ਸੇਫ ਕੋਲੀਸ਼ਨ ਦੇ ਬੰਦੇ ਨਹੀਂ ਜਿੱਤਣਾ, ਉਹ ਜਿਤਾਉਣ ਤੇ ਉੱਥੇ ਕੋਈ ਇੰਡੀਪੈਂਡੈਂਟ ਵੀ ਖੜ ਸਕੇ, ਆਜ਼ਾਦ ਵੀ ਖੜੇ ਸੇ। ਇਹ ਪਾਰਟੀਆਂ ਤੋਂ ਪਰਾਂ ਹਟ ਕੇ ਆਜ਼ਾਦ ਵੀ ਜਿੱਤ ਸਕਦਾ। ਦਿਓ ਸਾਹਿਬ ਕੀ ਕਹਿਣਾ ਚਾਹੁੰਦੇ ਲਾਈਨ ਨੰਬਰ 3। ਹਾਂਜੀ ਗਿੱਲ ਸਾਹਿਬ ਸਤਿ ਸ਼੍ਰੀ ਅਕਾਲ। ਗਿੱਲ ਸਾਹਿਬ ਜੀ। ਹਾਂਜੀ ਜਸਵਿੰਦਰ ਭਾਜੀ ਵਿਦੇਸ਼ਾ ਜੀ ਸਾਰਾ ਕੁਝ ਤਕਰੀਬਨ ਕਵਰ ਕਰੇ ਗਏ ਆ। ਜਿੱਦਾਂ ਆਪਾਂ ਸਿਟੀ ਪੁਲਿਸ ਦੀ ਗੱਲ ਕਰਦੇ ਸੀਗੇ ਫੈਡਰਲ ਪੁਲਿਸ ਤੋਂ ਬਾਅਦ, ਵੀ ਜਿੱਦਾਂ ਉਹ ਜ਼ਰੂਰੀ ਆ ਮੇਰੇ ਖਿਆਲ ਨਾਲ ਵਾਰਡ ਸਿਸਟਮ ਦੀ ਜਿਹੜਾ ਫੈਡਰਲ ਸਟਰਕਚਰ ਆ ਇਹਦੇ ਵਿੱਚ ਉਹ ਵੀ ਬਹੁਤ ਜ਼ਰੂਰੀ ਹੈ। ਕਿਉਂਕਿ ਇੱਕ ਸਿਟੀ ਜਿੱਦਾਂ ਪ੍ਰਾਈਮ ਤੇ ਫੈਡਰਲ ਦੇ ਉਹਨਾਂ ਤੋਂ ਵੱਖ ਆਪਣੀ ਸੋਵਰੈਂਟੀ, ਇਸ ਤਰ੍ਹਾਂ ਸਿਟੀ ਜਿਹੜੀਆਂ ਵੱਡੀਆਂ ਸਾਰੀ ਸਿਟੀ ਵਰਗੀਆਂ ਵੱਡੀਆਂ ਸਿਟੀਆਂ ਇਹਨਾਂ ਦੇ ਵਿੱਚ ਵਾਰਡ ਸਿਸਟਮ ਵੀ ਉਨਾ ਹੀ ਆ ਵੀ ਇੱਕ ਲੋਕਾਂ ਦੇ ਆਪਣੇ ਆਪਣੇ ਹਿੱਸੇ, ਜਿੱਦਾਂ ਕੁਛ ਰੱਖ ਲਓ ਬਲਾਕ, ਉਹਨਾਂ ਨੂੰ ਆਪਾਂ ਜਿੱਦਾਂ ਵੱਡਾ ਜ਼ਿਲ੍ਹੇ ਦੇ ਵਿੱਚ ਬਲਾਕ ਆ ਜਾਂ ਪਿੰਡ, ਅਸਲ 'ਚ ਪੰਚਾਇਤੀ ਰਾਜ ਦੇ ਲਈ ਇਹ ਬਹੁਤ ਜ਼ਰੂਰੀ ਆ ਜਿਹੜੀਆਂ ਹੇਠਲੀਆਂ ਚੀਜ਼ਾਂ ਆ। ਹੁਣ ਵਾਰਡ ਸਿਸਟਮ ਦੇ ਵਿੱਚ ਬੇਸ਼ੱਕ ਆਪਾਂ ਦੂਜੀ ਪਿਛਲੀ ਪ੍ਰੈਕਟਿਸ ਹੋਰ ਕੰਟਰੀਆਂ ਦੀ ਜਿਹੜੀਆਂ ਵਗੈਰਾ ਉਹ ਪ੍ਰੈਕਟਿਸ ਨੂੰ ਨਹੀਂ ਕਦੇ ਵੀ ਖਿਆਲ ਰੱਖਣ ਦੀ ਲੋੜ, ਕਿਉਂਕਿ ਇੱਥੇ ਜਿਹੜੀ ਪ੍ਰੈਕਟਿਸ ਹੈ ਡਿਫਰੈਂਟ। ਇੱਥੇ ਨੋਮੀਨੇਸ਼ਨਾਂ ਹੁੰਦੀਆਂ ਜਾਂ ਢੰਗ ਤਰੀਕੇ ਤੁਹਾਡੀ ਜਵਾਬਦੇਹੀ ਇੱਥੇ ਵੱਧਿਆ, ਲੋਕਾਂ 'ਚ ਥੋੜ੍ਹੀ ਅਵੇਅਰਨੈਸ ਜ਼ਿਆਦਾ ਆ। ਤੇ ਮੇਰੇ ਖਿਆਲ ਨਾਲ ਉੱਦਾਂ ਵੀ ਆਮ ਦੇਖਦੇ ਆ ਵੀ ਇੱਥੇ ਹੁਣ ਅਸੀਂ ਪਿਛਲੀਆਂ ਇਲੈਕਸ਼ਨਾਂ 'ਚ ਵੀ ਦੇਖਿਆ, ਜਦੋਂ ਬੰਦੇ ਆਉਂਦੇ ਆ ਉਹਨਾਂ ਬੰਦਿਆਂ ਨੂੰ ਤਕਰੀਬਨ 1-2 ਨੂੰ ਛੱਡ ਕੇ ਤੁਸੀਂ ਬਹੁਤਿਆਂ ਤੋਂ ਜਾਣਦੇ ਨਹੀਂ ਹੁੰਦੇ।
ਉਹ ਮੰਨ ਲਓ ਜਾਂ ਤਾਂ ਸਾਰੇ ਸਾਊਥ ਸਰੀ ਚੋਂ ਆ ਜਾਂਦੇ ਆ ਜਾਂ ਕੋਈ ਇੱਕ ਦੋ ਨਾਰਥ ਚੋਂ ਆ ਜਾਂਦੇ। ਤੁਹਾਨੂੰ ਪਤਾ ਨਹੀਂ ਐਡੀ ਵੱਡੀ 6-7 ਲੱਖ ਦੀ ਹੁਣ ਪਾਪੂਲੇਸ਼ਨ ਹੋਈ, ਉਹ ਉਸ ਸਿਟੀ ਨੂੰ ਤੁਸੀਂ ਰੀਪ੍ਰੈਜ਼ੈਂਟ ਕਰਨਾ ਤਾਂ ਤੁਸੀਂ ਮੁੜ ਕੇ ਪਤਾ ਵੀ ਨਹੀਂ ਲੋਕਾਂ ਨੂੰ ਅਸੀਂ ਕਿਹਨੂੰ ਵੋਟ ਪਾ ਰਹੇ ਆ, ਤਾਂ ਪਰ ਉਹਦੇ ਸਲੇਟ ਨੂੰ ਪਾਈ ਜਾਂਦੇ ਆ। ਤੇ ਮੇਰੇ ਖਿਆਲ ਨਾਲ ਵਾਰਡ ਸਿਸਟਮ ਦਾ ਪਤਾ ਹੋਵੇ ਲੋਕਾਂ ਨੂੰ। ਜਿੱਦਾਂ ਹੁਣ ਡਗ ਐਲਫੋਰਡ ਜਿਹੜੇ ਇੱਥੇ ਨਿਊਟਨ ਤੋਂ ਆ, ਉਹ ਕਾਫੀ ਸਾਨੂੰ ਪਤਾ ਪਹਿਲਾਂ ਤੋਂ ਵੀ ਮੰਨ ਲਓ ਕ੍ਰਾਈਮ ਦੇ ਇਸ਼ੂ ਦੇ ਉੱਤੇ ਹੋਰ ਇਹਨਾਂ ਇਸ਼ੂਆਂ ਦੇ ਡਰੱਗ ਤੇ ਉਹ ਕੰਮ ਕਰਦੇ ਆ, ਕਿਉਂਕਿ ਇਦਾਂ ਦੇ ਬੰਦਿਆਂ ਦਾ ਫਿਰ ਸਾਨੂੰ ਪਤਾ ਇਹ ਮੈਟਰ ਵੀ ਜ਼ਰੂਰੀ ਨਹੀਂ ਕਿ ਸਾਡੇ ਵਾਰਡ ਦੇ ਵਿੱਚੋਂ ਪੰਜਾਬੀਆਂ ਜੋ ਅਸੀਂ ਪੰਜਾਬੀ ਹੀ ਚਾਹੁੰਦਾ। ਅਸੀਂ ਮੰਨ ਲਓ ਜਿਹੜਾ ਬੰਦਾ ਵੀ ਕਾਬਲ ਆ ਉਹਦੇ ਲਈ ਬੇਸ਼ੱਕ ਉਹ ਕਿਸੇ ਭਾਈਚਾਰੇ ਨਾਲ ਸੰਬੰਧ ਰੱਖਦਾ ਹੋਵੇ, ਜਿਹੜਾ ਇਸ਼ੂਆਂ ਨੂੰ ਸਮਝਦਾ ਹੋਵੇ, ਅਸੀਂ ਉਹਦੇ ਨਾਲ ਹੋ ਸਕਦਾ ਦੂਜੇ ਵਾਰਡਾਂ ਦੇ ਵਿੱਚੋਂ ਜਿੱਥੇ ਸਾਡੀ ਪਾਪੂਲੇਸ਼ਨ ਘੱਟ ਹੈ ਉੱਥੋਂ ਕੋਈ ਪੰਜਾਬੀ ਬੰਦਾ ਵਧੀਆ ਜਾਂ ਆਪਣਾ ਹੋਵੇ, ਕਿਉਂਕਿ ਇਹਦੇ ਨਾਲ ਤੁਹਾਡੇ ਲੋਕਲ ਮੁੱਦੇ ਜਿਹੜੇ ਆ ਉਹ ਬੜੇ ਜ਼ਰੂਰੀ ਆ। ਤੁਹਾਡੀ ਐਜੂਕੇਸ਼ਨ ਨਾਲ ਸੰਬੰਧ ਆ, ਤੁਹਾਡੀਆਂ ਪਾਰਕਾਂ ਜਾਂ ਵਾਏ ਲਾ ਦੇ ਆ, ਜਾਂ ਤੁਸੀਂ ਹੁਣ ਪੁਲਿਸ ਦੀ ਕਿੱਥੇ ਰਿਪਰੈਜ਼ੈਂਟ ਚਾਹੀਦੀ। ਹੁਣ ਕਈ ਥਾਂ ਤੇ ਪੁਲਿਸ ਬਿਨਾਂ ਗੱਲ ਤੋਂ ਹੀ ਮੰਨ ਲਓ ਉੱਦਾਂ ਹੀ ਤੁਰੀ ਫਿਰਦੀ ਆ, ਕਈਆਂ ਥਾਂ ਤੇ ਬਿਲਕੁਲ ਕਿਤੇ ਗੇੜਾ ਹੀ ਨਹੀਂ ਮਾਰਦੇ ਜਾਂ ਵਾਇਲਾ ਵਾਲੇ। ਇਹ ਸਾਰੇ ਇਸ਼ੂ ਇਹ ਵਾਇਲਾ ਜਾਂ ਇਹ ਮੰਨ ਲਓ ਵਾਰਡ ਸਿਸਟਮ ਰਾਹੀਂ ਸਾਨੂੰ ਹੱਲ ਹੋਣੇ ਆ। ਮੇਰੇ ਖਿਆਲ ਨਾਲ ਜਿਹੜੇ ਸੰਖੇ ਵੱਧ ਲੋਕ ਕੰਮ ਕਰਦੇ ਇਹਨਾਂ ਕੰਮਾਂ ਦੇ ਵਿੱਚ ਸਿਟੀ ਦੇ ਵਿੱਚ ਜਾਂ ਅਵੇਅਰ ਕਰਦੇ ਲੋਕਾਂ ਨੂੰ, ਉਹਨਾਂ ਨੂੰ ਵੱਧ ਮੌਕਾ ਮਿਲੂਗਾ। ਜਿਹੜੇ ਇਹ ਬੜਾ ਮੰਨ ਲਓ ਵਪਾਰੀ ਤਬਕਾ ਬਿਨਾਂ ਗੱਲ ਤੋਂ ਹੀ ਇਹ ਮੰਨ ਲਓ ਇਨਵੋਲਵ ਹੋ ਜਾਂਦਾ, ਇਹਨਾਂ ਨੂੰ ਤਾਂ ਹੀ ਅਸੀਂ ਪਿੱਛੇ ਠੱਲ ਪਾ ਸਕਦੇ ਹਾਂ। ਤੇ ਮੈਨੂੰ ਲੱਗਦਾ ਇਹ ਸਿਸਟਮ ਨੂੰ ਲੋਕਾਂ ਨੂੰ ਸਾਥ ਦੇਣਾ ਚਾਹੀਦਾ ਤੇ ਵਧੀਆ ਕੰਮ ਆ, ਆਪਾਂ ਤਾਂ ਸਪੋਰਟ ਕਰਦੇ ਹਾਂ ਜੀ ਇਹਦੀ। ਧੰਨਵਾਦ। ਧੰਨਵਾਦ ਜੀ। ਜਸਪਾਲ ਸਿੰਘ ਜੀ, ਤੁਸੀਂ ਏਅਰ ਤੇ ਹੋ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਮੈਂ ਜਿੱਦਾਂ ਗੱਲਬਾਤ ਸੁਣ ਰਿਹਾ ਸੀ ਤੇ ਦੂਜਾ ਉਹ ਤੋਂ ਇਹ ਹੋਇਆ ਅਨੁਭਵ ਹੁੰਦਾ ਆ ਵੀ ਇਹ ਤਾਂ ਸਿਰਫ ਜਿਹੜੇ ਆ ਦੂਜਾ ਕਿੰਨਾ ਧਨਾੜ ਜਿਹੜੇ ਬੰਦੇ ਹੈਗੇ ਆ ਉਹਨਾਂ ਦੀ ਜਿਹੜੀ ਪਾਰਟੀ ਦੇ ਵਿੱਚ ਜਿਹੜੀ ਸਲੇਟ ਦੇ ਵਿੱਚ ਐਂਟਰੀ ਹੁੰਦੀ ਹੈਗੀ ਆ, ਤੇ ਜਿਹੜਾ ਆਮ ਬੰਦਾ ਉਹ ਤਾਂ ਕਰ ਹੀ ਨਹੀਂ ਸਕਦਾ। ਹੁਣ ਸਾਡੇ ਇੱਥੇ ਐਡਮਿੰਟਨ ਦੇ ਵਿੱਚ ਹੀ ਆ ਵਾਰਡ ਸਿਸਟਮ ਹੈਗਾ ਤੇ ਅਕਸਰ ਹੀ ਇੱਥੇ 7-8 ਕੈਂਡੀਡੇਟ ਵਾਰਡ ਦੇ ਵਿੱਚ ਹੁੰਦੇ ਆ। ਤੇ ਜਿੱਦਾਂ ਸਾਡੇ ਬਾਈ ਇਲੈਕਸ਼ਨ ਹੋਏ ਸੀ ਇਸ ਵਾਰੀ ਉਹ 'ਚ 35 ਜਿਹੜੇ ਕੈਂਡੀਡੇਟ ਸੀਗੇ। ਤੇ ਜਿੱਦਾਂ ਆਮ ਬੰਦਾ ਹੈ ਜਿਹੜਾ ਉਹਨੂੰ ਚਾਂਸ ਮਿਲਦਾ ਹੈਗਾ ਆ, ਜਦੋਂ ਤੁਸੀਂ ਇੱਕ ਸਧਾਰਨ ਬੰਦੇ ਦੇ ਖਿਲਾਫ ਕਰਦਾ ਤਾਂ ਉਹ ਆਪਣੇ ਹਿਸਾਬ ਪ੍ਰਚਾਰ ਕਰਕੇ ਆਪਣੇ ਜਿਹੜੇ ਵਿਊਜ਼ ਦੱਸ ਕੇ ਕਮਿਊਨਿਟੀ 'ਚ ਜਿਹੜੇ ਕੰਮ ਕੀਤੇ ਹੁੰਦੇ ਉਹਨਾਂ ਨੂੰ ਦੱਸ ਕੇ ਜਿਹੜਾ ਇਲੈਕਸ਼ਨ ਲੜਦਾ ਹੈਗਾ ਆ। ਤੇ ਉਹ ਜਿਹੜਾ ਵਾਰਡ ਦੇ ਵਿੱਚ ਹੋਊਗਾ ਤਾਂ ਉਹਨੂੰ ਪਤਾ ਹੋਊਗਾ ਵੀ ਇੱਥੇ ਮੇਰੇ ਆਲੇ ਦੁਆਲੇ ਕੀ ਜਿਹੜੀਆਂ ਸਮੱਸਿਆਵਾਂ ਹੈਗੀਆਂ। ਜਿੱਦਾਂ ਇੱਥੇ ਜਿਹੜੀ ਤੁਹਾਡੀ ਗੱਲ ਸੁਣ ਰਿਹਾ ਇੱਥੇ ਤਾਂ ਏਦਾਂ ਲੱਗਦਾ ਵੀ ਜਿੱਦਾਂ ਜਦੋਂ ਇੱਕ ਸਲੇਟ ਜਦੋਂ ਜਿੱਤ ਜਾਂਦੀ ਹੈ ਫਿਰ ਉਸ ਤੋਂ ਬਾਅਦ ਤਾਂ ਆਪੋਜੀਸ਼ਨ ਵਾਲੀ ਗੱਲ ਵੀ ਹੈ ਨਹੀਂ ਕਿ ਜਿੱਦਾਂ ਜਿਹੜਾ ਆਪੋਜੀਸ਼ਨ ਵੀ ਕੌਣ ਕਰੂਗਾ। ਡੈਮੋਕ੍ਰੇਸੀ ਤੇ ਜਿੱਦਣ ਵੋਟਾਂ ਪੈ ਗਈਆਂ ਉਸ ਤੋਂ ਬਾਅਦ ਖਤਮ ਹੋ ਗਈ। ਬਾਅਦ 'ਚ ਤਾਂ ਜਿਹੜਾ ਹੋ ਕੇ ਪੈਸੇ ਵਾਲਿਆਂ ਦੀ ਗੱਲ ਰਹਿ ਗਈ। ਬਿਲਕੁਲ ਨਹੀਂ ਲੱਗਦਾ ਵੀ ਇਹ ਬਦਲ ਹੋਣਾ ਚਾਹੀਦਾ ਆ। ਜਿਹੜਾ ਆ ਜੇ ਬਾਕੀ ਸਾਰੇ ਵਾਰਡ ਸਿਸਟਮ ਹੈਗਾ ਆ ਤੇ ਇਹ ਸਰੀ 'ਚ ਕਾਹਤੇ ਨਹੀਂ ਹੈਗਾ, ਕੀ ਕਾਰਨ ਆ? ਇਹ ਤੇ ਪੜਚੋਲ ਹੋਣੀ ਚਾਹੀਦੀ ਆ ਤੇ ਇਹਦਾ ਹੱਲ ਹੋਣਾ ਚਾਹੀਦਾ ਆ। ਆਮ ਲੋਕਾਂ ਦੀ ਰਿਪਰੈਜ਼ੈਂਟੇਸ਼ਨ ਹੋਣੀ ਚਾਹੀਦੀ। ਡੈਮੋਕ੍ਰੇਸੀ ਨਾ ਹੀ ਆਮ ਲੋਕਾਂ ਦੀ ਰਿਪਰੈਜ਼ੈਂਟੇਸ਼ਨ ਆ, ਨਾ ਕਿ ਜਿਹੜਾ ਪੈਸੇ ਨਾਲ ਖਰੀਦੀ ਗਈ ਕੁਰਸੀ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਪਾਰਕ ਸੰਦੇਸ਼ ਵਾਪਸ ਆਉਣਾ ਜੀ। ਵਾਰਡ ਸਿਸਟਮ ਦੀ ਗੱਲਬਾਤ ਜਿਹੜੀ ਸ਼ਹਿਰ ਦੇ ਵਿੱਚ ਸ਼ੁਰੂ ਹੋਈ ਹੈ, ਇੱਕ ਕੀਤੀ ਵੀ ਕਾਉਂਸਲਰ ਨੇ ਹੈ ਡਗ ਐਲਫਰਡ ਨੇ। ਉਹ ਇਸ ਨੂੰ ਅੱਗੇ ਤੋਰਨਾ ਚਾਹੀਦਾ। ਆਮ ਲੋਕਾਂ ਦੀ ਮੈਸੇਜ ਜਿਹੜੇ ਫੋਨ ਤੇ ਲਿਖ ਕੇ ਆ ਰਹੇ ਨੇ ਉਹ ਵੀ ਮੈਂ ਪੜ੍ਹਨਾ ਚਾਹੁੰਦਾ। ਸਰ ਲਖਵੀਰ ਸਿੰਘ ਗਿੱਲ ਉਹਨਾਂ ਨੇ ਕਿਹਾ ਬਾਈ ਜੀ ਵਾਰਡ ਸਿਸਟਮ ਤੋਂ ਬਿਨਾਂ ਲੋਕ ਇੱਕ ਪਾਰਟੀ ਵਾਂਗ ਸਲੇਟ ਨੂੰ ਚਲਾਉਂਦੇ ਆ। ਉਹ ਉਮੀਦਵਾਰ ਪਾਰਟੀਆਂ ਚੁਣਦੀਆਂ ਹਨ ਨਾ ਕਿ ਲੋਕ। ਵਾਰਡ ਸਿਸਟਮ 'ਚ ਲੋਕ ਉਮੀਦਵਾਰਾਂ ਨੂੰ ਜਾਣਦੇ ਹਨ ਤੇ ਉਮੀਦਵਾਰ ਲੋਕਾਂ ਦੀਆਂ ਲੋੜਾਂ ਜਾਣਦਾ ਹੋਵੇਗਾ। ਵੋਟਾਂ ਵਾਸਤੇ ਉਹ ਜ਼ਿੰਮੇਵਾਰੀ ਨਿਭਾਉਣਗੇ। ਤੇ ਗੁਰਮੀਤ ਸਿੰਘ ਸਿੱਧੂ ਉਹਨਾਂ ਨੇ ਕਿਹਾ ਬਈ ਯੈਸ ਆਈ ਸਪੋਰਟ ਇਟ, ਵਾਰਡ ਸਿਸਟਮ ਚਾਹੀਦਾ ਕਿਉਂਕਿ ਵਾਰਡ ਸਿਸਟਮ ਦੇ ਨਾਲ ਲੋਕ ਨੇਬਰਹੁੱਡ ਨੂੰ ਰਿਪਰੈਜ਼ੈਂਟ ਕਰਨਗੇ। ਸੁਖੀ ਜੀ ਲਾਈਨ ਨੰਬਰ 5। ਹੈਲੋ, ਸਤਿ ਸ਼੍ਰੀ ਅਕਾਲ ਗਿੱਲ ਸਾਹਿਬ ਜੀ। ਸਤਿ ਸ਼੍ਰੀ ਅਕਾਲ ਜੀ ਵੀਰ ਜੀ। ਹਾਂਜੀ, ਜੇ ਵਾਰਡ ਸਿਸਟਮ ਹੋ ਜਾਂਦਾ ਉਹਦੇ ਨਾਲ ਜਿਹੜਾ ਚਲੋ ਵੀ ਕੋਈ ਵੀ ਉਮੀਦਵਾਰ ਹੋਊਗਾ ਉਸ ਇਲਾਕੇ ਲਈ ਜਵਾਬਦੇਹ ਹੋਊਗਾ, ਠੀਕ ਹੈ ਨਾ। ਤੁਸੀਂ ਉਸ ਨੂੰ ਛੇਤੀ ਤੁਹਾਡੀ ਪਹੁੰਚ ਦੇ ਵਿੱਚ ਹੋਊਗਾ, ਤੁਸੀਂ ਕੱਲ੍ਹ ਉਸ ਤੱਕ ਅਪਰੋਚ ਕਰ ਪਾਓਗੇ, ਆਪਣੀਆਂ ਮੁਸ਼ਕਿਲਾਂ ਜਿਹੜੀਆਂ ਹੋਊਗੀਆਂ ਤੁਹਾਡੇ ਏਰੀਆ ਦੀਆਂ ਉਹਨੂੰ ਦੱਸ ਸਕੋਗੇ। ਪਰ ਗਿੱਲ ਸਾਹਿਬ ਜੀ ਮੈਨੂੰ ਇਸ ਤਰ੍ਹਾਂ ਲੱਗਦਾ ਹੁੰਦਾ ਕਈ ਤਰ੍ਹਾਂ ਵੀ ਜਿੱਦਾਂ ਆਪਾਂ ਇੰਡੀਆ ਛੱਡ ਕੇ ਆਏ ਸੀ, ਇੱਥੇ ਵੀ ਇੱਕ ਬਹੁਤ ਵਧੀਆ ਸਿਸਟਮ ਹੈਗਾ, ਕਲੀਨ ਹੈਗਾ, ਕੋਈ ਡਾਊਟ ਨਹੀਂ ਸੀਗਾ। ਪਰ ਹੁਣ ਬਹੁਤ ਜ਼ਿਆਦਾ ਗੰਦਲਾ ਹੋ ਗਿਆ। ਹੁਣ ਜੇ ਤੁਸੀਂ ਨਾ ਸਿਟੀ ਹਾਲ 'ਚ ਕਹਿੰਦੇ ਜਾਂ ਰਾਹ ਪਿਆ ਜਾਣੇ ਜਾਂ ਫਿਰ ਬਾਹ ਪਿਆ ਜਾਣੇ, ਜਿਹਨਾਂ ਲੋਕਾਂ ਦੇ ਬਾਹ ਪਏ ਹੋਣਗੇ ਉਹਨਾਂ ਨੂੰ ਪੁੱਛ ਕੇ ਦੇਖ ਲਿਓ ਕਿ ਜਿਹੜੇ ਜਿੰਨੇ ਵੀ ਕਾਉਂਸਲਰ ਜਾਂ ਆਪਾਂ ਮੇਅਰ ਵੀ ਕਹਿ ਲੈਂਦੇ ਹਾਂ, ਇਹਨਾਂ ਚਲਾਉਣ ਵਾਲੇ ਬੰਦੇ ਤਾਂ ਪਿੱਛੇ ਕੋਈ ਹੋਰ ਹੀ ਬੈਠੇ ਹੁੰਦੇ ਆ।
ਪਹਿਲੀ ਗੱਲ ਤਾਂ ਦੇਖੋ, ਜੇ ਹਰਜੀਤ ਸਿੰਘ ਜੀ ਮੈਂ ਤੁਹਾਡੀ ਫਾਈਨੈਂਸ਼ੀਅਲ ਤੌਰ ਤੇ ਮਦਦ ਕੀਤੀ ਹੋਊਗੀ ਇਲੈਕਸ਼ਨ ਦੇ ਵਿੱਚ, ਤਾਂ ਤੁਸੀਂ ਮੇਰਾ ਕੰਮ ਕਿਸ ਤਰ੍ਹਾਂ ਨਹੀਂ ਕਰੋਗੇ? ਤੁਸੀਂ ਉਸੇ ਤਰ੍ਹਾਂ ਚਲੋ ਕਿ ਮੇਰੇ ਤੁਹਾਨੂੰ ਫੀਲ ਹੋਣਾ ਕਿ ਯਾਰ ਉਹਨੇ ਮੇਰੇ ਪੈਸੇ ਦਿੱਤੇ ਆ, ਉਹਦਾ ਕੰਮ ਕਰ ਦੇਵਾਂ, ਹੁਣ ਮੇਰੀ ਵਾਰੀ ਹੈਗੀ। ਪਹਿਲਾਂ ਜਿਹੜਾ ਟੇਬਲ ਸਿਸਟਮ ਹੈਗਾ ਨਾ, ਆ ਜਿਹੜਾ ਟੇਬਲ ਵੇਚੇ ਜਾਂਦੇ ਆ ਹਾਲਾਂ ਦੇ ਵਿੱਚ, ਆ ਟੇਬਲ ਜੀ $1000 ਦਾ ਲੈ ਲਓ, ਕੋਈ 5000 ਦੇ ਲੈ ਲੈਂਦਾ, ਪ੍ਰਧਾਨ ਮੰਤਰੀ ਤੱਕ ਦੇ ਟੇਬਲ ਖਰੀਦੇ ਵੇਚੇ ਜਾਂਦੇ ਆ। ਫਿਰ ਉਹ ਬੰਦੇ ਕਿਸ ਤਰ੍ਹਾਂ ਜੀ ਇੱਕ ਨਿਰਪੱਖ ਰਹਿ ਸਕਦੇ ਆ, ਕਿਸ ਤਰ੍ਹਾਂ ਸਿਸਟਮ ਨੂੰ ਇੱਕ ਚਲੋ ਕਿ ਵਧੀਆ ਤਰੀਕੇ ਨਾਲ ਚਲਾ ਸਕਦੇ ਹੈਗੇ? ਉਹ ਤਾਂ ਆਲਰੇਡੀ ਆਪਣੇ ਆਪ ਨੂੰ ਪਹਿਲਾਂ ਹੀ ਵੇਚ ਚੁੱਕੇ ਹੁੰਦੇ, ਇਹਨਾਂ ਦੇ ਥੱਲੇ ਪੈਸੇ ਵਾਲੇ ਜਿਹੜੀਆਂ ਸਾਮੀਆਂ ਹੈਗੀਆਂ। ਹੁਣ ਵੀ ਤਾਂ ਕਹ ਲਓ ਕਿ ਜਿਹੜੇ ਉਮੀਦਵਾਰ ਜਾਂ ਜਿਹੜੇ ਸਾਡੇ ਕੌਂਸਲਰ ਹੈਗੇ ਆ, ਸਪੈਸ਼ਲੀ ਮੈਂ ਆਪਣੇ ਕੌਂਸਲਰਾਂ ਦੀ ਗੱਲ ਕਰੂੰਗਾ ਪੰਜਾਬੀਆਂ ਦੀ, ਇਹਨਾਂ ਦਾ ਕੰਮ ਉਹੀ ਹੈ ਜੀ, ਇੰਡੀਆ ਵਾਲਾ ਪੰਜਾਬ ਵਾਲੇ ਦੋਹਰੀ ਕਹਿ ਲਓ ਕਿ ਜੇ ਸਪੋਜ਼ ਕਰੋ ਮੇਰਾ ਕੰਮ ਨਹੀਂ ਹੋਣ ਵਾਲਾ, ਇਹਨਾਂ ਦੇ ਵਿੱਚ ਤਾਕਤ ਕਾਹਦੇ ਨਹੀਂ ਕਿ ਮੇਰੇ ਮੂੰਹ ਤੇ ਕਹਿਣ ਵੀ ਸੁਖਬੀਰ ਸਿੰਘ ਜੀ ਇਹ ਕੰਮ ਨਹੀਂ ਹੋਣ ਵਾਲਾ ਤੁਹਾਡਾ, ਇਹ ਤੁਹਾਡਾ ਗਲਤ ਕੰਮ ਹੈਗਾ। ਤੇ ਜਿਹੜਾ ਬੰਦਾ ਜਾਇਜ਼ ਜਿਹੜਾ ਕੰਮ ਹੈਗਾ ਉਹ ਤਾਂ ਹੋ ਜਾਣਾ ਹੈਗਾ, ਪਰ ਉਸ ਨੂੰ ਲਟਕਾਇਆ ਜਾਂਦਾ, ਦੇਰ ਕੀਤੀ ਜਾਂਦੀ ਆ, ਫੇਅਰਨੈਸ ਨਹੀਂ ਹੈਗੀ। ਤੇ ਫੇਅਰਨੈਸ ਦੇ ਆਧਾਰ ਤੇ ਕਾਹਤੋਂ ਨਹੀਂ ਇਹ ਫੈਸਲੇ ਕਰ ਪਾਉਂਦੇ ਹੈਗੇ? ਤੇ ਸਿਰਫ ਦੇਖੋ ਇਹ ਜਿਹੜੀ ਕੌਂਸਲਰ ਦੀ ਜੌਬ ਹੈ ਕਿੰਨੇ ਚਿਰ ਦੀ ਹੈਗੀ? 4 ਸਾਲ ਦੀ। 4 ਸਾਲ ਲੋਕਾਂ ਨੇ ਫਿਰ ਤੁਹਾਨੂੰ ਚੇਂਜ ਕਰ ਦੇਣਾ, ਪਰ ਐਟਲੀਸਟ ਕੋਈ ਨਾ ਕੋਈ ਤਾਂ ਤੁਸੀਂ ਛੱਡ ਕੇ ਜਾਓ ਆਪਣੀ ਲਾਇਲਟੀ, ਲੋਕੀ ਤੁਹਾਨੂੰ ਯਾਦ ਕਰਨ ਹਾਂ ਜੀ ਫਲਾਨਾ ਕੋਈ ਕੌਂਸਲਰ ਅਮੀਰ ਹੁੰਦਾ ਸੀ, ਇਹ ਸਿਟੀ ਲਈ ਕੁਝ ਕੰਮ ਕੀਤੇ ਹੈਗੇ। ਕਿੰਨੀ ਦੇਰ ਤੁਸੀਂ ਇੱਥੇ ਬੈਠੇ ਰਹਿਣਾ ਹੈਗਾ? ਜਿਹੜੇ ਪਹਿਲਾਂ ਹੁੰਦੇ ਸੀ ਉਹਨਾਂ ਨੂੰ ਪੁੱਛ ਕੇ ਦੇਖ ਲਓ, ਵੀ ਤਾਂ ਏਦਾਂ ਹੀ ਕਹਿੰਦੇ ਵੀ ਜਿਹੜੀ ਸਿਟੀ ਹੈ ਸਾਰੀ ਸਾਡੀ ਆ, ਲੋਕਾਂ ਨੇ ਚੇਂਜ ਕਰਤੇ ਨਾ। ਇਹ ਤਾਂ ਚਲੋ ਵੀ ਲੋਕਾਂ ਨੇ ਚੇਂਜ ਕਰ ਹੀ ਦੇਣਾ ਹੁੰਦਾ ਹੈਗਾ, ਪਰ ਇੱਥੇ ਜਿਹੜਾ ਹੈਗਾ ਬਹੁਤ ਗੰਦਲਾ ਕੰਮ ਹੋ ਗਿਆ। ਮੈਂ ਕਹਿੰਦਾ ਪੰਜਾਬ ਨਾਲੋਂ ਜ਼ਿਆਦਾ ਪੋਲਿਟਿਕਸ ਇੱਥੇ ਚੱਲ ਰਹੀ ਹੈਗੀ। ਇਹਨਾਂ ਨੂੰ ਕਹਿ ਲਓ ਕਿ ਵੱਡੇ ਵੱਡੇ ਬਿਲਡਰ ਲੋਕੀ ਚਲਾ ਰਹੇ ਹੈ ਪਿੱਛੇ ਬੈਠੇ। ਇੱਕ ਜੇ ਆਮ ਬੰਦੇ ਨੇ ਕੋਈ ਆਪਣਾ ਉੱਥੇ ਕੰਮ ਕਰਾਉਣਾ ਹੋਵੇ ਤਾਂ ਉਹਦਾ ਕੰਮ ਨਹੀਂ ਹੁੰਦਾ ਸਿਟੀ ਹਾਲ 'ਚੋਂ, ਹੁਣ ਤਾਂ ਗੇੜੇ ਮਰਵਾ ਕਮਲਾ ਕਰ ਦਿੰਦੇ ਆ। ਤੇ ਜਿਹੜਾ ਬਿਲਡਰ ਹੁੰਦਾ ਉਹਨਾਂ ਦਾ ਘਰ ਬੈਠਣ ਦੇ ਵੀ ਕੰਮ ਹੁੰਦੇ ਹੈਗੇ। ਸੋ ਵਾਰਡ ਸਿਸਟਮ ਆਉਣਾ ਚਾਹੀਦਾ ਕਿ ਅਸੀਂ ਲੋਕਾਂ ਨੂੰ ਪੁੱਛ ਸਕੀਏ, ਉਹਨਾਂ ਨੂੰ ਜਵਾਬ ਦੇ ਉਹਨਾਂ ਤੋਂ ਮੰਗ ਸਕੀਏ। ਜੋ ਸਾਡੇ ਏਰੀਏ ਦੇ ਹੋਣਗੇ ਉਹਨਾਂ ਨੂੰ ਦੁਬਾਰਾ ਇਲੈਕਸ਼ਨ ਵੀ ਹੋਊਗੀ, ਹਾਂ ਉਹ ਸਾਨੂੰ ਜਵਾਬ ਦੇਣ ਵੀ ਹੋਣਗੇ। ਪਰ ਹੁਣ ਤਾਂ ਚਲੋ ਕਿ ਜਿਸਦਾ ਲੋਕੀ ਸਾਰੇ ਕਹਿ ਰਹੇ ਆ, ਇੱਕ ਸਲੇਟ ਰੱਖ ਦਿੱਤੀ ਜਾਂਦੀ ਆ ਬਿਲਡਰਾਂ ਵੱਲੋਂ ਲਿਆ ਕੇ, ਦੋਨੇ ਉਹ ਸਪੋਰਟ ਦੋਨੇ ਬਿਲਡਰ ਕਰਦੇ ਹੁੰਦੇ ਆ, ਚਾਹੇ ਉਹ ਵਿਰੋਧੀ ਆ ਚਾਹੇ ਉਹਦੇ ਹੱਕ ਦੇ ਹੈਗੇ ਆ। ਪੈਸੇ ਉਹਨੇ ਵੀ ਦਿੱਤੇ ਹੁੰਦੇ ਹੈਗੇ, ਇਹਨਾਂ ਦੇ ਕੰਮ ਕਦੇ ਰੁਕੇ ਹੈਗੇ ਜੀ ਨਾ ਰੁਕੇ ਇਹਨਾਂ ਦੇ ਪੈਸੇ ਵਾਲਿਆਂ ਦੇ। ਪੈਸੇ ਵਾਲਾ ਬੰਦਾ ਤਾਂ ਭਾਜੀ ਕਿਸੇ ਨੂੰ ਉਹਦਾ ਦਵਾਨੀ ਨਾ ਛੱਡੇ ਬਿਨਾਂ ਮਤਲਬ ਤੋਂ। ਕੀ ਮਤਲਬ ਕਿ ਇਹ 5-5 ਹਜ਼ਾਰ $10,000 ਇਹਨਾਂ ਲੋਕਾਂ ਨੂੰ ਜਾਂ $50,000 ਇਹਨਾਂ ਤੇ ਲੋਕਾਂ ਦੇ ਲਟਾ ਦਿੰਦੇ, ਕਿਉਂਕਿ ਇਹਨਾਂ ਨੇ ਆਪਣੇ ਕੰਮ ਜਿਹੜੇ ਨਜਾਇਜ਼ ਜਿੱਥੇ ਨਹੀਂ ਡਿਵੈਲਪਮੈਂਟ ਹੋ ਸਕਦੀ ਉੱਥੇ ਵੀ ਕਰਾਉਣੀ ਹੁੰਦੀ ਹੈਗੀ ਆ। ਜਿਸ ਤਰ੍ਹਾਂ ਕਿ ਸੁਣਿਆ ਹੀ ਹੋਣਾ ਪਹਿਲਾਂ ਚਿਲਾ ਬੈਗ ਦੇ ਵਿੱਚ ਇਸ ਤਰ੍ਹਾਂ ਹੋਇਆ ਸੀਗਾ, ਉਹ ਫਾਰਮ ਏਰੀਆ ਸੀਗਾ ਤਾਂ ਮੇਅਰ ਨੇ ਉੱਥੇ ਫਿਰ ਕਹਿ ਲਓ ਕਿ ਘਰ ਬਣਾ ਦਿੱਤੇ ਸੀਗੇ। ਬਾਕੀ ਇਹਨਾਂ ਨੂੰ ਪਤਾ ਹੁੰਦਾ ਕਿ ਜਿਹੜੇ ਮੇਰੇ ਵਰਗੇ ਇਹਨਾਂ ਦੇ ਮੂਹਰੇ ਸਾਇੰਸ ਨੂੰ ਚੁੱਕੀ ਕਰਦੇ ਹੁੰਦੇ ਜਾਂ ਇਹਨਾਂ ਦੀ ਸਪੋਰਟ ਕਰਦੇ ਹੁੰਦੇ ਆ, ਉਹਨੇ ਵਿੱਚੋਂ ਹੋਰ ਕੰਮ ਲੈਣੇ ਹੁੰਦੇ ਆ। ਉਹਨਾਂ ਨੂੰ ਪਹਿਲਾਂ ਦੱਸ ਦੇਣਾ ਹੁੰਦਾ ਤੁਸੀਂ ਇੱਥੇ ਵੀ ਆਹ ਜ਼ਮੀਨ ਲੈ ਲਓ, ਆਹ ਡਿਵੈਲਪ ਹੋਣੀ ਆ, ਉਹ ਇੱਦਾਂ ਉਹਨਾਂ ਦਾ ਫਾਇਦਾ ਕਰਾ ਲੈਣਾ ਪੈਣਾ ਭਾਈ ਭਤੀਜਾਵਾਦ ਦਾ ਜਾਂ ਜਾਣ ਪਛਾਣ ਬੰਦਿਆਂ ਦਾ, ਜਿਹੜਾ ਕਿ ਇੱਕ ਗਲਤ ਤਰੀਕਾ ਹੈਗਾ, ਗੰਦਲਾ ਤਰੀਕਾ ਹੈਗਾ। ਇਹ ਸਾਫ਼ ਸੁਥਰਾ ਹੋਣਾ ਚਾਹੀਦਾ ਕਿ ਇੱਥੋਂ ਛੱਡ ਕੇ ਹੁਣ ਕਿੱਥੇ ਜਾਵਾਂਗੇ? ਸਾਡੇ ਬੱਚੇ ਜਿਹੜੇ ਹੈਗੇ ਆ, ਆਉਣ ਵਾਲੀ ਪੀੜ੍ਹੀ ਹੈਗੀ ਆ, ਉਹ ਸਾਫ਼ ਸੁਥਰੀ ਹੈਗੀ ਆ। ਪਲੀਜ਼ ਉਹਨਾਂ ਲਈ ਅਸੀਂ ਇੱਕ ਵਧੀਆ ਇਨਵਾਇਰਮੈਂਟ ਛੱਡ ਜਾਈਏ। ਜਦੋਂ ਬੰਦਾ ਮਰਦਾ ਜੀ, ਚਾਹੇ ਉਹ ਪੈਸੇ ਵਾਲਾ ਤੇ ਚਾਹੇ ਗਰੀਬ ਆ, ਉਹ ਸਾਰਿਆਂ ਨੂੰ ਇੱਕੋ ਜਿਹਾ ਕਰ ਦਿੰਦੀ ਹੈ। ਪਲੀਜ਼ ਮੌਤ ਨੂੰ ਯਾਦ ਰੱਖਣਾ ਚਾਹੀਦਾ। ਥੈਂਕ ਯੂ ਵੈਰੀ ਮਚ। ਧੰਨਵਾਦ ਜੀ। ਸੁਰਿੰਦਰ ਸਿੰਘ ਜੀ, ਲਾਈਨ ਨੰਬਰ 2। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਵੀਰ ਜੀ। ਮੈਂ ਇਹਦੇ ਬਾਰੇ ਵਾਰਡ ਸਿਸਟਮ ਤਾਂ ਜ਼ਰੂਰੀ ਆ ਜੀ, ਚਾਹੀਦਾ ਆ, ਪਰ ਮੈਂ ਇੱਕ ਬੇਨਤੀ ਕਰਨਾ ਚਾਹੁੰਦਾ ਵੀ ਇਹਨੂੰ ਜੇ ਗੱਲ ਸ਼ੁਰੂ ਕੀਤੀ ਆ ਤੈਨੂੰ ਸਿਰੇ ਲੱਗਣ ਤੱਕ ਲੈ ਕੇ ਜਾਣੀ ਚਾਹੀਦੀ ਆ। ਜਿਵੇਂ ਉਹ ਸਾਰੀ ਪੁਲਿਸ ਦੀ ਗੱਲ ਆ, ਆਪਣੇ ਮੀਡੀਆ ਨੇ ਵੀ ਆਪਣੇ ਲੋਕਾਂ ਇੰਨੀ ਜ਼ਿਆਦਾ ਚੁੱਕੀ ਹੈ, ਪਰ ਹੁਣ ਕਿਸੇ ਨੇ ਕਦੀ ਮੀਡੀਆ ਦੀ ਗੱਲ ਹੀ ਨਹੀਂ ਸੁਣੀ। ਪਰ ਦੂਜਾ ਧਿਰ ਜਿਹੜੀ ਆ ਉਹ ਪੂਰਾ ਜ਼ੋਰ ਲਾ ਰਹੀ ਆ ਤੇ ਉਹਨੂੰ ਇਕੱਲਾ ਮੇਅਰ ਜਾਂ 1-2 ਜਣੇ ਉਹਨੂੰ ਸਿਰਫ ਅਪੋਜ਼ ਕਰਦੇ ਆ। ਉਸੇ ਕਰਕੇ ਉਹ ਡਿਸਕਰੇਜ ਹੋ ਜਾਂਦੇ ਲੋਕ, ਜਿਹੜੇ ਫਿਰ ਲੋਕ ਆਪਣੀ ਗੱਲ ਸੁਣਦੇ ਆ। ਜੇ ਇਸ ਨੂੰ ਜੇ ਹੁਣ ਸ਼ੁਰੂ ਕਰਨਾ ਤਾਂ ਇਸ ਨੂੰ ਲਗਾਤਾਰ ਇਸ ਬਾਰੇ ਗੱਲ ਹੋਣੀ ਚਾਹੀਦੀ ਹੈ ਜੀ। ਮੇਰੇ ਖਿਆਲ ਸੁਰਿੰਦਰ ਸਿੰਘ ਜੀ ਉਹ ਆਲਮੋਸਟ ਗੱਲ ਫਾਈਨਲ ਹੋਈ ਪਈ ਹੈ। ਉਹਨਾਂ ਨੇ ਚੀਫ ਲੱਭ ਰਹੇ ਨੇ ਤੇ ਬੋਰਡ ਬਣ ਗਿਆ ਤੇ ਹੁਣ ਮੈਨੂੰ ਲੱਗਦਾ ਵੀ ਆਲਮੋਸਟ ਉਹ ਡਨ ਹੈ। ਤੇ ਪਬਲਿਕ ਨੇ ਜਿਹੜਾ ਕੁਝ ਕਰਨਾ ਸੀ, ਪਬਲਿਕ ਨੇ ਫਤਵਾ ਦੇਤਾ, ਪਬਲਿਕ ਨੇ ਗੱਲ ਉਹ ਤੇ ਕਰ ਦਿੱਤੀ। ਬਿਲਕੁਲ ਕੀ ਪਾਰਟੀ MP ਵਾਲਾ ਜਿਹੜੀ ਸਟੇਟ ਆਪਣਾ ਗਰੁੱਪ ਹੈ ਉਹ ਕੰਮ ਬਹੁਤ ਕਰ ਰਿਹਾ ਹੈ। ਇਹ ਗੱਲ ਬਿਲਕੁਲ ਤੁਹਾਡੀ ਠੀਕ ਹੈ। ਨਹੀਂ ਜੀ, ਇਹ ਪਰ ਜਿੰਨਾ ਮਰਜ਼ੀ ਹੋ ਰਿਹਾ ਆ, ਪਰ ਆਪੋਜੀਸ਼ਨਲ ਜਿਹੜੀ ਆਪਣੇ MP ਵਾਲੀ ਯੂਨੀਅਨ ਬਣੀ ਆ ਉਹ ਕਿੰਨਾ ਜ਼ੋਰ ਲਾ ਕਿੰਨੀ ਦੇ ਰਹੀ ਆ, ਉਹਨੂੰ ਅਪੋਜ਼ ਆਪਣਾ ਮੀਡੀਆ ਬਿਲਕੁਲ ਠੀਕ ਹੈ। ਗੱਲ ਇਹ ਆ ਜੀ, ਗੱਲ ਇਹ ਆ ਪਬਲਿਕ, ਸੁਰਿੰਦਰ ਸਿੰਘ ਜੀ, ਪਬਲਿਕ ਤਾਂ ਉੱਥੇ ਖੜੀ ਆ। ਪਬਲਿਕ
ਜਿਹੜੇ ਮੂਹਰਲੇ ਚੌਧਰੀ ਨੇ ਉਹਨਾਂ ਦੇ ਏਜੰਡੇ ਅਲੱਗ-ਅਲੱਗ ਨੇ ਨਾ। ਜਦ ਉਹਨਾਂ ਨੇ ਕੰਮ ਕਰਾਉਣਾ ਪੁਲਿਸ ਦਾ ਉਹਨਾਂ ਨੇ ਕਰਾ ਲਿਆ। ਹੁਣ ਪੁਲਿਸ ਤੋਂ ਬਿਨਾਂ ਕੋਈ ਹੋਰ ਏਜੰਡਾ ਹੋਊ ਉਹਨਾਂ ਦਾ, ਕੋਈ ਡਿਵੈਲਪਮੈਂਟ ਵਗੈਰਾ ਇੱਧਰ ਉੱਧਰ ਹੋਣੀ ਹੁੰਦੀ ਹੋਊ, ਉੱਧਰ ਨੂੰ ਚੱਲ ਪਏ ਨੇ ਉਹ ਭੰਨ ਤੋੜ ਉਹਦੀ ਇਹਦੇ ਨਾਲ ਇਹਦੀਆਂ ਉਹਦੇ ਨਾਲ ਕੰਮ ਬਹੁਤ ਨੇ ਨਾ ਜੀ ਉਹਨਾਂ ਦੇ। ਸੋ ਪਰ ਫਿਰ ਵੀ ਲੋਕਾਂ ਦੇ ਵਿੱਚ ਉਹ ਗੱਲ ਚੱਲਦੀ ਹੋਣੀ ਚਾਹੀਦੀ ਹੈ ਜਦ ਤੱਕ ਉਹ ਬਣਦੀ ਨਹੀਂ। ਇਹ ਗੱਲ ਮੈਂ ਬਿਲਕੁਲ ਠੀਕ ਤੁਹਾਡੀ ਮੰਨਦਾ, ਇਹ ਠੀਕ ਹੈਗਾ। ਇਹ ਪਾਰਟੀ ਵਾਲੇ ਆ ਉਹ ਕਿੰਨਾ ਜ਼ੋਰ ਲਾ ਰਿਹਾ, ਇੱਕ ਦਿਨ ਨਹੀਂ ਚੁੱਪ ਲਾ ਰਹੇ ਨੇ ਜੀ, ਲਾ ਰਹੇ ਆਪਣੇ ਮੀਡੀਆ ਤੇ। ਥੈਂਕ ਯੂ ਨਾ ਕਰਾਂਗੇ ਜੀ। ਮੈਂ ਗੱਲ ਕਰੂੰਗਾ ਤਸਵਿੰਦਰ ਸਿੰਘ ਜੀ, ਮੈਂ ਗੱਲ ਕਰੂੰਗਾ। ਮੈਂ ਇਹਨੂੰ ਆਪਾਂ ਸ਼ੁਰੂ ਕੀਤੀ ਸੀ ਗੱਲ ਤੇ ਵੇਕ ਅਫਸਰੀ ਤੋਂ ਸ਼ੁਰੂ ਹੋਈ ਸੀ, ਆਪਾਂ ਇਸ ਤੇ ਗੱਲਬਾਤ ਕਰਾਂਗੇ। ਉਹ ਆਪਣਾ ਤਰਕ ਦੇ ਨਾਲ ਕੀ ਪਾਰਟੀ MP ਵਾਲੇ ਆਪਣਾ ਤਰਕ ਦੇ ਸਕਦੇ ਆ, ਉਹ ਦਿੰਦੇ ਵੀ ਨੇ, ਗੱਲ ਕਰ ਹੀ ਜਾਣ ਉਹ। ਪਰ ਮੇਰੇ ਖਿਆਲ ਸ਼ੁਰੂ ਤਾਂ ਹੋਇਆ ਹੁਣ ਪੁਲਿਸ ਚੀਫ ਲੱਭ ਰਹੇ ਨੇ। ਮੇਅਰ ਦਾ ਤਾਂ ਸੁਪਨਾ ਹੀ ਇੱਕ ਹੈ ਕਿ ਮੈਂ ਸਰੀ ਪੁਲਿਸ ਬਣਾਉਣੀ ਹੈ, ਉਹ ਅੱਜ ਦਾ ਨਹੀਂ ਬਹੁਤ ਚਿਰਾਂ ਦਾ। ਕੁਲਦੀਪ ਸਿੰਘ ਜੀ ਲਾਈਨ ਨੰਬਰ 4 ਤੁਸੀਂ ਏਅਰ ਤੇ ਹੋ। ਸਤਿ ਸ਼੍ਰੀ ਅਕਾਲ ਜੀ ਗਿੱਲ ਸਾਹਿਬ। ਅਸੀਂ ਜਦੋਂ ਘਰਾਂ ਦਾ ਐਜੂਕੇਸ਼ਨ ਜਿਹਾ ਚੱਲਦਾ ਸੀਗਾ ਉਹ ਐਪਲੀਕੇਸ਼ਨ ਕੀਤੀ ਸੀਗੀ ਮੈਂ ਸਰੀ ਰੇਟਪੇਅਰ ਐਸੋਸੀਏਸ਼ਨ ਵੱਲੋਂ ਵੀ ਅਵਾਰਡ ਸਿਸਟਮ ਹੋਣਾ ਚਾਹੀਦਾ, ਕਿਉਂਕਿ ਨਿਊਟਨ ਦੀ ਤਾਂ ਰਿਪਰੈਜ਼ੈਂਟੇਸ਼ਨ ਹੀ ਨਹੀਂ ਸੀ। ਕੋਈ ਵੀ ਕੌਂਸਲਰ ਨਿਊਟਨ ਚੋਂ ਨਹੀਂ ਸੀ, ਸਾਰੇ ਸਾਊਥ ਸਰੀ ਦੇ ਸੀਗੇ। ਉਹਨਾਂ ਦੇ ਮਫਾਦ ਸੀਗੇ, ਉਹਨਾਂ ਨੇ ਆਪਣੀਆਂ ਜਿਹੜੀਆਂ ਪ੍ਰਾਪਰਟੀਆਂ ਡਿਵੈਲਪ ਕਰਨੀਆਂ ਸੀ, ਐਕਸਕਲੂਸਿਵ ਰਾਈਟ ਲੈ ਲਏ ਸੀਵਰੇਜ ਦੇ B&B ਨੇ। ਉਹ ਆਪਣੇ ਲੋਕਾਂ ਨੇ ਏਕੜ ਲਏ, ਉਹ ਸਾਰੇ ਦੇ ਸਾਰੇ ਮੁੜ ਕੇ ਉਹਨਾਂ ਨੂੰ ਵੇਚਣੇ ਪਏ ਕਿਉਂਕਿ ਉਹ ਸੂਅਰ 'ਚ ਪਾ ਨਹੀਂ ਸਕਦੇ। ਬੇਸਿਕਲੀ ਇਹ ਹੁੰਦਾ ਨਹੀਂ, ਸੂਅਰ ਸਭ ਦਾ ਸਾਂਝਾ ਹੁੰਦਾ, ਸਭ ਨੂੰ ਐਕਸੈਸ ਹੋਣਾ ਚਾਹੀਦਾ। ਤੇ ਇਹ ਯੂਨੀਲੈਟਰਲ ਫੈਸਲੇ ਸੀਗੇ ਇਹਨਾਂ ਨੇ ਕੀਤੇ ਹੋਏ ਆਪਦੇ ਮਫਾਦ। ਹੁਣ ਇੱਧਰ ਸਾਊਥ ਸਰੀ ਨੂੰ ਡਿਵੈਲਪ ਕੀਤਾ ਤੇ ਉੱਥੇ ਵੀ ਇੱਦਾਂ ਹੀ ਕੀਤਾ, ਮੁੜ ਕੇ ਆਪਣੇ ਲੋਕਾਂ ਨੂੰ ਕੋਟੀਆਂ ਦੇ ਭਾਅ ਪ੍ਰਾਪਰਟੀਆਂ ਛੱਡਣੀਆਂ ਪਈਆਂ। ਤੇ ਇਹ ਮੇਅਰ ਨੇ ਵਾਅਦਾ ਕੀਤਾ ਸੀਗਾ ਚੋਣਾਂ ਦੇ ਵਿੱਚ ਵੀ ਮੈਂ ਵਾਰਡ ਸਿਸਟਮ ਲਾਗੂ ਕਰੂੰਗਾ, ਇਹਦੇ ਨਾਲ ਸਾਰੀਆਂ ਕਮਿਊਨਿਟੀਆਂ ਨੂੰ ਸੁਣਿਆ ਜਾਊਗਾ ਤੇ ਇਹ ਬਹੁਤ ਚੰਗੀ ਗੱਲ ਆ। ਪਰ ਇਹਦੇ ਤੇ ਹਲੇ ਵੀ ਵਰਕ ਕਰਨ ਦੀ ਲੋੜ ਆ ਕਿਉਂਕਿ ਜਦੋਂ ਰੈਫਰੈਂਡਮ ਹੋਇਆ ਉਦੋਂ ਵੀ ਪੂਰਾ ਜ਼ੋਰ ਲੱਗਣਾ ਚਾਹੀਦਾ ਤਾਂ ਕਿ ਸਾਰੇ ਲੋਕ ਅਵੇਅਰ ਹੋਣ ਤੇ ਵਾਰਡ ਸਿਸਟਮ ਹੋਣਾ ਜ਼ਰੂਰੀ ਆ। ਸਰੀ ਦੀ ਪੁਲਿਸ ਹੋਣਾ ਵੀ ਜ਼ਰੂਰੀ ਆ। ਇਹਦੇ ਉੱਤੇ ਮੈਂ ਦੇਖਿਆ ਥੋੜੀ ਜਿਹੀ ਪੋਲੀਟਿਕਸ ਹੋ ਰਹੀ ਆ, ਕਮੇਟੀ ਨੂੰ ਡਿਵਾਈਡ ਕਰ ਰਹੇ ਆ। ਜਿੰਨੇ ਕਲੋਵਰਡੇਲ ਇੱਥੇ ਮੈਂ ਰਹਿੰਦਾ, ਇੱਥੇ ਜਿਹੜੇ ਗੋਰਿਆਂ ਦੇ ਘਰ ਆ ਤੇ ਉਹਨਾਂ ਦੇ ਮੂਹਰੇ ਲੱਗੇ ਹੋਏ ਆ, ਇਹ ਆਪਣੇ ਦੀ ਕਿਸੇ ਦੇ ਨਹੀਂ ਹੈ। ਆਪਣਾ ਪੁਲਿਸਮੈਨ ਵੀ ਰਹਿੰਦਾ, ਉਹਨੇ ਨਹੀਂ ਲਾਇਆ ਤੇ ਦੂਜੇ ਲਾਉਂਦੇ ਆ। ਇਹ ਜਿੱਦਾਂ ਨਾ ਵੀ ਉਹ ਕਹਿ ਰਿਹਾ ਵੀ ਈਸਟ ਕਮੇਟੀ ਦੇ ਮਗਰ ਲੱਗ ਕੇ ਕਰ ਰਿਹਾ। ਇਹ ਵੀ ਥੋੜੀ ਜਿਹੀ ਬੰਦੇ ਨਾਲ ਗੱਲ ਰੱਖਣੀ ਚਾਹੀਦੀ ਹੈ ਜੀ। ਧੰਨਵਾਦ। ਬਿਲਕੁਲ ਇਹ ਗੱਲ ਚੱਲ ਰਹੀ ਹੈ ਵੀ ਜਿਹੜੀ RCMP ਕੱਢ ਕੇ ਸਿਟੀ ਪੁਲਿਸ ਲਿਆਂਦੀ ਜਾ ਰਹੀ ਹੈ ਉਹ ਈਸਟ ਇੰਡੀਅਨ ਜਿਹੜੀ ਕਮਿਊਨਿਟੀ ਕਰ ਰਹੀ ਹੈ। ਇਹ ਇਸ਼ੂ ਚੱਲ ਰਿਹਾ ਉਹਦੇ ਤੋਂ। ਪਰ ਇਹ ਨਹੀਂ ਗੱਲ ਹੈ, ਲੋਕਾਂ ਸਾਰੇ ਸਰੀ ਨੇ ਵੋਟਾਂ ਪਾਈਆਂ ਨੇ, ਉਹ ਰੱਖ ਲੈਣ ਆਪਣਾ ਧਿਰ, ਕਰ ਲੈਣ ਜ਼ੋਰ ਲਾ ਲੈਣ, ਪਟੀਸ਼ਨਾਂ ਕਰਾ ਲੈਣ, ਸੂਬਾ ਸਰਕਾਰ ਨੂੰ ਕਹਿਣ ਜਿਵੇਂ ਉਹ ਕੋਸ਼ਿਸ਼ ਕਰ ਸਕਦੇ ਆ। ਉਹਦੇ 'ਚ ਡਾਇਨ ਵਾਰਡਸ ਬਲਤੇਜ ਢਿੱਲੋਂ ਨਹੀਂ ਸਾਰੇ ਕੰਮ ਕਰ ਰਹੇ ਨੇ, ਹੋਰ ਵੀ ਕਰ ਰਹੇ ਨੇ। ਤੇ ਪਰ ਕਹਾਣੀ ਇੱਥੇ ਇਹ ਹੈ ਜਿਨ੍ਹਾਂ ਦੇ ਪਿੱਛੇ ਲੱਗ ਕੇ ਕਮਿਊਨਿਟੀ ਖੜਦੀ ਆ, ਜਿਨ੍ਹਾਂ ਦੇ ਪਿੱਛੇ ਲੱਗ ਕੇ ਸਾਡਾ ਮੀਡੀਆ ਖੜਦਾ, ਉਹ ਲਾਟੂ ਵਾਂਗੂ ਜਦ ਘੁੰਮਦੇ ਆ, ਗਿਰਗਟ ਵਾਂਗੂ ਰੰਗ ਬਦਲਦੇ ਆ, ਉਹ ਮਾੜੀ ਗੱਲ। ਜਿਨ੍ਹਾਂ ਦੇ ਅਗੇਂਸਟ ਖੜ ਕੇ ਸਲੇਟਾਂ ਖੜੀਆਂ ਕਰਦੇ ਆ, ਉਹ ਡਿਵੈਲਪਰਾਂ ਬਿਲਡਰਾਂ ਨਾਲ ਯਾਰੀ ਪਾ ਕੇ ਹੁਣ ਇਕੱਠੀ ਡਿਵੈਲਪਮੈਂਟ ਜਿਹੜੀ ਕਰਦੇ ਆ, ਉਹਨਾਂ ਦਾ ਦੀਨ ਧਰਮ ਕੀ ਹੈ? ਇਹ ਜ਼ਿੰਦਗੀ ਦੀ ਕਿਤਾਬ ਤੇ ਲਿਖ ਲਓ ਵੀ ਕੋਈ ਪੈਸੇ ਵਾਲੇ ਬੰਦੇ ਦਾ ਜ਼ੋਰ ਮੰਨ ਕੇ ਉਹਦੀ ਗੱਲ ਨਹੀਂ ਕਿਸੇ ਦੀ ਮੰਨਣੀ ਚਾਹੀਦੀ। ਕਿਸੇ ਕੋਲ ਮਿਲੀਅਨ ਆ, ਕਿਸੇ ਕੋਲ ਬਿਲੀਅਨ ਆ, ਕਿਸੇ ਕੋਲ 1000 ਕਿੱਲਾ, ਕਿਸੇ ਕੋਲ 5000 ਕਿੱਲਾ, ਤੁਹਾਨੂੰ ਜੇਬ 'ਚੋਂ $2 ਨਹੀਂ ਉਹ ਦੇ ਸਕਦਾ। ਨੀਤ ਕਿਹਦੀ ਲਿਆਊਗਾ ਬੰਦਾ? ਇੱਕ ਪੈਸਾ ਨਹੀਂ ਤੁਹਾਨੂੰ ਦੇ ਸਕਦਾ, ਸਭ ਝੂਠ। ਔਰ ਇੱਕ ਜਿਹੜਾ ਕੋਈ ਦਾਅਵਾ ਵਾਅਦਾ ਕਰਦਾ ਸ਼ਹਿਰ 'ਚ ਮੇਰੇ ਕੋਲ 500 ਵੋਟ ਆ, ਮੇਰੇ ਕੋਲ 700 ਵੋਟ ਆ, ਮੈਂ ਘੁਮਾ ਦੂੰ, ਮੈਂ ਉਹ ਘੁਮਾ ਦੂੰ, ਕਿਸੇ ਕੋਲ ਕੋਈ ਵੋਟ ਨਹੀਂ ਹੈ। ਕੋਈ ਕਿਸੇ ਦੇ ਕਹੇ ਤੇ ਵੋਟਾਂ ਨਹੀਂ ਇੱਥੇ ਪਾਉਂਦਾ। ਇਹ ਜਿਹੜੀ ਨਾ ਸਾਡੇ ਗੁਲਾਮੀ ਪੰਜਾਬ 'ਚੋਂ ਆਈ ਹੈ ਵੀ ਅਸੀਂ ਪੈਸੇ ਵਾਲੇ ਨੂੰ ਹੱਥ ਜੋੜਨੇ ਆ, ਯਾਰ ਉਹਨੂੰ ਲਾਹੋ ਆਪਣੇ ਕੋਲ। ਬਿਲਕੁਲ ਨਹੀਂ ਕਿਸੇ ਦੀ ਥੱਲੇ ਲੱਗਣ ਦੀ ਲੋੜ। ਇੱਥੇ ਤੁਹਾਨੂੰ ਕਿਸੇ ਨੇ ਕੁਛ ਨਹੀਂ ਕਰਨਾ। ਸ਼ਹਿਰ 'ਚ ਤੁਹਾਡੇ ਹੱਕ ਦੀ ਗੱਲ ਹੈ, ਤੁਹਾਡੇ ਕਾਨੂੰਨ ਦੀ ਗੱਲ ਹੈ, ਤੁਹਾਡੀ ਡਿਵੈਲਪਮੈਂਟ ਕੋਈ ਨਹੀਂ ਰੋਕ ਸਕਦਾ। ਹਾਂ, ਰੋਲ ਸਕਦੇ ਆ 5-4 ਮਹੀਨੇ ਇੱਧਰ ਉੱਧਰ ਕਰ ਸਕਦੇ ਆ, ਪਰ ਉਹ ਅੰਤ ਨਹੀਂ ਹੈ ਕਿਸੇ ਚੀਜ਼ ਦਾ। ਹੁਣ ਸ਼ਹਿਰ ਦੀ ਕਰਪਸ਼ਨ ਨੂੰ ਕਿੰਨਾ ਰੌਲਾ ਪਾਇਆ ਇੱਥੇ ਡਿਵੈਲਪਰਾਂ ਨੇ। ਜੇ ਉਹਨਾਂ ਨੂੰ ਕਹਿਣਾ ਆ ਜਾਓ ਬਾਹਰ ਪ੍ਰੈਸ ਕਾਨਫਰੰਸ ਕਰੋ, ਦੱਸੋ, ਅਸੀਂ ਜੀ ਦੱਸਣਾ ਨਹੀਂ, ਅਸੀਂ ਕਰਨੇ, ਫਿਰ ਰੌਲਾ ਕਾਹਦੇ ਪਾਉਂਦੇ ਜੀ ਤੁਸੀਂ? ਮਤਲਬ ਇਹ ਜਿਹੜੀ ਹੁਣ ਕੁਲਦੀਪ ਸਿੰਘ ਕਹਿ ਕੇ ਗਏ ਨੇ ਗੱਲ, ਕੋਈ ਏਰੀਆ ਦੇਤਾ, ਉੱਥੇ ਇੱਕ ਕੰਪਨੀ ਨੂੰ ਦੇਤਾ ਵੀ ਤੁਸੀਂ ਇਹ ਤੋਂ ਸੂਰ ਲੈ ਜਾਓ, ਇਹਦੇ ਤੁਸੀਂ ਜੀ ਹੁੱਕ ਨਹੀਂ ਕਰ ਸਕਦੇ। ਪਹਿਲਾਂ ਇਹ ਬਣਾਊ, ਪਹਿਲਾਂ ਇਹ ਵੇਚੂ, ਫਿਰ ਤੁਸੀਂ ਲੇਟ ਕਮਰ ਜਾ ਸਕਦੇ ਹੋ। ਯਾਰ ਜ਼ੁਲਮ ਹੋ ਗਿਆ। ਹੁਣ ਇਸ ਤਰ੍ਹਾਂ ਹੀ ਸਾਰੇ ਏਰੀਏ ਦੇ ਵਿੱਚ
ਹੁਣ ਪੋਰਟਗਲ ਦੇ ਵਿੱਚ ਹੋ ਰਿਹਾ, ਵੱਡੀ ਕੰਪਨੀ ਲਿਆਓ ਸੂਰ, ਤੁਸੀਂ ਇਹ 'ਚ ਬਾਅਦ 'ਚ ਹੁੱਕ ਕਰ ਦਿਓ। ਪੈਸੇ ਵਾਲਾ ਆਊਗਾ, ਉਹ ਡਿਵੈਲਪ ਕਰਕੇ ਕੌਡੀ ਦੇ ਭਾਅ ਲੈ ਕੇ ਏਕੜ ਤੁਸੀਂ 7-7 8-8 ਸਾਲ ਕਿਸ਼ਤਾਂ ਦੇਵੋ, ਕੋਈ ਆਊਗਾ ਤੁਹਾਡੀ ਕੀਮਤ ਜਿੰਨੀ ਤੁਸੀਂ ਦਿੱਤੀ ਆ ਲੈ ਕੇ 3 ਮਹੀਨੇ 'ਚ LCP ਬਦਲ ਕੇ ਤੁਹਾਡੇ ਵਾਲੇ ਏਕੜਾਂ ਦੀ ਡਬਲ ਕੀਮਤ ਕਰਕੇ ਵੇਚ ਕੇ ਆਓ ਜਾਣਗੇ ਲੋਕ। ਤਾਂ ਆਹੀ ਕੁਛ ਹੁਣ ਇਹਦੇ 'ਚ ਕਾਰਨ ਕੀ ਹੋ ਗਿਆ ਕਿ 80% ਨੇ ਤਾਂ ਇੱਕੋ ਹੀ ਘਰ ਜ਼ਿੰਦਗੀ 'ਚ ਬਣਾਉਣਾ, ਉਹ ਮੁੜ ਕੇ ਝਾਕਦੇ ਜਿਵੇਂ ਕਹਿੰਦੇ ਤਾਂ ਇੱਕ ਲਾਟ ਲੈਣੀ ਆ, ਲੋੜ ਨਹੀਂ। 20% ਜਿਹੜੇ ਮਾਰਕੀਟ 'ਚ ਨੇ ਉਹ 'ਚ 2% ਜਿਹੜੇ ਅਮੀਰ ਨੇ ਉਹ 18% ਨੂੰ ਕਹਿੰਦੇ ਨੇ ਪਿੱਛੇ ਲਾਈਨ 'ਚ ਆ ਜਾ, ਹੱਥ ਜੋੜ ਲਾ ਬਸ। ਤੇ ਦੁੱਖ ਦੀ ਕਹਾਣੀ ਆ, ਸ਼ਹਿਰ ਦੇ ਵਿੱਚ ਰਹਿੰਦੇ ਬੰਦੇ, ਸ਼ਹਿਰ ਦੇ ਵਸਨੀਕ ਜਿਹੜੇ ਡਿਵੈਲਪਰ ਨੇ ਉਹ ਹੱਥ ਜੋੜ ਜਾਂਦੇ ਨੇ, ਬਾਹਰਲੇ ਬੰਦੇ ਡੀਪ ਪਾਕਟਸ ਵਾਲੇ ਆ ਕੇ ਸਾਡੇ ਤੇ ਰੂਲ ਕਰਦੇ ਆ ਸ਼ਹਿਰ 'ਚ। ਇਹਦੇ ਤੇ ਕੁਛ ਸ਼ਹਿਰ ਦੇ ਲੋਕਾਂ ਨੂੰ ਜਥੇਬੰਦ ਹੋਣਾ ਚਾਹੀਦਾ। ਮੈਨੂਪੂਲੇਸ਼ਨ ਇੰਨੀ ਹੈ, ਸਵੇਰ ਦੀ ਹੋਰ, ਦੁਪਹਿਰ ਦੀ ਹੋਰ, ਰਾਤ ਦੀ ਹੋਰ, ਇੱਥੋਂ ਫੜਿਆ ਕੋਈ, ਉੱਥੋਂ ਫੜਿਆ ਕੋਈ, ਇੱਥੋਂ ਫੜਿਆ, ਇਹਦੀ ਉਹਦੇ ਕੋਲ ਚੁਗਲੀ, ਉਹਦੀ ਉਹਦੇ ਕੋਲ ਚੁਗਲੀ, ਇਹਨੂੰ ਉੱਥੇ ਘੁਮਾਉਣਾ, ਇੱਥੇ ਕਾਲਰ ਫਿੱਟ ਕਰਨੇ ਨੇ, ਆਹ ਕਾਲਰ ਤੋਂ ਆਹ ਕਹਾਉਣਾ, ਸੋਰਸ ਤੋਂ ਆਹ ਕਹਾਉਣਾ, ਆਹ ਤਾਂ ਕੁਛ ਹੋ ਰਿਹਾ ਸੀ। ਤਾਂ ਸਾਨੂੰ ਤਾਂ ਸੇਲ ਤੇ ਲਾਇਆ ਹੋਇਆ ਪੈਸੇ ਵਾਲੇ ਬੰਦਿਆਂ ਨੇ। ਖਾਕੀ ਨੋਟਾਂ ਵਾਲਾ ਲਿਫਾਫਾ ਸਵੇਰੇ ਜਾਂਦਾ, ਉਹਦੇ ਬਾਅਦ ਦਿਨ ਚੜ੍ਹਦੇ ਜਿਹੜਾ ਕੋਈ ਮਰਜ਼ੀ ਬੁਲਵਾ ਲਓ, ਢੱਡ ਜਦੇ ਖੜਕਣ ਲੱਗ ਜਾਂਦੀ ਹੈ, ਦੂਜੇ ਦਿਨ ਦੂਜਾ ਉਹਦੀ ਖੜਕਣ ਲੱਗ ਜਾਂਦੀ ਹੈ। ਦੇਹ ਵਪਾਰ ਦਾ ਧੰਦਾ ਅਸੀਂ ਬਣਾਇਆ ਹੋਇਆ, ਮਤਲਬ ਕਾਇਮ ਹੋਣ ਦੀ ਲੋੜ ਹੈ। ਕਾਹਦੇ ਲਈ ਮਾੜੀ ਜਿਹੀ ਜ਼ਿੰਦਗੀ ਦੇ ਵਿੱਚ ਗੁਲਾਮੀ ਤੁਸੀਂ ਹੱਥ ਜੋੜਦੇ ਫਿਰਦੇ ਆ? ਆਮ ਲੋਕ ਨਹੀਂ ਜੋੜਦੇ ਹੈ, ਮੈਂ ਤੁਹਾਨੂੰ ਦੱਸਾਂ, ਲੋਕ ਨਹੀਂ ਜੋੜਦੇ, ਜਿਹੜੇ ਤੋੜਦੇ ਆ ਲੋਕਾਂ ਨੂੰ ਉਹ ਜੋੜਦੇ। ਆਪਣੀ ਮਰਜ਼ੀ ਨਾਲ ਤੁਹਾਡੇ ਹੱਕ ਦੀ ਵੋਟ ਆ, ਜਿਹਨੂੰ ਮਰਜ਼ੀ ਪਾਓ ਤੇ ਹਿੱਕ ਡਾਹ ਕੇ ਪਾਓ। ਕਿਸੇ ਦੇ ਪੈਸੇ, ਜੇ ਤੁਸੀਂ ਕਹੋ ਨਾ ਵੀ ਕਿਸੇ ਸ਼ਹਿਰ 'ਚ ਕੰਮ ਕਰਨ ਵਾਲਾ ਬੰਦਾ ਤੁਹਾਡੀਆਂ 4 ਲਾਟਾਂ ਡਿਵੈਲਪ ਕਰ ਦੂ, ਭੁੱਲ ਜਾਓ, ਉਹ 4 ਕਰੂ ਤਾਂ ਸਹੀ ਪਰ ਇੱਕ ਵਿੱਚੋਂ ਲਊ। ਤੋ ਇਹਦੇ ਨਾਲੋਂ ਹੱਕ ਸੱਚ ਤੇ ਕੰਮ ਕਰਾਓ। ਇਹ ਮਲੰਮਾ ਲਾ ਦੋ ਵੀ ਕੋਈ ਤੁਹਾਨੂੰ ਬੁਰਸ਼ਾਗਰਦੀ ਕਰ ਲੂ, ਤੁਹਾਨੂੰ ਗੁਲਾਮ ਬਣਾ ਲੂ, ਤੁਹਾਨੂੰ ਕਿਸੇ ਮੀਡੀਆ ਦੇ ਰਾਹੀਂ ਪੈਸੇ ਦੇ ਕੇ ਗਾਲਾਂ 4 ਕਢਾ ਕੇ ਚੁੱਪ ਕਰਾ ਲੂ, ਇਹ ਗੱਲ ਪਰਾਂ ਨਾ ਹੋ। ਤੇ ਅਸੀਂ ਸਵਾਦ ਲੈਂਦੇ ਆਮ ਲੋਕ ਇਸ ਗੱਲ ਤੋਂ, ਵੀ ਆਹ ਵਿਦੇ ਫਲਾਣੇ ਨੂੰ ਗਾਲਾਂ ਪੈਂਦੀਆਂ। ਤੁਸੀਂ ਲੋਕੋ ਜੇ ਕਾਇਮ ਹੋਵੋ ਫਿਰ ਤੁਹਾਡੇ ਆਉਣ ਵਾਲੀ ਪੀੜ੍ਹੀ ਸਹੀ ਹੋ ਸਕਦੀ, ਨਹੀਂ ਤਾਂ ਉੱਥੇ ਕੈਰੋਆਂ ਤੇ ਮਜੀਠੀਆਂ ਤੇ ਬਾਦਲਾਂ ਤੇ ਅਮਰਿੰਦਰ ਉਹਨਾਂ ਦੇ ਥੱਲੇ ਲੱਗੇ ਰਹੇ। ਇੱਥੇ ਸ਼ਹਿਰ ਦੇ ਤੇ ਤੁਹਾਡੇ ਸ਼ਹਿਰ ਦੇ ਤੇ ਬਾਹਰਲੇ ਸ਼ਹਿਰਾਂ ਦੇ ਥੱਲੇ ਗੁਲਾਮੀ ਹੋ ਜੂ। ਤੁਹਾਡੇ ਸਾਹਮਣੇ ਆ, ਮਰਜ਼ੀ ਤੁਹਾਡੀ। ਅਗਲੇ ਹਿੱਸਿਆਂ ਦੇ ਵਿੱਚ ਸੋ ਅਖੀਰ ਦੇ ਵਿੱਚ ਮੈਂ ਇਹੀ ਬੇਨਤੀ ਕਰਨੀ ਹੈ ਕਿ ਇਸ ਨੂੰ ਹਾਲੇ ਸ਼ੁਰੂਆਤ ਗੱਲ ਹੈ, ਗਲਫਰਡ ਉਹਨਾਂ ਨੂੰ ਵੀ ਲਿਆਵਾਂਗੇ, ਕੋਈ ਇਵੈਂਚੁਅਲੀ ਇਹ ਰੈਫਰੈਂਡਮ ਤੇ ਗੱਲ ਜਾਏਗੀ, ਰੈਫਰੈਂਡਮ ਤੇ ਫਿਰ ਲੋਕ ਇਨਵੋਲਵ ਹੋਣ ਤੇ ਫਿਰ ਆਪਣੇ ਹੱਕ ਦੀ ਗੱਲ ਕਰਨ। ਫਿਰ ਤੁਹਾਡੇ ਏਰੀਆ ਦੇ ਵਿੱਚੋਂ ਇੱਕ ਕੌਂਸਲਰ ਜਾਵੇ, ਜੇ 9 ਨੇ ਚਾਹੇ 15 ਚਲੇ ਜਾਣ, 5-6 ਵੱਧ ਚਲੇ ਜਾਣ। ਇਹੀ ਹੈ ਵੀ ਉਹਨਾਂ ਦਾ ਖਰਚਾ ਪਹਿਲਾਂ ਕਿਹੜਾ ਘੱਟ ਹੈ, 100 ਮਿਲੀਅਨ ਤਾਂ ਨਹੀਂ ਖਰਚਾ ਆਉਂਦਾ ਜਿਹੜਾ ਦਫ਼ਤਰ ਠੋਕਿਆ 100 ਮਿਲੀਅਨ ਦਾ ਲਿਆ ਕੇ ਸਿਰ ਤੇ ਬੇਸ ਤਾਂ ਬਣਾਉਣਾ। ਮੈਂ ਕਹਿਤਾ, ਮੈਂ ਆਇਰਨ ਲੇਡੀ ਆ, ਮੈਂ ਕਹਿਤਾ ਤਾਂ ਮੈਂ ਕਹਿਤਾ, ਲੋਕਾਂ ਤੋਂ ਨਹੀਂ ਜੀ ਪੁੱਛਿਆ, ਲੋਕਾਂ ਤੋਂ ਨਹੀਂ। ਹੁਣ ਜਿਹੜਾ ਹੁਣ ਕਹਿੰਦੇ ਨੇ ਪੁੱਛਿਆ 100 ਮਿਲੀਅਨ ਦਾ ਬਣਾਉਣ ਲਈ ਪੁੱਛਿਆ ਸੀ ਕਿਸੇ ਤੋਂ? ਇੱਧਰ ਸਰਦਾ ਸੀ ਹਾਈਵੇ 10 ਤੇ, ਕੀ ਤੰਗੀ ਸੀ? ਉਹ ਜੀ ਡਾਊਨ ਟਾਊਨ ਨਹੀਂ ਬਣਨਾ, ਇਹਦੇ ਬਿਨਾਂ ਇਹ ਨਹੀਂ ਬਣਨਾ, ਤੇ ਆਪਣੇ ਡਿਵੈਲਪਰਾਂ ਨੂੰ ਲਿਆ ਕੇ ਉੱਥੇ ਡਿਵੈਲਪ ਕਰ ਲਓ ਤੇ ਹੋਟਲਾਂ ਦੇ ਵਿੱਚ ਆਪਣੀਆਂ ਰੱਖ ਲਓ ਸਵੀਟਾਂ ਤੇ ਲਓ ਆਨੰਦ। ਇਹ ਬੁੱਝਿਆ ਨਹੀਂ। ਉਹ ਹਮਾਮ ਜਿਹੜਾ ਆਵਾਮ ਦੇ ਵਿੱਚ ਕਾਲਰ ਕਹਿੰਦੇ ਹੁੰਦੇ ਨੇ ਇੱਕ ਸਾਹਿਬ, ਹਮਾਮ ਵਾਲੀ ਗੱਲ ਆਥਣੇ ਸਾਰੇ ਇੱਕ ਜਗ੍ਹਾ ਇਕੱਠੇ ਹੋ ਜਾਂਦੇ ਨੇ, ਜਿਹਨਾਂ ਨੇ ਸਰੀ 'ਚ ਗੱਲ ਘੁਮਾਉਣੀ ਆ। ਉਹ ਕਹਿੰਦਾ ਤੂੰ ਆਹ ਕੀਤਾ, ਤੂੰ ਕਹਿੰਦਾ ਆਹ ਕੀਤਾ, ਇੱਥੋਂ ਆਹ ਤੂੰ ਲੈ ਲਾ, ਮੈਂ ਲੈ ਲੈਣਾ, ਆਹ ਨੰਬਰਿੰਗ ਕੰਪਨੀ ਤੇ ਅਪਲਾਈ ਕਰਦੇ ਆ, ਇਹਦੇ ਪਿੱਛੇ ਟ੍ਰੇਲ ਹੀ ਨਹੀਂ ਲੱਭ ਸਕਦੇ ਤੁਸੀਂ। ਨੰਬਰਿੰਗ ਕੰਪਨੀ ਦੇ ਥੱਲੇ ਡਿਵੈਲਪਮੈਂਟ ਕੀਤੀ ਹੋਈ, ਜਾਨੂੰ ਤੁਸੀਂ ਡਾਇਰੈਕਟਰ ਲੱਭਣੇ ਨੇ, ਜਾਨੂੰ ਤਾਂ ਗੱਲ ਨਿਬੜ ਜਾਂਦੀ ਹੈ, ਜਾਨੂੰ ਤਾਂ ਡਿਵੈਲਪ ਹੋ ਜਾਂਦੀ ਹੈ। 8-8 10-10 ਵਰੇ ਲੋਕ ਕਿਸ਼ਤਾਂ ਦਿੰਦੇ ਨੇ, ਸ਼ਹਿਰ ਕਹਿੰਦੀ ਨਾ ਉਹ ਇਹਦੇ ਤੇ ਕੋਈ NCP ਨਹੀਂ ਹੈ, ਇਹ 'ਚ OCP ਕੋਈ ਨਹੀਂ ਹੈ। ਫਿਰ ਆਉਂਦੇ ਨੇ ਬਿਲਡਰ, ਉਹ ਕਹਿੰਦੇ ਚੱਕ OCP ਲੈ ਕੇ ਮਿੱਟੀ ਦੇ ਭਾਅ ਤੇ ਮਹੀਨੇ ਦੇ ਵਿੱਚ 2 ਲੱਖ 3 ਲੱਖ ਵਾਲਾ ਏਕੜ 8 ਲੱਖ ਦਾ ਚੱਲ। ਤੇ ਨਾਲ ਫਿਰ ਕੌਂਸਲਰ ਬਣ ਕੇ ਰਿਪਰੈਜ਼ੈਂਟੇਟਿਵ ਪਹਿਲੀ ਸਲੇਟ ਤੇ ਜਾਂਦੇ ਰਹੇ, ਮੈਂ ਡਿਵੈਲਪ ਕਰ ਦੂੰ, ਮੈਂ ਆਹ ਕਰ ਦੂੰ, ਮੈਂ ਉਹ ਕਰ ਦੂੰ, ਆਈ ਐਮ ਵੈਰੀ ਗੁੱਡ ਵਿਦ ਦੈਟ। ਆਹ ਕੁਛ ਤਾਂ ਇੱਥੇ ਹੋਇਆ। ਤੇ ਬਾਕੀ ਮਰਜ਼ੀ ਆ ਲੋਕਾਂ ਦੀ, ਮਤਲਬ ਵੋਟ ਆਪਣੀ ਤਾਂ ਇੱਕ ਆ, ਮੈਂ ਪਾਉਣੀ ਹੈ ਜਿੱਧਰ ਪਾਉਣੀ ਆ। ਬਾਕੀ ਮੈਨੂੰ ਲੱਗਦਾ ਹੈ ਸਭ ਤੋਂ ਵੱਡਾ ਸੁਧਾਰ ਜਿਹੜਾ ਤੁਹਾਡੀ ਜ਼ਿੰਦਗੀ 'ਚ ਇੰਪੈਕਟ ਕਰਦਾ ਸ਼ਹਿਰ ਦੀ ਪੋਲੀਟਿਕਸ ਆ, ਤੇ ਇਹਦੇ ਤੇ ਕਾਇਮ ਹੋਇਆ ਕਰੋ। ਕਈ ਵਾਰ ਮੀਡੀਆ ਨੂੰ ਕੁਛ ਬੰਦੇ ਬਰਗਲਾ ਕੇ ਆਪਣਾ ਕੰਮ ਕੱਢ ਜਾਂਦੇ ਨੇ,
ਮੀਡੀਆ ਦਾ ਵੀ ਖਿਆਲ ਰੱਖਣਾ ਚਾਹੀਦਾ ਵੀ ਕਿਹੜਾ ਬੰਦਾ ਆ ਕੇ ਤੁਹਾਨੂੰ ਕੀ ਕਹਿੰਦਾ। ਅਸੀਂ ਸੁਨੇਹਾ ਦੇਣਾ, ਸਾਡਾ ਸੁਨੇਹਾ ਸਾਫ਼ ਚਾਹੀਦਾ, ਬਾਹਰ ਕਲੀਅਰ ਚਾਹੀਦਾ ਬਈ ਆਹ ਇਸ਼ੂ, ਇਹਦੇ ਤੇ ਹੁਣ ਤੁਸੀਂ ਰਾਏ ਬਣਾਓ, ਤੁਸੀਂ ਕੀ ਕਰਨਾ ਚਾਹੁੰਦੇ ਹੋ, ਕੀ ਨਹੀਂ ਕਰਨਾ ਚਾਹੁੰਦੇ। ਇਹ ਬਹੁਤ ਖਿਆਲ ਰੱਖਣ ਦੀ ਲੋੜ ਹੈ। ਇਹ ਅਕਸਰ ਇਹ ਹੁੰਦਾ ਬੰਦੇ ਆਪਣਾ ਵਿਅਕਤੀਤਵ ਪ੍ਰਭਾਵ ਦੋਸਤਾਂ ਮਿੱਤਰਾਂ ਰਾਹੀਂ ਕਹਾ ਕੇ ਜਦ ਹੱਥ ਦੇ ਵਿੱਚ ਹਲਦੀ ਦੀ ਗੱਠੀ ਆਈ ਜਾਂ ਕਹਿੰਦੇ ਹੁਣ ਅਸੀਂ ਵਪਾਰੀ ਹਾਂ, ਹੁਣ ਸਾਡੇ ਕੋਲ ਪੈਸਾ, ਅਸੀਂ ਐਂ ਘੁਮਾ ਦਿਆਂਗੇ, ਅਸੀਂ ਆਹ ਲੈ ਲਾਂਗੇ, ਆਹ ਅਸੀਂ ਖਰੀਦ ਲਾਂਗੇ, ਇਹਨੂੰ ਐਂ ਕਰ ਲਾਂਗੇ। ਹਰ ਇੱਕ ਚੀਜ਼ ਸੇਲ ਤੇ ਨਹੀਂ ਹੈ। ਕਈ ਵਾਰ ਕਪਾਹ ਦਹੀਂ ਦੇ ਭੁਲਾਖੇ ਕਪਾਹ ਨੂੰ ਬੰਦਾ ਮੂੰਹ ਮਾਰ ਲੈਂਦਾ, ਮੂੰਹ 'ਚ ਬੜੇਵੇਂ ਫਸ ਜਾਂਦੇ ਨੇ ਬੜੇਵੇਂ। ਇਹ ਜ਼ਰੂਰ ਖਾਸ ਰੱਖਣ ਦੀ ਖਿਆਲ ਹੈ ਵੀ ਈਵਨ ਮੀਡੀਆ ਵੀ ਤੁਹਾਨੂੰ ਕਹੇ, ਤੁਸੀਂ ਆਪਣੇ ਹਿਸਾਬ ਨਾਲ ਸੋਚੋ ਵੀ ਇਹ 'ਚ ਗੱਲ ਸਹੀ ਕੀ ਹੈ ਤੇ ਕੀ ਨਹੀਂ। ਕਿੰਗ ਜਾਰਜ ਪੀਜ਼ਾ 604 591 12 ਕੋਈ ਵੀ ਕਿਸੇ ਕਿਸਮ ਦਾ ਤੁਸੀਂ ਪੀਜ਼ਾ ਜਿਹੜਾ ਵੈਜੀਟੇਰੀਅਨ ਨੌਨ ਵੈਜੀਟੇਰੀਅਨ ਲੈਣਾ ਚਾਹੁੰਦੇ, 28 ਵਰੇ ਹੋ ਗਏ ਕਿੰਗ ਜਾਰਜ ਪੀਜ਼ੇ ਨੂੰ। ਤੇ ਖਾਸ ਇਹਨਾਂ ਦਾ ਜਿਹੜਾ ਆਟਾ ਚਿਕਨ ਕੋਟਕਪੂਰੇ ਵਾਲਾ ਬੜਾ ਮਸ਼ਹੂਰ ਹੈ, ਵੀਕਐਂਡ ਤੇ ਤੁਹਾਡੇ ਲਈ ਗੋਟ ਕਰੀ ਬਣਾਉਂਦੇ ਨੇ। 604 591 12 12 ਜੋ ਧਾਰੀਵਾਲ ਨੇ ਇਹ ਪੀਜ਼ਾ ਸ਼ੁਰੂ ਕੀਤਾ ਸੀ, ਉਹ ਨਵੀਂ ਮੈਨੇਜਮੈਂਟ ਕੋਲ ਹੈ ਕਿੰਗ ਜਾਰਜ ਪੀਜ਼ਾ। 604 591 12 12 7093 ਕਿੰਗ ਜਾਰਜ ਤੇ ਭਾਰਤੀ ਪੰਜਾਬੀ ਖਾਣੇ ਸਾਰੇ ਬਣਾ ਕੇ ਦਿੰਦੇ ਆ। ਆਰਡਰ ਕਰਦੇ ਹੋ 6045911212 ਕਿੰਗ ਜਾਰਜ ਪੀਜ਼ਾ। ਰੀਅਲ ਫਾਇਰ ਪਲੇਸਿਸ 604 593 ਰੀਅਲ ਫਾਇਰ ਪਲੇਸ 604 593 5393 ਐਨੂਅਲ ਵੇ ਤੇ 128 ਦਾ ਕਾਰਨਰ, 78 ਐਵਨਿਊ ਤੇ 128 ਦੇ ਕਾਰਨਰ ਦੇ ਵਿੱਚ ਜਾ ਕੇ ਜੇ ਸ਼ੋਰੂਮ ਵੇਖੋ ਤਾਂ ਦੇਖੋਗੇ ਫਾਇਰ ਪਲੇਸਿਸ ਕਿਵੇਂ ਲੱਗੀਆਂ, ਗੈਸ ਵਾਲੀਆਂ ਤੇ ਇਲੈਕਟ੍ਰਿਕ ਫਾਇਰ ਪਲੇਸਿਸ ਕਿਸ ਤਰ੍ਹਾਂ ਲੱਗੀਆਂ ਨੇ। ਸਮਾਨ ਹੋਰ ਜਿਹੜਾ ਮਸਾਜ ਦੀਆਂ ਜਿਹੜੀਆਂ ਚੇਅਰਾਂ ਨੇ, ਮਸਾਜ ਬੋਡੀ ਫੁੱਲ ਤੁਹਾਡੀ ਕਰ ਦਿੰਦੀਆਂ ਨੇ। ਉਸ ਤੋਂ ਬਾਅਦ ਪੂਲ ਟੇਬਲ ਤੇ ਸ਼ੈਂਡਲੀਅਰ ਘਰ ਖਾਸ ਜਿਹੜੇ ਡਿਜ਼ਾਈਨ ਕਰਦੇ ਨੇ। ਉਸ ਤੋਂ ਬਾਅਦ ਕਸਟਮ ਮੇਡ ਲਈ ਤੇ ਆਊਟਡੋਰ ਕਿਚਨ, ਬਾਰਬੀਕਿਊ ਤੇ ਸਾਰਾ ਕੁਛ 604 593 5393 realfireplace.ca ਰੀਅਲ ਫਾਇਰ ਪਲੇਸ ਤੇ ਤੁਸੀਂ 604 593 5393 ਤੇ ਗੱਲਬਾਤ ਕਰ ਸਕਦੇ ਹੋ। ਅਗਲਾ ਵਿਸ਼ਾ ਤੋਰਨ ਤੋਂ ਪਹਿਲਾਂ ਇੱਕ ਗੱਲ ਕਰਾਂ ਕਿ ਪੰਜਾਬ ਦੇ ਵਿੱਚ ਸੈਣੀ ਦੀ ਜਿਹੜੀ ਸੁਪਰੀਮ ਕੋਰਟ ਨੇ ਰਾਹਤ ਦਿੱਤੀ ਹੈ, ਉਹ ਇਹੀ ਦਿੱਤੀ ਹੈ ਵੀ ਤੁਸੀਂ ਫੜ ਨਹੀਂ ਸਕਦੇ ਸੁਪਰੀਮ ਕੋਰਟ ਦੀ ਰਾਹਤ, ਪਰ ਉਹ ਕੱਲੇ ਮੁਲਤਾਨੀ ਕੇਸ 'ਚ। ਦੂਜੇ ਕੇਸ ਜਿਹੜੇ ਚੱਲ ਰਹੇ ਨੇ ਅਲੱਗ, ਸੈਣੀ ਮੋਟਰ ਵਾਲਾ ਕੇਸ ਉਹਦੇ ਤੇ ਉਸ ਤੋਂ ਬਾਅਦ ਬਹਿਬਲ ਕਨਾਲ ਦਾ ਕੇਸ। ਸੈਣੀ ਮੋਟਰ ਵਾਲੇ ਕੇਸ 'ਚ CBI ਨੇ ਕਿਹਾ ਵੀ ਆਪ ਪੇਸ਼ ਹੋਣਾ ਪੈਣਾ, ਉੱਥੇ ਪੇਸ਼ ਹੋਣਾ। ਬਹਿਬਲ ਕਾਂਡ ਦੇ ਵਿੱਚ ਕੰਵਰ ਵਿਜੇ ਪ੍ਰਤਾਪ ਨੇ ਕਹਿ ਦਿੱਤਾ ਕਿ ਤੇਰੀ ਪਲਾਨ, ਉਹਦੇ ਵਿੱਚ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਸਿੱਟ ਆ ਜਿਹੜੀ, ਉਹ ਕਿਤੇ ਵੀ ਜਾ ਕੇ ਕਹਿ ਸਕਦੀ ਹੈ ਵੀ ਸਾਡੇ ਪੇਸ਼ ਹੋ, ਅਸੀਂ ਤੈਨੂੰ ਸਵਾਲ ਪੁੱਛਣਾ। ਤੇ ਬੰਦ ਖਲਾਸੀ ਨਹੀਂ ਹੋਈ, ਬੰਦ ਖਲਾਸੀ ਫਾਰ ਟਾਈਮ ਬੀਇੰਗ ਆ, ਇਵੈਂਚੁਅਲੀ ਜੇਲ੍ਹ ਜਾਣਾ ਪੈਣਾ। 15 ਦਿਨ ਜੇ ਰੁਕ ਗਏ ਤਾਂ ਇਹ ਨਹੀਂ ਇਹਦਾ ਮਤਲਬ ਹੈ ਕਿ ਮੁਲਤਾਨੀ ਵਾਲੇ ਕੇਸ ਜ਼ੋਰ ਉਹਨੇ ਬਹੁਤ ਲਾਇਆ, ਬਹੁਤ ਮਹਿੰਗਾ। ਤੁਹਾਨੂੰ ਪਤਾ ਵੀ 10-10 20-20 ਲੱਖ ਰੁਪਈਆ ਇੱਕ ਅਪੀਅਰੈਂਸ ਦਾ ਸੁਪਰੀਮ ਕੋਰਟ 'ਚ ਲੈਂਦੇ ਆ। ਜੇਤਲੀ ਵਰਗੇ ਤੇ ਹੋਰ ਜਿਹੜੇ ਮਹਿੰਗੇ, ਪਹਿਲੇ ਜੇਤਲੀ ਤਾਂ ਹੈ ਨਹੀਂ, ਵਕੀਲ ਸੀ, 20-20 ਲੱਖ ਰੁਪਈਆ ਇੱਕ ਪੇਸ਼ੀ ਦਾ, ਪੇਸ਼ ਹੋਣ ਦਾ। ਉਹਨਾਂ ਨੇ ਬਹੁਤ ਅਮੀਰ ਇੱਕ ਵਕੀਲ ਕਰਕੇ ਇਹਦੇ ਤੋਂ ਜਿਹੜੀ ਉਹ ਬੰਦ ਖਲਾਸੀ ਉਹਨੇ ਕਰਾਈ ਆ ਫਾਰ ਦਾ ਟਾਈਮ ਬੀਇੰਗ, ਵਾਅਦਾ ਮਾਫ ਗਵਾਹਾਂ ਦੇ ਨਾਲ। ਅੱਛਾ, ਦੂਸਰੇ ਬੰਨੇ ਜਿਹੜਾ ਇੰਸਪੈਕਟਰ ਹਰਪ੍ਰੀਤ ਸਿੰਘ ਦੀ ਜਿਹੜੀ ਬਹਿਬਲ ਕਲਾਂ ਦੇ ਵਿੱਚ ਵਾਅਦਾ ਮਾਫ ਗਵਾਹ ਬਣਿਆ, ਉਹਦੇ ਹੀ ਉਹਨਾਂ ਨੇ ਜਿਹੜੀ ਆਪਣੇ ਅਦਾਲਤ ਨੇ ਹਾਂ ਮੰਨ ਲਈ, ਹਾਂ ਉਹਨਾਂ ਨੇ ਕਰ ਲਈ ਵੀ ਹਾਂ ਇਹ ਵਾਅਦਾ ਮਾਫ ਗਵਾਹ ਹੋ ਸਕਦਾ। ਉਹਦੀਆਂ ਮੁਸ਼ਕਿਲਾਂ ਘਟੀਆਂ ਨਹੀਂ ਹੈ, ਵਧੀਆਂ ਨੇ। ਸੁਪਰੀਮ ਕੋਰਟ ਸਿਰੇ ਦੀ ਕੋਰਟ ਆ, ਉਹਨੇ ਮੋਹਾਲੀ ਦੀ ਕੋਰਟ ਦਾ ਦਿੱਤਾ ਹੋਇਆ ਬਈ ਇਸ ਨੂੰ ਫੜੋ, ਉਸ ਚੀਜ਼ ਤੇ ਬੰਦਿਸ਼ ਕੁਝ ਸਮੇਂ ਲਈ ਉਹਨੂੰ ਰੋਕਿਆ, ਪਰ ਕਿਤੇ ਸਾਰਾ ਸਮਾਂ ਨਹੀਂ ਰੋਕ ਸਕਦਾ। ਉਹੀ CBI, ਉਹੀ ਸੁਪਰੀਮ ਕੋਰਟ ਨੇ ਇੱਕ ਵਾਰ ਮੁਲਤਾਨੀ ਵਾਲਾ ਕੇਸ ਉੱਤੇ ਖਾਰਜ ਕੀਤਾ ਸੀ ਤੇ ਹੁਣ ਆਪਣੇ ਪੰਜਾਬ ਸਰਕਾਰ ਦਾ ਵਕੀਲ ਉੱਥੇ ਭੁਗਤਿਆ, ਪਰ ਉਹ ਗੱਲ ਨਹੀਂ ਬਣੀ। ਪਰ 2 ਕੇਸ ਬਹਿਬਲ ਕਲਾ ਦਾ ਕਾਂਡ ਤੇ ਜਿਹੜਾ ਸੈਣੀ ਮੋਟਰ ਵਾਲਾ ਕੇਸ ਆ, ਉਹਦੇ ਚੋਂ ਸੈਣੀ ਮੋਟਰ ਵਾਲੇ ਕੇਸ ਤੋਂ ਉਹਦੀ ਬੱਚਤ ਹੈ ਜਿਹੜੀ ਉਹ ਬਹੁਤ ਘੱਟ ਔਖੀ ਹੈ, ਪਰ ਉਹਦਾ ਵਾਅਦਾ ਮਾਫ ਗਵਾਹ ਕੋਈ ਨਹੀਂ ਹੈ। ਮੁਸ਼ਕਿਲ ਇਹ ਹੈ ਬੰਦੇ ਚੱਕ ਕੇ ਸਾਰ ਤੇ ਫੂਕ ਤੇ, ਜਿਵੇਂ ਉਹਦਾ ਭਾਈ ਵਿਨੋਦ ਕੁਮਾਰ ਦਾ ਕਹਿ ਰਿਹਾ ਵੀ ਮੇਰਾ ਭਾਈ ਇਹਨੇ ਚੱਕ ਕੇ ਖਪਾਤਾ। ਸੋ ਇਹ ਫਾਰ ਦਾ ਟਾਈਮ ਬੀਇੰਗ ਹੈ। ਬਾਕੀ ਦੇਖਦੇ ਹਾਂ। ਵਪਾਰਕ ਸਮੀਖਿਆ ਤੋਂ ਬਾਅਦ ਆ ਕੇ ਪੰਜਾਬ ਦੀ ਸਿਆਸਤ ਦੀ ਕੁਛ ਗੱਲ ਕਰਨੀ ਹੈ ਵੀ ਉਹ ਕਿੱਧਰ ਨੂੰ ਜਾ ਰਹੀ।
ਪੰਜਾਬ ਦੇ ਵਿੱਚ ਰਾਜਨੀਤੀ ਹੈ ਜਿਹੜੀ ਉਹ ਬੜੀ ਅਲੱਗ ਪਾਸੇ ਨੂੰ ਚੱਲੀ ਹੈ। ਧਰਾਤਲ ਬਿਲਕੁਲ ਖਾਲੀ ਹੈ। ਜਿਹਨੇ ਹੁਣ ਡੂੰਘਾ ਬਾਹ ਲਿਆ, ਜਿਹਨੇ ਵਕਤ ਸਾਂਭ ਲਈ 2022 ਦੀਆਂ ਇਲੈਕਸ਼ਨਾਂ ਤਾਂ ਆਈਆਂ ਨੇ, ਸਤੰਬਰ ਤੇ ਅਕਤੂਬਰ ਆ 2-3 ਮਹੀਨੇ ਲੰਘੇ ਤੇ 21 ਦੇ ਵਿੱਚ ਇਲੈਕਸ਼ਨਾਂ ਸ਼ੁਰੂ ਨੇ, ਕੈਂਪੇਨ ਸ਼ੁਰੂ ਹੈ। ਖਲਾਰਾ ਬਹੁਤ ਪਿਆ ਹੋਇਆ ਹੈ। ਖਲਾਰਾ ਇਹ ਪਿਆ ਕਿ ਰੂਲਿੰਗ ਪਾਰਟੀ ਤੋਂ ਕੁਝ ਨਹੀਂ ਹੋ ਰਿਹਾ। ਕੈਪਟਨ ਦੀ ਸਰਕਾਰ ਆਲਮੋਸਟ ਫੇਲ ਹੈ। ਕੈਪਟਨ ਦੀ ਸਰਕਾਰ ਤੋਂ ਕੰਮ ਨਹੀਂ ਹੋ ਰਹੇ, ਉਹਨਾਂ ਨੂੰ ਵੀ ਪਤਾ ਹੈ, ਲੋਕਾਂ ਨੂੰ ਵੀ ਪਤਾ ਹੈ। ਵਾਅਦੇ ਦਾਅਵੇ ਸਾਰੇ ਝੂਠੇ ਹੋ ਗਏ, ਗੁਟਕਾ ਹੱਥ 'ਚ ਫੜ ਕੇ ਸੌਹਾਂ ਚੱਕੀਆਂ ਝੂਠੀਆਂ ਹੋ ਗਈਆਂ। ਫੋਨ ਦੇ ਦਿਆਂਗੇ, ਨੌਕਰੀਆਂ ਦੇ ਦਿਆਂਗੇ। ਲੋਕਾਂ ਦੇ ਵਿੱਚ ਤਾਲਮੇਲ ਨਹੀਂ ਰਿਹਾ, ਲੋਕਾਂ ਨੂੰ ਮਿਲਦੇ ਨਹੀਂ। ਇਹ ਉਸ ਦੀ ਗੱਲ ਹੈ। ਉਹ ਪਹਿਲਾਂ ਵੀ 2002 ਤੋਂ 2007 ਤੋਂ ਕਹਿੰਦਾ ਮੇਰਾ ਕੰਮ ਨਹੀਂ, ਮੇਰੀ ਗਵਰਨੈਂਸ ਦਾ ਕੰਮ ਹੈ, ਮੈਂ ਲੋਕਾਂ 'ਚ ਨਹੀਂ ਫਿਰਨਾ। ਤੇ ਐਨੀਵੇਜ਼ ਪਰ ਲੋਕ ਔਖੇ ਹੈ। ਦੂਜੇ ਬੰਨੇ ਵਿਜੀਲੈਂਸ ਬਿਊਰੋ ਨੇ ਕੱਲ ਜਿਹੜਾ ਬੜਾ ਨਮਤਾ ਜਿਹੜਾ ਕਸਤਾ 2 ਅਕਾਲੀ ਜਿਹੜੇ ਮਿਨਿਸਟਰ ਪੁਰਾਣੇ ਜਨਮੇਜਾ ਸਿੰਘ ਸੇਖੋਂ ਤੇ ਸ਼ਰਨਜੀਤ ਸਿੰਘ ਢਿੱਲੋਂ ਤੇ, ਜਿਹਦੇ ਵਿੱਚ ਵਿਜੀਲੈਂਸ ਬਿਊਰੋ ਨੇ 1000 ਕਰੋੜ ਦਾ ਇਰੀਗੇਸ਼ਨ ਦਾ ਸਿਸਟਮ ਦੇ ਵਿੱਚ ਘਪਲਾ ਜਿਹੜਾ ਹੋਇਆ, ਉਹ ਉਸ ਤੇ ਜਿਹੜੇ ਨੇ ਕੱਲ ਕੈਪਟਨ ਨੇ ਕੰਮ ਇਰੀਗੇਸ਼ਨ ਸਕੈਮ 1000 ਕਰੋੜ ਦਾ, ਇਹਦੇ ਤੇ ਸ਼ਰਨਜੀਤ ਸਿੰਘ ਢਿੱਲੋਂ ਤੇ ਜਨਮੇਜਾ ਸਿੰਘ ਸੇਖੋਂ ਉਹਨਾਂ ਦਾ ਰੋਲ ਹੈ। ਤੇ ਉਸ ਤੋਂ ਬਾਅਦ ਇਹਦੇ ਵਿੱਚ ਚੀਫ ਸੈਕਟਰੀ ਜਿਹੜਾ ਰਵੇਸ਼ ਕੌਸ਼ਲ, KVS ਸਿੱਧੂ ਤੇ IAS ਅਫੀਸਰ ਕਾਨ ਸਿੰਘ ਪੰਨੂ, ਉਹ ਵੀ ਇਹਦੇ ਕੇਸ ਦੇ ਵਿੱਚ ਉਹਨਾਂ ਦਾ ਵੀ ਜਿਹੜਾ ਨਾਂ ਬੋਲਦਾ। ਹੁਣ ਇਹ 1000 ਕਰੋੜ ਦਾ ਮਤਲਬ 200 ਮਿਲੀਅਨ ਦਾ ਇਹ ਸਕੈਮ ਹੈ ਤੇ ਇਹ ਚੱਲ ਰਹੀ ਹੈ ਗੱਲ। ਖੇਤੀ ਆਰਡੀਨੈਂਸ ਦੇ ਬਿੱਲ ਦੇ ਜਿਹੜੇ ਉਹ ਕਲੀਅਰ ਗੁਲਾਮੀ ਹੈ ਤੇ ਉਹ ਬਰਬਾਦੀ ਆ ਪੰਜਾਬ ਦੀ। ਉਹ ਆਖਰੀ ਪੰਜਾਬ ਸਹਿਕਦੇ ਨੂੰ ਖਤਮ ਕਰਨ ਲਈ ਉਹ ਗੋਲੀ ਹੈ ਜਿਹੜੀ ਆਖਰੀ ਉਹ ਉਹਨਾਂ ਨੇ ਠੋਕ ਦਿੱਤੀ ਹੈ, ਜਿਹਦੇ ਲਈ ਰਾਹ ਜਿਹੜਾ ਪੱਧਰਾ ਹੋ ਗਿਆ। ਰਾਹ ਪੱਧਰਾ ਕਿਹਦਾ? ਜਿਹੜੇ ਵੱਡੇ ਮਗਰਮੱਛ ਨੇ, ਜਿਨ੍ਹਾਂ ਦੇ ਹੈਲੀਕਾਪਟਰਾਂ ਦੇ ਵਿੱਚ ਦਿੱਲੀ ਉੱਡਦੀ ਹੈ, ਉਹਨਾਂ ਨੂੰ ਹਜ਼ਾਰਾਂ ਹੀ ਕਿੱਲੇ, ਕਿਉਂਕਿ ਕਾਰਨ ਕੀ, ਬੈਂਕਾਂ ਨੇ ਲੋਨ ਦਿੱਤਾ ਹੋਇਆ, ਲੋਨ ਮੁੜਨਾ ਨਹੀਂ, ਲੋਨ ਲਈ ਬੈਂਕ ਨੇ ਰੌਲਾ ਪਾਉਣਾ, ਨਵੇਂ ਪੁਰਾਣੇ ਕਾਗਜ਼ ਜਿੰਨੇ ਹੁੰਦੇ ਰਹੇ। ਹੁਣ ਉਹ ਕੀ ਹੋਣਾ ਬਈ ਲਿਆਓ ਜੀ, ਬੈਂਕਾਂ ਨੇ ਤਾਂ ਜ਼ਮੀਨ ਰੱਖਣੀ ਨਹੀਂ, ਬੈਂਕਾਂ ਨੇ ਜ਼ਮੀਨ ਲੈ ਕੇ ਇਕੱਠੀ ਜ਼ਮੀਨ ਕਿਸੇ ਨੂੰ ਦੇ ਦੇਣੀ ਹੈ। ਕੌਣ ਬਾਹੂ? ਉਹ ਤੁਹਾਨੂੰ ਪਤਾ ਹੈ ਕਿ ਜਿਹੜੇ ਸਪੋਰਟਰ ਨੇ ਦਿੱਲੀ ਦੇ, ਅੰਬਾਨੀ ਆਜੂ, ਅਡਾਨੀ ਆਜੂ, ਜਾਂ ਹੋਰ ਆ ਜਾਣਗੇ, ਬਹੁਤ ਨੇ ਜਿਨ੍ਹਾਂ ਨੇ ਸਾਡਾ ਹੀ ਪੈਸਾ ਹਜ਼ਾਰਾਂ ਹੀ ਕਰੋੜ ਖਾਧਾ ਹੋਇਆ ਦੁਆਰਾ ਪੰਜਾਬ 'ਚ ਦੇ ਦੇਣ ਗਿਆ। ਮੁੱਲ ਹੈ ਜਿਹੜਾ ਉਹ ਮੁੱਲ ਤੁਸੀਂ ਜਿੱਥੇ ਮਰਜ਼ੀ ਵੇਚ ਦਿਓ, ਕਿੱਥੇ ਵੇਚਣੀ ਹੈ, ਕਿਹਦੇ ਕੋਲ ਵੇਚਣੀ ਹੈ ਤੇ ਕਿਹੜਾ ਆੜਤੀਆ ਲੈ ਕੇ ਜਾਣ ਦੇ ਦੂ? ਫੂਸ ਵੀ ਨਹੀਂ ਜਾਣ ਦੇਣਾ ਉਹਨੇ। ਕਿਹੜਾ ਆੜਤੀਆ ਪਿੰਡ ਦੇ ਵਿੱਚ ਜਿਹਨੇ ਜ਼ਮੀਨ, ਜਿਹੜਾ ਕਰਜ਼ੇ 'ਚ ਬੈਠਾ ਜੱਟ, ਉਹ ਜ਼ਮੀਨ ਕਣਕ ਜਾ ਕੇ ਕਿਤੇ ਹੋਰ ਸਿੱਟ ਦੂ, ਜਿਹਦੀ ਹੋਰ ਸਿੱਟ ਦੂ ਕਿਤੇ? ਇਹ ਨਹੀਂ ਹੋ ਸਕਦੀ। ਔਰ ਹੁਣ ਰਾਜਨੀਤਿਕ ਇੱਕ ਹੀ ਹੱਲ ਹੈ ਕਿ ਵਧੀਆ ਕੋਈ ਜਿਹੜਾ ਲੋਕ ਪੰਜਾਬ ਦੇ ਚੁਣ ਸਕਣ। ਅਕਾਲੀ ਦਲ ਤੇ BJP ਦਾ ਗੱਠਜੋੜ ਹੈ ਜਿਹੜਾ ਉਹ ਟੁੱਟਣਾ ਤੈਅ ਹੈ। ਜੇ ਸ਼੍ਰੋਮਣੀ ਅਕਾਲੀ ਦਲ ਆਰਡੀਨੈਂਸ ਦੇ ਹੱਕ 'ਚ ਰਹਿੰਦਾ ਤਾਂ ਲੋਕਾਂ ਨੇ ਪੰਜਾਬ 'ਚ ਬਣ ਨਹੀਂ ਦੇਣਾ, ਕਿਸਾਨੀ ਗਈ। ਜੇ ਆਰਡੀਨੈਂਸ ਤੋਂ ਖਿਲਾਫ ਜਾਂਦਾ ਤਾਂ BJP ਦੀ ਸਾਂਝ ਪੈਲੀ ਗਈ। ਬਹੁਜਨ ਸਮਾਜ ਪਾਰਟੀ ਦੇ ਨੇੜੇ ਵੀ ਜਿਹੜੀ ਹੈ ਗੱਲ ਉਹ ਲੱਗੀ ਹੋਈ ਹੈ ਚਿਰਾਂ ਦੀ, ਸ਼੍ਰੋਮਣੀ ਅਕਾਲੀ ਦਲ ਦੀ, ਤੇ ਵਧੀਆ ਸ਼ਗਨ ਹੈ ਜੇ ਹੋ ਜਾਊਗਾ। ਉਹ ਹੋਣਗੇ ਕਾਂਗਰਸ ਨੇ ਲੈਣਾ। BJP ਇੰਡੀਪੈਂਡੈਂਟ ਆਜ਼ਾਦ ਤੌਰ ਤੇ 22 ਵਾਲੀਆਂ ਚੋਣਾਂ ਲੜੂ। ਤੁਹਾਡੇ ਸਾਹਮਣੇ ਜਿਹੜੀਆਂ ਅੰਦਰਲੀਆਂ ਉਹਨਾਂ ਦੇ ਬੰਦੇ ਨੇ ਜਿਹੜੇ ਦੱਸੀ ਆ ਗੱਲ, ਹਾਂ ਉਹ ਸਿੱਖ ਚਿਹਰਾ ਲੈ ਕੇ ਆਊਗੀ। ਸਿੱਖ ਚਿਹਰਾ ਕੌਣ ਹੁੰਦਾ ਇਹ ਲਗਭਗ ਹਲੇ ਕਹਿਣਾ ਬਹੁਤ ਔਖਾ। ਨਵਜੋਤ ਸਿੱਧੂ ਨੂੰ ਕਾਂਗਰਸ ਸਾਂਭਣ ਨੂੰ ਫਿਰਦੀ ਹੈ, ਨਵਜੋਤ ਸਿੱਧੂ ਨੂੰ ਆਮ ਆਦਮੀ ਪਾਰਟੀ ਲਿਆਉਣ ਨੂੰ ਫਿਰਦੀ ਹੈ, ਨਵਜੋਤ ਸਿੱਧੂ ਨੂੰ BJP ਵੀ ਘਰ ਵਾਪਸੀ ਦੀ ਗੱਲ, ਕਿਉਂਕਿ ਇੱਥੇ ਘਰ ਵਾਪਸੀ ਬੜੀ ਵਧੀਆ ਹੁੰਦੀ ਹੈ। ਰਾਮੂ ਵਾਲੀ ਇੱਕ ਵਾਰ ਜਦ ਅਕਾਲੀ ਦਲ ਬਾਦਲ 'ਚ ਗਿਆ, ਲੌਂਗ ਭਲਾਈ ਪਾਰਟੀ ਪੂਟੀ ਬਣਾ ਕੇ, ਡੈਂਟੀ ਡਿਊਟੀ ਕਾਰ ਬੁਲਾ ਕੇ, ਉਹ ਕਹਿੰਦਾ ਕੁੜੀ ਪੇਕੇ ਆਉਂਦੀ ਹੈ, ਮੈਂ ਹੁਣ ਪੇਕੇ ਆ ਗਿਆ ਤੇ ਮੈਂ ਪੇਕੇ ਹੀ ਰਹਿ ਜਾਣਾ ਬਸ।
ਹੁਣ ਮੈਂ ਪੇਕੇ ਬਾਦਲ ਸਾਹਿਬ ਦੇ ਕੋਲ ਬਹਿ ਗਿਆ, ਮੈਂ ਬਾਦਲ ਸਾਹਿਬ ਮੇਰੇ ਬੜੇ ਨੇ, ਮੈਂ ਇਹਨਾਂ ਦੇ ਕੋਲ ਹੀ ਬੈਠੇ ਨਾ, ਗੋਡੇ ਮੁੱਢ ਬਹਿ ਜਾਣਾ। ਮਤਲਬ ਐਡੀ ਕਹਾਣੀ ਰਚੀ ਤੇ ਬਸ ਹੁਣ ਆਪਣਾ ਟਿਕੇ ਬੈਠੇ ਆ। ਜੇ ਤੁਸੀਂ ਕਹੋ ਵੀ ਭਲੱਥਾ ਨਹੀਂ ਮਾਰੂਗਾ, ਬਾਈ ਦੇ ਨੇੜੇ ਜਾ ਕੇ ਕੱਢੂਗਾ ਕਿਤੋਂ ਗੱਲ ਆ। ਹੁਣ ਜਿਹੜਾ ਉਹ ਕਈ ਭਗੌੜੇ ਜੇ ਇਕੱਠੇ ਹੋਏ ਫਿਰਦੇ ਆ ਨਾ, ਅਸੀਂ ਐਂ ਇਕੱਠੇ ਹੋ ਗਏ, ਅਸੀਂ ਐਂ ਹੋ ਗਏ, ਕੁਛ ਨਹੀਂ ਬਣਨਾ। ਹੋਂਦ ਲੋਕਾਂ 'ਚ ਉਹ ਲੋਕਾਂ ਦੀ ਰਹਿੰਦੀ ਹੈ ਜਿਹੜੇ ਕਿਸੇ ਪਾਰਟੀ 'ਚ ਹੋ ਰਹੀ ਬੇਨਿਯਮੀ ਦੀ ਉਸ ਸਮੇਂ ਬੋਲਣ। ਜੇ ਉੱਥੇ 30 ਸਾਲ 40 ਸਾਲ ਲਾ ਕੇ ਲਾਓ ਜੀ ਅਸੀਂ ਖਿਲਾਫ ਹਾਂ ਜੀ, ਹੁਣ ਅਸੀਂ ਇਹਦਾ ਬਾਦਲ ਧੱਕਾ ਕਰਦਾ ਰਿਹਾ ਜੀ, ਤੇ ਆਰਡੀਨੈਂਸ ਦੇ ਵਿਰੋਧ ਦੇ ਵਿੱਚ ਵੋਟ ਸੁਖਬੀਰ ਬਾਦਲ ਉਹਨਾਂ ਨੇ ਪਾਤੀ ਹੈ, ਨਰਿੰਦਰ ਸਿੰਘ ਉਹਨਾਂ ਨੇ ਦੱਸਿਆ ਜੀ ਹੁਣੇ। ਤੋਂ ਢੀਂਡਸੇ ਹੋਣੀ ਕਹਿੰਦੇ ਨੇ ਵੀ ਅਸੀਂ ਬਾਦਲ ਉਹਨਾਂ ਤੋਂ ਅਲੱਗ ਹੋ ਗਏ, ਇਹ ਕਮੇਟੀ ਖਾ ਗਏ, ਆਹ ਖਾ ਗਏ, ਉਹ ਹੋ ਗਏ, ਪਰ ਜਿਹੜੀਆਂ ਲਾਲ ਬੱਤੀਆਂ ਤੇ ਜਿਹੜੀਆਂ ਗੱਡੀਆਂ ਝੂਟੀਆਂ ਨੇ ਉਹ ਬਾਦਲਾਂ ਦੇ ਸਿਰ ਤੇ ਝੂਟੀਆਂ, ਮਤਲਬ ਸ਼੍ਰੋਮਣੀ ਅਕਾਲੀ ਦਲ 'ਚ ਰਹਿੰਦੇ ਝੂਟੀਆਂ ਨੇ। ਉਹਦੇ 'ਚ ਹੁਣ ਉਹ ਬੜਾ ਫਿਕਰਾ ਛੱਡਦੇ ਨੇ। ਸ਼੍ਰੋਮਣੀ ਅਕਾਲੀ ਦਲ ਦੇ ਮੈਂ ਖਿਲਾਫ ਨਹੀਂ, ਬਾਦਲਾਂ ਦੇ ਖਿਲਾਫ ਆ। ਤੇ ਬਾਦਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਕੌਣ ਸੀ? ਬਾਦਲ। ਮੈਂ ਹਾਰ ਗਿਆ ਤਾਂ ਜਿੱਤ ਗਿਆ ਤਾਂ MP ਆ, ਹਾਰ ਗਿਆ ਤਾਂ ਰਾਜ ਸਭਾ ਦਾ ਮੈਂਬਰ ਬਣਾ ਦਿਓ। ਬੀਜੇਪੀ ਕੀ ਢੀਂਡਸੇ ਉਹਨਾਂ ਨਾਲ ਅਲਾਇੰਸ ਕਰ ਸਕਦੀ ਹੈ ਜਾਂ ਸਾਰਾ ਬਣਿਆ ਬਣਾਇਆ ਢੀਂਡਸਾ ਦਲ ਬੀਜੇਪੀ ਜਾ ਸਕਦਾ? ਇਹ ਵੀ ਪੋਸੀਬਿਲਿਟੀ। ਐਵੇਂ ਨਹੀਂ ਉਹ ਬੋਲੇ, ਐਡਾ ਬੜਾ ਰਿਸਕ ਜਿਹੜਾ ਲਿਆ, ਜਿਹਦੇ ਤੇਜ਼ ਤਰਾਰ ਬੰਦੇ ਨੇ ਉਹ ਬੀਜੇਪੀ ਨੇ ਕਿਤੇ ਨਹੀਂ ਲਿਆ। ਬ੍ਰਹਮਪੁਰੇ ਆਉਣੀ ਪਰਾਂ ਹੋ ਕੇ ਬਹਿ ਗਏ, ਬ੍ਰਹਮਪੁਰੇ ਆਉਣਾ ਤੋਂ ਮਾਝੇ ਵਾਲੇ ਮਝੈਲ ਜਰਨੈਲਾਂ ਤੋਂ ਪਰਾਂ ਹੋ ਗਏ ਵੀ ਇਹਨਾਂ ਦਾ ਪਤਾ ਨਹੀਂ ਕਦ ਇਹਨਾਂ ਨੇ ਮੋਢੇ ਤੇ ਡਾਂਗ ਰੱਖ। ਉਹਨਾਂ ਨੂੰ ਬੰਦਾ ਚਾਹੀਦਾ ਸਾਊ ਨਰਮ, ਗੇਰੂਏ ਰੰਗ ਦੀ ਪੱਗ ਬੰਨ੍ਹਦਾ ਹੋਵੇ ਤੇ ਜਿਹੜਾ ਸਹੀ ਹੋ। ਆਮ ਆਦਮੀ ਪਾਰਟੀ ਰਿਵਾਈਵ ਕਰ ਸਕਦੀ ਹੈ ਜੇ ਆਮ ਆਦਮੀ ਪਾਰਟੀ ਦੀ ਸਾਰੀ ਲੀਡਰਸ਼ਿਪ ਜਿਹੜੀ ਪੰਜਾਬ ਦੇ ਵਿੱਚ ਆ, ਜਿਨ੍ਹਾਂ ਨੂੰ CMਸ਼ਿਪ ਤੋਂ ਥੱਲੇ ਦਿਖਦਾ ਕੁਛ ਨਹੀਂ, ਜੇ ਉਹ ਸਰੈਂਡਰ ਕਰਕੇ ਅਲੱਗ-ਅਲੱਗ ਪੰਜਾਬ ਨੂੰ ਪਿਆਰ ਕਰਨ ਵਾਲੇ ਜਿਹੜੀਆਂ ਪਰਸਨੈਲਿਟੀਆਂ ਨੇ ਉਹਨਾਂ ਨੂੰ ਇਕੱਠੀਆਂ ਕਰਕੇ ਇੱਕ ਜਗ੍ਹਾ ਲੈ ਆਵੇ, ਆਮ ਆਦਮੀ ਪਾਰਟੀ ਬਹੁਤ ਵਧੀਆ ਰੋਲ ਅਖਤਿਆਰ ਕਰ ਸਕਦੀ ਹੈ। ਪਰ ਕੇਜਰੀਵਾਲ ਉਹਨਾਂ ਨੂੰ, ਦਿੱਲੀ ਵਾਲਿਆਂ ਨੂੰ ਇਸ ਦੀ ਇਹਨਾਂ ਨੂੰ ਖੁੱਲ੍ਹਾ ਛੱਡਣਾ ਪੈਣਾ। ਪੰਜਾਬ ਦੇ ਵਿੱਚ ਖੁੱਲ੍ਹਾ ਛੱਡਣ ਦਾ ਇਹ ਨਹੀਂ ਮਤਲਬ ਵੀ ਉਹਦਾ ਭਗਵੰਤ ਮਾਨ ਇੱਕੋ ਇੱਕ ਹੱਲ ਹੈ। ਨੋ, ਭਗਵੰਤ ਮਾਨ ਤੋਂ ਸਿਆਣੇ ਰਾਜਨੀਤਿਕ ਬੰਦੇ ਬਹੁਤ ਬੈਠੇ ਆ, ਉਹ ਬਹਿ ਕੇ ਤੈਅ ਕਰਨ ਵੀ CM ਪੰਜਾਬ ਦਾ ਕੌਣ ਬਣੇ। ਉਹਦੇ 'ਚ ਸੁਖਪਾਲ ਖਹਿਰੇ ਦੀ ਵਾਪਸੀ ਹੋਵੇ, ਧਰਮਵੀਰ ਗਾਂਧੀ ਦੀ ਵਾਪਸੀ ਹੋਵੇ, ਉਹਦੇ ਵਿੱਚ ਜਿਹੜੇ ਭਰਾ ਨੇ ਬੈਂਸ ਭਰਾ ਮੁੜ ਕੇ ਆਉਣ, ਹੋਰ ਸਿਆਣੇ ਨੇ ਬਹੁਤ ਬੰਦੇ ਜਿਹੜੇ ਉਹ ਵਾਪਸ ਆਉਣ। ਤੇ ਪੰਜਾਬ ਦੇ ਵਿੱਚ ਸੀਟਾਂ ਦੀ ਜਿਹੜੀ 20 ਵੰਡ ਹੈ, ਉਹ ਇਹ ਨਾ ਵੀ ਦੁਰਗੇਸ਼ ਪਾਠਕ ਤੇ ਸੰਜੇ ਸਿੰਘ ਹੋਣੀ ਜਾ ਕੇ ਉੱਥੇ ਲਾ ਕੇ ਡੇਰਾ 3 ਮਹੀਨੇ ਉਹ ਸੀਟਾਂ ਵੰਡਣ, ਇਹ ਵੀ ਨਹੀਂ ਲੋਕਾਂ ਨੂੰ ਪਾਉਂਦਾ। ਬਹੁਤ ਵਧੀਆ ਜਿਹੜਾ 22 ਦੇ ਵਿੱਚ ਮੇਰਾ 22 ਦਾ ਮੇਰਾ ਕਹਿਣ ਦਾ ਮਤਲਬ ਇਹ ਹੈ ਕਿ 22 ਦੇ ਵਿੱਚ ਵਧੀਆ ਸਰਕਾਰ ਜੇ ਪੰਜਾਬ ਦੇ ਵਿੱਚ ਨਹੀਂ ਆਉਂਦੀ, ਉਹਦੇ ਬਾਅਦ 27 ਤੱਕ ਪੰਜਾਬ ਦਾ ਰੱਬ ਰੱਖਾ। ਹਾਂ, ਜਿਹੜਾ ਸੋਵਰਨਿਟੀ ਪਾਤਸ਼ਾਹੀ ਦਾ ਦਾਅਵਾ ਕਰਨ ਵਾਲੇ ਧਿਰਾਂ ਨੇ ਉਹ ਕਹਿੰਦੇ ਸਿਸਟਮ ਦੇ ਵਿੱਚ ਅਸੀਂ ਜਿਹੜਾ ਐਕਸੈਪਟ ਨਹੀਂ ਕਰਦੇ, ਪਰ ਉਹਨਾਂ ਕੋਲ ਉਹਦਾ ਬਦਲ ਕੋਈ। ਜੇ ਉਹ ਕਹਿਣ ਨਾ ਬਈ ਅਸੀਂ ਇਹ ਇਲੈਕਟੋਰਲ ਸਿਸਟਮ, ਇਹ ਭਾਰਤ ਤੇ ਵੋਟਾਂ, ਇਹ ਉਹ ਬਹੁਤ ਦੂਰ ਦੀਆਂ ਗੱਲਾਂ ਨੇ। ਝੰਡੇ ਚਲਾ ਦੇਣੇ, ਬੰਦੇ ਫੜਾ ਦੇਣੇ, ਰੇਲਾਂ ਬੰਦ ਕਰਾ ਦਾਂਗੇ, ਰੈਫਰੈਂਡਮ ਕਰਾ ਦਿਆਂਗੇ, ਇਹ ਬਹੁਤ ਦੂਰ ਦੀਆਂ ਗੱਲਾਂ ਨੇ। ਹਲੇ ਪੰਜਾਬ ਦੀ ਭੋਏ ਬੱਤਰ ਨਹੀਂ ਹੈ, ਸੱਚ ਇਹ ਹੈ। ਤੁਸੀਂ ਕਹਿੰਦੇ ਹੋ ਅਸੀਂ ਵੱਖਰੇ ਦੇਸ਼ ਦੀ ਗੱਲ ਕਰਨੀ ਆ, ਉੱਥੇ ਕਿਸੇ ਨਾਲ ਗੱਲ ਤਾਂ ਕਰਕੇ ਦੇਖੋ ਬੰਦੇ ਦਾ ਉਹ ਚਾਹੁੰਦਾ ਕੀ ਹੈ। ਹਾਂ, ਜਿਹਨੇ ਮੁਹਿੰਮ ਤੋਰਨੀ ਆ ਉਸ ਦੇ ਸ਼ੁਰੂ ਵਾਲੇ ਬੰਦੇ ਤਾਂ ਇਹ ਕਹਿਣਗੇ ਬਈ ਇਹਨਾਂ ਨੂੰ ਦੇ ਦਿਓ, ਫਿਰ ਖੁੱਲ੍ਹਾ ਸਮਾਂ ਤੇ ਦੱਸ ਦੇਣਗੇ ਵੀ ਇਸ ਨੂੰ ਪੌੜੀ, ਉਹਨਾਂ ਨੇ ਜ਼ਰੂਰ ਕਹਿਣਾ। ਪਰ ਹਲੇ ਮੇਰੇ ਖਿਆਲ ਹੋਂਦ ਦੀ ਗੱਲ ਹੈ, ਉਹ ਹੋਂਦ ਬਰਕਰਾਰ ਰਹਿ ਜੂ ਜਾਂ ਅਸੀਂ ਉੱਥੇ ਆਪਣਾ ਵੱਖਰਾ ਖਿੱਤਾ ਸੋਵਰਨਿਟੀ ਆਪਣੀ ਪਾਤਸ਼ਾਹੀ ਦਾਅਵਾ ਜਿਹੜਾ ਬਰਕਰਾਰ ਕਰਨੀਆਂ। ਬਹੁਤ ਹੁਣ ਮਤਲਬ ਖੁੱਲ੍ਹਾ ਮੈਦਾਨ ਹੈ ਇਹਦੇ ਵਿੱਚ, ਤੇ ਲੋਕਾਂ ਨੇ ਉੱਧਰ ਤੁਰਨਾ ਜਿੱਥੇ ਲੋਕਾਂ ਨੂੰ ਆਸ ਹੋਊਗੀ। ਰੂਲਿੰਗ ਧਿਰ 7 ਤੋਂ 17 ਤੱਕ ਸ਼੍ਰੋਮਣੀ ਅਕਾਲੀ ਦਲ ਨੇ ਸਰਕਾਰ ਕੀਤੀ ਹੈ, ਪਰ 7 ਤੋਂ 17 ਦੇ ਵਿੱਚ ਪੰਜਾਬ ਦੇ ਵਿੱਚ ਕਦੇ ਇਉਂ ਨਹੀਂ ਹੋਇਆ ਵੀ ਲੋਕ ਤੜਫਣ ਲੱਗ ਗਏ, ਲੋਕਾਂ 'ਚ ਅਰਾਜਕਤਾ ਵੱਧ ਗਈ। ਹੁਣ ਜਿਹੜੀ ਵਧੀ ਹੋਈ, ਹੁਣ ਬਹੁਤ ਵਧੀ ਹੋਈ ਹੈ। ਸੋ ਕਿਸੇ ਦੇ ਰੋਲ ਨੂੰ ਵਧਾ ਘਟਾ ਕੇ ਇਉਂ ਨਹੀਂ ਕਰਨੀ ਚਾਹੀਦੀ। ਜੇ ਕਿਸੇ ਨੇ ਇਲੈਕਟੋਰਲ ਸਿਸਟਮ ਦੇ ਨਾਲ 5 ਵਾਰ ਸ਼੍ਰੋਮਣੀ ਅਕਾਲੀ ਦਲ ਨੂੰ ਚੁਣਿਆ ਤਾਂ ਉਹਦਾ ਸਤਿਕਾਰ ਸਾਡਾ ਕਰਨ ਦਾ ਫਰਜ਼ ਹੈ। ਸਾਡਾ ਸਿਆਸੀ ਵਿਰੋਧ ਹੋ ਸਕਦਾ, ਪਰ ਉਸ ਨੂੰ ਅਸੀਂ ਝਠਲਾ ਨਹੀਂ ਸਕਦੇ ਵੀ ਇਹ ਤਾਂ ਧੱਕੇ ਨਾਲ ਬਣ ਗਏ ਜੀ, ਆਹ ਬਣ ਲਓ।
ਜੇ ਕਾਂਗਰਸ ਦੀ ਸਰਕਾਰ ਆਈ ਤਾਂ ਕਾਂਗਰਸ ਦੀ ਸਰਕਾਰ ਦੀ ਗੱਲ ਕਰਨੀ ਪਊ ਵੀ ਹਾਂ ਇਹ ਆਈ। ਪਰ ਹੁਣ ਸਮਾਂ ਕਿਹੋ ਜਿਹਾ ਇਹ ਵਕਤ ਦੱਸੂ। ਲੋਕ ਸਿਆਣੇ ਹੋ ਜਾਣ, ਪਾਰਟੀ ਨੇ ਜ਼ੋਰ ਲਾਉਣਾ। ਹੁਣ ਭਾਵੇਂ ਜਮਾਂ ਹੀ ਖਾਲੀ ਗਰਾਊਂਡ ਹੈ ਪੰਜਾਬ ਦਾ, ਜਿਹੜਾ ਪਾਰਟੀ ਆਰਗੇਨਾਈਜ਼ ਜਿਹੜੀ ਕਰ ਗਈ ਉਹ ਜਿੱਤ ਸਕਦੀ। ਹੈਲੋ ਗਿੱਲ ਸਾਹਿਬ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਵੀਰ ਜੀ, ਸਤਿ ਸ਼੍ਰੀ ਅਕਾਲ। ਉਹਨਾਂ ਨੇ ਸੁਖਬੀਰ ਸਿੰਘ ਬਾਦਲ ਨੇ ਇਹਦੇ ਜਿਹੜਾ ਆਰਡੀਨੈਂਸ ਸੀ ਇਹਦੇ ਵਿਰੋਧ 'ਚ ਵੋਟ ਪਾਈ ਆ। ਉਹਨਾਂ ਨੇ ਕਿਹਾ ਵੀ ਮੈਂ ਕਿਸਾਨ ਦਾ ਪੁੱਤ ਆ, ਅਸੀਂ ਇਹਦੇ ਨਾਲ ਚੱਲ ਨਹੀਂ ਸਕਦੇ ਜਿਹੜਾ ਇਹ ਆਰਡੀਨੈਂਸ ਲੈ ਕੇ ਆ ਰਹੇ ਆ। ਉਹਨਾਂ ਨੇ ਕਿਹਾ ਵੀ ਜਿਹੜੇ ਵਿੱਚ ਸ਼ੰਕੇ ਹੈਗੇ ਆ ਉਹਨਾਂ ਨੇ ਪੂਰਾ ਇਹਨੂੰ ਐਕਸਪਲੇਨ ਕੀਤਾ ਵੀ ਇਹਨਾਂ ਨੂੰ ਦੂਰ ਕਰਨਾ ਚਾਹੀਦਾ ਆ। ਬਾਕੀ ਗਿੱਲ ਸਾਹਿਬ ਪਤਾ ਕੀ ਗੱਲ ਆ, ਅਸਲ 'ਚ ਜਿਹੜੀ ਆਪਣੇ ਵੀ ਚਲੋ ਲੋਕੀ ਕਹਿ ਸਕਦੇ ਵੀ ਇਹ ਅਕਾਲੀ ਦਾ ਮਜਬੂਰੀਆਂ ਜਿਹੜੀਆਂ ਖੇਤਰੀ ਪਾਰਟੀਆਂ, ਇਹਨਾਂ ਨੂੰ ਵੱਡੀਆਂ ਦੋ ਹੀ ਹੈਗੀਆਂ ਪਾਰਟੀਆਂ, ਕਾਂਗਰਸ ਜਾਂ ਬੀਜੇਪੀ। ਹੁਣ ਕਾਂਗਰਸ ਦੇ ਨਾਲ ਤਾਂ ਅਕਾਲੀ ਦਲ ਦਾ ਕੋਈ ਲੈਣਾ ਦੇਣਾ ਹੀ ਨਹੀਂ। ਉਹ ਬੀਜੇਪੀ ਦੇ ਨਾਲ ਚੱਲਣਾ ਚਾਹੁੰਦੇ ਆ ਵੀ ਉਹ 5 ਸਾਲ ਸਰਕਾਰ ਚੱਲ ਜਾਂਦੀ ਸੀ, ਪਰ ਉਹ ਵੀ ਹੁਣ ਜਿਹੜੀਆਂ ਖੇਤਰੀ ਪਾਰਟੀਆਂ ਉਹਨਾਂ ਨੂੰ ਖਤਮ ਕਰਨ ਤੇ ਲੱਗੇ ਆ। ਇਹ ਨਹੀਂ ਵੀ ਪੰਜਾਬ 'ਚ ਇਹਨਾਂ ਦੀ ਸਰਕਾਰ ਨਹੀਂ ਬਣ ਸਕਦੀ, BSP ਨਾਲ ਅਲਾਇੰਸ ਕਰ ਲੈਣ ਸਰਕਾਰ ਬਣ ਸਕਦੀ। ਪਰ ਹੁਣ ਤੁਸੀਂ ਪੱਤਰਕਾਰ ਦੇਖ ਲਓ ਗਿੱਲ ਸਾਹਿਬ, ਜਿਵੇਂ ਤੁਸੀਂ ਹੁਣ ਠੋਕ ਵਜਾ ਕੇ ਕੋਈ ਆਮ ਪਾਰਟੀ ਹੋਵੇ, ਕਾਂਗਰਸ ਹੋਵੇ, ਅਕਾਲੀ ਦਲ ਹਰੇਕ ਦੀ ਗੱਲ ਕਰਦੇ, ਕੋਈ ਨਹੀਂ ਤੁਹਾਨੂੰ ਕਹਿ ਸਕਦਾ। ਇਵੇਂ ਲੋਕਲ ਆ, ਕੰਜ਼ਰਵੇਟਿਵ ਆ, NDP ਆ, ਲਿਬਰਲ, ਸਾਰਿਆਂ ਦੀ ਗੱਲ ਕਰਦੇ। ਹੁਣ ਤੁਸੀਂ ਪੱਤਰਕਾਰ ਦੇਖੋ ਜਿਹੜੇ 5-7 ਆ, ਤੁਸੀਂ ਦੱਸਿਓ ਆਪਣੇ opinion ਵੀ ਜਿੱਦਾਂ 10 ਸਾਲ ਪਹਿਲਾਂ ਖਬਰਾਂ ਦਿੰਦੇ ਸੀ ਉੱਦਾਂ ਇਹਨਾਂ ਦੀ ਸੌਰ ਹੈਗੀ ਕਿ ਨਹੀਂ। ਹੁਣ ਜਦੋਂ ਵੀ ਕੋਈ ਕਾਂਗਰਸ ਦੀ ਗੱਲ ਆਉਂਦੀ, ਇਹ ਤਾਂ ਨਹੀਂ ਉਹ ਸਾਰਾ ਦਿਨ ਕਾਂਗਰਸ ਦੀਆਂ ਗੱਲਾਂ ਕਰਦੇ ਰਹਿੰਦੇ ਆ। ਉਸ ਫੇਰ ਉਹਨਾਂ ਦੀ ਗੇਮ ਖਤਮ ਹੋ ਜਾਣੀ ਆ। ਉਹਨਾਂ ਨੂੰ ਪਤਾ ਕਿਹੜੀ ਖਬਰ ਨੂੰ ਹਾਈਲਾਈਟ ਕਰਨਾ, ਕਿਹੜੀ ਨਹੀਂ। ਜਿੰਨੇ ਵੀ ਆ ਤੁਸੀਂ ਵੀ ਗੱਲ ਕਰਦੇ ਹੁੰਦੇ 50-50 ਸਾਲ ਹੋ ਗਏ ਜਿਹੜੇ ਬੰਦਿਆਂ ਦੀ ਸਾਰੀ ਉਮਰ KPS ਗੈਰਨਾ ਜਾਰੀਆਂ ਰਹੀਆਂ, ਉਹ ਦੱਸੋ ਪੰਜਾਬ ਦੀ ਕਿੱਥੋਂ ਗੱਲ ਕਰ ਲੈਣਗੇ ਜਾਂ ਸਿੱਖ ਮਸਲਿਆਂ ਦੀ। ਤੇ ਹੋਰ ਇਹ ਤਾਂ ਹੈ ਨਹੀਂ ਵੀ ਉਹਨਾਂ ਨੇ ਹੁਣ ਕਾਂਗਰਸ ਦੇ ਇੱਥੇ ਬਿੱਲੇ ਲਾ ਕੇ ਛਾਤੀ ਦੇ ਲਾ ਕੇ ਫਿਰਨੇ ਆ, ਕਿਉਂਕਿ ਉਹ ਆਪਣੇ ਲੋਕਾਂ ਨੂੰ ਇਸ ਕਰਕੇ ਗੱਲਾਂ ਵਧੀਆ ਲੱਗਦੀਆਂ ਵੀ ਉਹ ਟਾਰਗੇਟ ਅਕਾਲੀ ਦਲ ਨੂੰ ਕਰਦੇ ਆ ਜਾਂ SGPC ਨੂੰ। ਮੈਂ ਕਹਿੰਦਾ ਕਰਨ, ਕਿਸੇ ਦੀ ਚਾਪਲੂਸੀ ਨਹੀਂ ਕਰਨੀ ਚਾਹੀਦੀ। ਪਰ ਜਦੋਂ ਕਾਂਗਰਸ ਦੀ ਗੱਲ ਆਉਂਦੀ ਉਦੋਂ ਵੀ ਉਹਨਾਂ ਦੀ ਜੀਭ ਘੁੰਮ ਜਾਂਦੀ ਆ। ਉਦੋਂ ਦੇਖੋ ਉਹਨਾਂ ਦੇ ਸੌਰ ਜਿਹੜੇ ਨਰਮ ਪਏ ਉਹੋ ਹੀ ਜ਼ਿਆਦਾ ਹਾਈਲਾਈਟ ਇਹੋ ਖਬਰਾਂ ਕਰਦੇ ਆ। ਤੇ ਇਹੋ ਹੀ ਕਰਦੇ ਆ ਵੀ ਲੋਕੀ ਹੁਣ ਆਪਣੇ ਇੰਨਾ, ਜੇ ਤੁਸੀਂ ਹਰੇਕ ਖਬਰ ਪੜ੍ਹਦੇ ਆ ਜਾਂ ਸੋਸ਼ਲ ਮੀਡੀਆ ਤੇ ਤੁਹਾਨੂੰ ਪਤਾ ਲੱਗ ਜਾਂਦਾ ਵੀ ਇਹ ਪੱਤਰਕਾਰ ਕਿੱਥੋਂ ਬੋਲਦੇ ਆ। ਤੋ ਮੇਰੇ ਖਿਆਲ 'ਚ ਹੁਣ ਭਗਵੰਤ ਮਾਨ ਹੋਣੀ ਕਹਿੰਦੇ ਹੈ ਹੀ ਨਹੀਂ ਸੀ ਉਦੋਂ ਜਦੋਂ ਵੋਟਾਂ ਹੋਈਆਂ, ਜਾਂ ਕਾਂਗਰਸ ਦੇ MP ਵੀ ਹੈ ਨਹੀਂ ਸੀ। ਉਹਨੇ ਸਾਰਾ ਟਾਈਮ ਮੇਰੇ ਖਿਆਲ 'ਚ ਸੁਖਬੀਰ ਬਾਦਲ ਤੇ ਹੀ ਲਾਤਾ ਵੀ ਉਹ ਬਿੱਲ ਦੇ ਐਕਸਪਲੇਨ ਕਰਨਾ ਚਾਹੀਦਾ ਸੀ ਉਹਨੂੰ। ਉਹਨੇ ਇਹਨਾਂ ਦੀ ਮੰਡੀ ਪ੍ਰਚਾਰ ਤੇ ਪੂਰਾ ਟਾਈਮ ਲਾਤਾ। ਓਕੇ ਜੀ, ਗੱਲ ਸਾਹਿਬ ਸਤਿ ਸ੍ਰੀ ਅਕਾਲ। ਧੰਨਵਾਦ ਜੀ। ਬਿਲਕੁਲ ਖਬਰ ਦੀ ਨਾਵਲ ਬਣਾ ਕੇ ਛੱਡ ਦਿਓ। ਜਿਹੜਾ 50 ਸਾਲ ਪਹਿਲਾਂ ਜਿਨ੍ਹਾਂ ਨੇ ਪੰਜਾਬ 'ਚ ਦੇਖਿਆ, ਪੁਰਾਣੇ ਬੰਦੇ ਜਾਣਦੇ ਨੇ ਕੈਰੋ ਲੈਵਲ, ਉਹਨਾਂ ਨੇ ਗੱਲਾਂ ਕਰਦੀਆਂ ਸੌਖੀਆਂ, ਉਹਨਾਂ ਨੂੰ ਕਿੰਨੀ ਕੁ ਕਹਾਣੀ ਆ ਤੇ ਉਹਦੇ 'ਚ ਕੋਈ ਉਹਨਾਂ ਦਾ ਉਹਦੇ 'ਚ ਕੋਈ ਰਿਸਰਚ ਤਾਂ ਕੋਈ ਹੈ ਨਹੀਂ ਨਾ ਵੀ ਉਹ ਰਿਸਰਚ ਰਹੇ ਨੇ, ਕੋਈ ਖੋਜ ਕਰ ਰਹੇ ਨੇ ਉਹ ਜੀ ਜਦ ਐਂ ਹੋ ਗਿਆ ਸੀ, ਉਹ ਇੱਥੇ ਐਂ ਹੋ ਗਿਆ ਸੀ। ਦੁੱਖ ਦੀ ਗੱਲ ਇਹ ਆ ਵੀ ਜਿਹੜੇ ਕਾਤਲਾਂ ਦੇ ਨਾਲ ਜਿਨ੍ਹਾਂ ਨੇ ਕੌਮ ਦਾ ਕਤਲ ਕੀਤਾ ਪੰਜਾਬ 'ਚ, ਉਹਨਾਂ ਨਾਲ ਜਿਨ੍ਹਾਂ ਦੀਆਂ ਸਾਂਝ ਪਿਆਦੀਆਂ ਰਹੀਆਂ, ਉਹਨਾਂ ਨੂੰ ਤੁਸੀਂ ਦੱਸਦੇ ਹੋ ਵੀ ਉਹ ਸਾਡੇ ਸਿਰਮੌਰ ਪੱਤਰਕਾਰ ਨੇ। ਹੁਣ ਪਿੰਕੀ ਦੇ ਨਾਲ ਇੱਕ ਪੱਤਰਕਾਰ ਇੱਥੋਂ ਜਿਹੜਾ ਗਿਆ ਹੋਇਆ ਕੈਨੇਡਾ ਤੋਂ, ਉਹਨੇ ਕੀਤੀ ਹੈ ਇੰਟਰਵਿਊ। ਉਹ ਦੇਖੋ ਜੀ ਤੁਸੀਂ, ਫਿਰ ਉਹ ਉਸ ਸਮੇਂ ਕਿਵੇਂ ਮਰਦੇ ਹੁੰਦੇ ਸੀ, ਕਿਵੇਂ ਮਾਰਦੇ ਹੁੰਦੇ ਸੀ, ਤੇ ਜਦ 84 ਦੇ ਵੇਲੇ ਇੱਥੇ ਤੇ ਉਹਨਾਂ ਦੇ ਖਿਲਾਫ ਤੁਸੀਂ ਬੋਲਦੇ ਰਹੇ ਹੋ। ਹੁਣ ਵੀ ਸੁਰ ਬਦਲ ਗਈ ਤੇ ਹੁਣ ਪਿੰਕੀ ਠੀਕ ਲੱਗਣ ਲੱਗ ਗਿਆ ਵੀ ਇਹ ਹੁਣ ਦੱਸਣ ਲੱਗ ਗਿਆ। ਤੇ ਜਿੱਦਣ ਪਿੰਕੀ ਹੋਣੀ ਮਾਰਦੇ ਸੀ ਉਦੋਂ ਪਿੰਕੀ ਹੋਣੀ ਤੁਹਾਡੇ ਵਿਲਨ ਸੀ। ਇਹ ਜਿਹੜੀ ਲੋਕ ਵੀ ਹਾਂ ਉਹ ਗੱਲ ਵਧੀਆ ਤੇ ਇਹ ਲੱਖ 2 ਲੱਖ ਵਿਊ, ਇਹ 3 ਲੱਖ ਵਿਊ, ਇਹ 4 ਲੱਖ ਵਿਊ, ਇਹ ਉਹ ਤਾਂ ਦੇਖੋ ਵੀ ਇਹਨਾਂ ਦਾ ਪਾਸਟ ਕੀ ਹੈ ਬੰਦਿਆਂ ਦਾ। ਵੀ ਤੂੰ ਉਹਨਾਂ ਦੀ ਗੱਲ ਸਦਾ ਹੀ ਇਹੀ ਹੁੰਦੀ ਹੈ। ਇਹ ਠੀਕ ਹੈ, ਗੱਲ ਕਰੋ, ਗੱਲ ਸਹੀ ਕਰੋ, ਹੁਣ ਸਾਰਿਆਂ ਪਾਰਟੀਆਂ ਦਾ ਮੁਲਾਂਕਣ ਕਰੋ, ਪ੍ਰੋਪਰ ਕਰੋ। ਇਹ ਸੀ ਅੱਜ ਦਾ ਪ੍ਰੋਗਰਾਮ ਜੀ। ਕੱਲ੍ਹ ਨੂੰ 11 ਵਜੇ ਮੁੜਦਾ। ਅਖੀਰ 'ਚ ਦਲਜੀਤ ਦੋਸਾਂਝ ਦੇ ਗੀਤ ਦੇ ਕੁਝ ਬੋਲ। ਰੱਬ ਰੱਖ।